वाहिगुरू जी का खालसा वाहिगुरू जी की फतेह। तुहाडा दास बलिहार सिंह रामेवाल हर हफ्ते की तरह सिख चैनल के जरिए तुहाडा अपना प्रोग्राम गल पंजाब दी लैके अज फिर हाज़र होया। अज क्योंकि जदों तो करोना महामारी का दौर शुरू होया सी उदों तो लैके अज तक असी स्टूडियो में नहीं आ सके सी, कुछ कारणों करके, कुछ मजबूरियां करके, कुछ कुदरती आफतां करके। लेकिन अज पहला मौका ये नहीं कि सानू स्टूडियो आने तो रोकया गया सी, लेकिन कई बारी साडे को अपना समा नहीं सी हुंदा। एंड पहला तुहानू तुसीं भली भांत जाणदे हो करोना दे करके कोई एक दूसरे के लागे नहीं सी जाना चाहुंदा, सो इस करके असीं घरां तो प्रोग्राम करदे सी। तो अज जिथे मैं तुहाडा सारिआं दा धन्नवाद करदा, तुहाडिਆਂ सारिआं करके, तुहाडिਆਂ सारिआं ਦੀਆਂ अरदासां करके अज असीं फिर स्टूडियो च आण के प्रोग्राम करन लगे हां। सो जिथे गल पंजाब दी विच असीं हर हफ्ते ਤੁਹਾਨੂੰ ਪੰਜਾਬੀਆਂ ਦੇ ਦਿਲਾਂ ਨਾਲ ਜੋੜ ਕੇ ਰੱਖਣ ਦੀ ਕੋਸ਼ਿਸ਼ ਕਰਦੇ ਹਾਂ, ਪੰਜਾਬੀਆਂ ਦੇ ਨਾਲ ਜੋੜ ਕੇ ਰੱਖਦੇ ਹਾਂ, ਕਿਉਂਕਿ ਪੰਜਾਬੀ ਦੇ ਹਮੇਸ਼ਾ ਕੰਮ ਆਉਂਦਾ। ਪੰਜਾਬ ਵਸਦਾ ਗੁਰਾਂ ਦੇ ਨਾਂ ਉੱਤੇ, ਤੇ ਆਪਾਂ ਉਸ ਪੰਜਾਬ ਦੇ ਵਿੱਚੋਂ ਆਏ ਹੋਏ ਆ, ਚਾਹੇ ਆਪਾਂ ਦੁਨੀਆ ਦੇ ਕਿਸੇ ਕੋਨੇ 'ਚ ਹੀ ਵਸਦੇ ਹੋਈਏ। ਸਾਡੀ ਤੇ ਇੱਕ ਅਰਦਾਸ ਹੁੰਦੀ ਆ ਕਿ ਤੁਸੀਂ ਜਿੱਥੇ ਵੀ ਵਸਦੇ ਹੋਵੋ, ਜਿੱਥੇ ਵੀ ਰਹਿੰਦੇ ਹੋਵੋ, ਜਿਹੜੇ ਵੀ ਦੇਸ਼ ਵਿੱਚ ਰਹਿੰਦੇ ਹੋਵੋ, ਹਮੇਸ਼ਾ ਚੜ੍ਹਦੀ ਕਲਾ 'ਚ ਰਹੋ, ਹਮੇਸ਼ਾ ਉੱਚੀ ਤੇ ਅਣਖ ਵਾਲੀ ਜ਼ਿੰਦਗੀ ਜੀਵੋ। ਇਹ ਸਾਡੀ ਗੁਰੂ ਚਰਨਾਂ 'ਚ ਹਮੇਸ਼ਾ ਅਰਦਾਸ ਅਸੀਂ ਕਰਦੇ ਹਾਂ। ਲੇਕਿਨ ਆਪਾਂ ਅੱਜ ਗੱਲ ਕਰਾਂਗੇ ਕੁਛ ਕੁ ਮੁੱਦੇ ਜੋ ਪੰਜਾਬ, ਹਰਿਆਣਾ ਜਾਂ ਮੈਂ ਕਦਮਾਂ ਭਾਰਤ ਵਿੱਚ ਹਮੇਸ਼ਾ ਆਪਣੀ ਕਰਵਟ ਬਦਲਦੇ ਰਹਿੰਦੇ ਨੇ। ਕਿਉਂਕਿ ਜੇ ਬੰਦੀ ਸਿੱਖਾਂ ਦੀ ਗੱਲ ਕੀਤੀ ਜਾਵੇ, ਅਨੇਕਾਂ ਸਾਲ ਹੋ ਗਏ ਉਹਨਾਂ ਨੂੰ ਜੇਲ੍ਹਾਂ ਵਿੱਚ ਡੱਕਿਆਂ ਨੂੰ, ਅੱਜ ਤੱਕ ਕਿਸੇ ਨੂੰ ਪੈਰੋਲ ਨਹੀਂ ਮਿਲੀ, ਅੱਜ ਤੱਕ ਕਿਸੇ ਨੂੰ ਜ਼ਮਾਨਤ ਨਹੀਂ ਮਿਲੀ ਕਿ ਤੂੰ ਮਹੀਨੇ ਲਈ ਆਪਣੇ ਘਰ ਜਾਇਆ। ਚਾਹੇ ਕਿਸੇ ਦਾ ਬਜ਼ੁਰਗ ਮਾਂ ਪਿਓ ਗੁਜ਼ਰ ਜਾਵੇ, ਚਾਹੇ ਕਿਸੇ ਦਾ ਕੋਈ ਜੰਗ ਭੈਣ ਭਰਾ ਇਸ ਦੁਨੀਆ ਨੂੰ ਅਲਵਿਦਾ ਆਖ ਜਾਵੇ, ਤਾਂ ਵੀ ਨਹੀਂ ਮਿਲਦੀ। ਲੇਕਿਨ ਜੋ ਝੂਠਾ ਸਾਧ, ਜੋ ਸਿਰਸੇ ਵਾਲਾ ਰਾਮ ਰਹੀਮ, ਉਹਨੂੰ ਤੁਸੀਂ ਭਲੀ ਭਾਂਤ ਜਾਣਦੇ ਹੋ। ਪਹਿਲਾਂ 21 ਦਿਨਾਂ ਦੀ ਪੈਰੋਲ ਦਿੱਤੀ ਸੀ, ਆ ਪਿੱਛੇ ਜੇ ਹੁਣ ਮਹੀਨੇ ਦੀ ਪੈਰੋਲ ਦੇ ਦਿੱਤੀ। ਉਹਦੇ ਬਾਰੇ ਗੱਲਬਾਤ ਕਰਾਂਗੇ। ਜੋ ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਨੇ 5 ਨਵੇਂ ਮੰਤਰੀ ਬਣਾਏ ਨੇ, ਉਹਨਾਂ ਬਾਰੇ ਗੱਲਬਾਤ ਕਰਾਂਗੇ ਕਿ ਇਸ ਸਰਕਾਰ ਦੇ ਵਿੱਚ ਬੜੇ ਮੰਤਰੀ ਆਪੋ ਆਪਣੇ ਮਹਿਕਮਿਆਂ ਵਿੱਚ ਆਪੋ ਆਪਣੇ ਜੋ ਉਹਨਾਂ ਨੂੰ ਵਿਭਾਗ ਮਿਲੇ ਨੇ ਬਖੂਬੀ ਉਹ ਆਪਣਾ ਨਿਭਾ ਸਕਣ ਕਾਰਜ। ਸੋ ਗੱਲਬਾਤ ਕਰਾਂਗੇ ਪੰਜਾਬ ਦੇ ਵਿੱਚ ਗੈਂਗਵਾਰ ਦੀ, ਗੱਲਬਾਤ ਕਰਾਂਗੇ ਪੰਜਾਬ ਦੇ ਵਿੱਚ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਨੇ SIT ਬਣਾਈ ਸੀ ਜੋ ਬਰਗਾੜੀ ਦੀ ਬੇਅਦਬੀ ਕਾਂਡ ਬਾਰੇ, ਲੇਕਿਨ ਉਹਨਾਂ ਨੇ ਉਹਦੇ ਵਿੱਚ ਕੱਲਾ ਸਿਰਸਾ ਸਾਹਿਬ ਜਾਂ ਉਹਦੇ ਚੇਲਿਆਂ ਨੂੰ ਹੀ ਦੋਸ਼ੀ ਠਹਿਰਾਇਆ। ਉਹਦੇ ਬਾਰੇ ਗੱਲਬਾਤ ਕਰਾਂਗੇ ਕਿ ਬਾਕੀ ਜੋ ਪਹਿਲਾਂ ਇੰਨੇ ਚਿਰ ਦਾ ਰੌਲਾ ਪੈਂਦਾ ਸੀ ਉਹ ਕਲੀਨ ਚਿੱਟ ਹੋ ਗਏ, ਕਿਉਂ ਹੋ ਗਏ, ਇਹਦੇ ਬਾਰੇ ਵਿਚਾਰਾਂ ਦੀ ਸਾਂਝ ਪਾਵਾਂਗੇ। ਇਹ ਸਾਰੀਆਂ ਵਿਚਾਰਾਂ ਦੀ ਸਾਂਝ ਪਾਉਣ ਦੇ ਲਈ ਪੰਥ ਦੀਆਂ ਜਾਣੀਆਂ ਪਹਿਚਾਣੀਆਂ ਸ਼ਖਸੀਅਤਾਂ ਸਰਦਾਰ ਧਨਵੰਤ ਸਿੰਘ ਜੀ ਬਾੜਾ ਸਾਹਿਬ, ਸਰਦਾਰ ਸੁਖਮੰਦਰ ਸਿੰਘ ਜੀ ਬਰਾੜ ਸਾਹਿਬ, ਜੋ ਤਕਰੀਬਨ 3 ਸਾਲਾਂ ਬਾਅਦ ਅੱਜ ਸਾਡੇ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਨੇ, ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਸਰਦਾਰ ਜਸਵਿੰਦਰ ਸਿੰਘ ਜੀ ਕਾਲਾ ਗੁਰਦੁਆਰਾ ਬਾਬੇ ਕੇ। ਸੋ ਮੈਂ ਤਿੰਨਾਂ ਹੀ ਵੀਰਾਂ ਦਾ ਅੱਜ ਆਪਣੀ ਜ਼ਿੰਦਗੀ ਦੇ ਕੀਮਤੀ ਸਮਿਆਂ 'ਚੋਂ ਸਮਾਂ ਕੱਢ ਕੇ ਸਿੱਖ ਚੈਨਲ ਦੇ ਸਟੂਡੀਓ 'ਤੇ ਆਉਣ 'ਤੇ ਧੰਨਵਾਦ ਕਰਦਾ ਹੋਇਆ ਫਤਿਹ ਬੁਲਾਉਣਾ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾੜਾ ਸਾਹਿਬ, ਪਹਿਲਾਂ ਸਭ ਤੋਂ ਤੁਹਾਡੇ ਲਾਵਾਂਗਾ ਜੋ ਨਵੇਂ 5 ਮੰਤਰੀ ਹੋਰ ਸ਼ਾਮਲ ਕੀਤੇ ਤੇ ਮੰਤਰੀਆਂ ਦੀ ਗਿਣਤੀ ਵੱਧ ਕੇ 15 ਹੋ ਗਈ, 14 ਹੋ ਗਿਆ ਜੀ। ਹਾਂਜੀ, ਭਗਵੰਤ ਮਾਨ ਵੀ ਵਿੱਚ ਹੀ ਉਹ ਵੀ ਮੰਤਰੀ ਗਣ ਹੋਣਾ। ਹਾਂਜੀ ਠੀਕ। ਤੇ ਸੋ ਤੁਸੀਂ ਮਾੜਾ ਜਿਹਾ ਦੱਸੋ ਵੀ ਉਹ ਕਿਹਨੂੰ ਬਣਾਇਆ। ਪੈਸੇ ਤਾਂ ਆਪਣੇ ਨੂੰ ਸਾਰੀ ਸੂਝਵਾਨ ਹੈ ਫਿਰ ਵੀ। ਹਾਂਜੀ, ਪਹਿਲਾਂ ਤੇ ਆਪਣੀ ਸਮੂਹ ਟੀਮ ਵੱਲੋਂ, ਸਿੱਖ ਚੈਨਲ ਵੱਲੋਂ, ਦੂਰ ਦਰਾਡੇ ਬੈਠੇ ਸਾਰੇ ਹੀ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ ਅਤੇ ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਆਪ ਜੀ ਨੇ ਦੱਸਿਆ ਕਿ ਛੋਟੇ ਛੋਟੇ ਮੁੱਦੇ ਆਪਾਂ ਕਈ ਗੱਲਾਂ ਕਰਨੀਆਂ ਨੇ, ਕਿਉਂਕਿ ਵਿਚਾਰਾਂ ਦੀ ਸਾਂਝ ਕਰਨੀ ਆ। ਕਿ ਕਈ ਵਾਰੀ ਇਹ ਹੁੰਦਾ ਆ ਕਿ ਦਰਸ਼ਕ ਜਿਹੜੇ ਘਰ ਬੈਠੇ ਆ, ਜਿਹਨਾਂ ਕੋਲ YouTube ਖੋਲ੍ਹਣ ਦਾ ਜਾਂ ਸੋਸ਼ਲ ਜਿਹੜਾ ਮੀਡੀਆ ਆ ਉਹ ਦੇਖਣ ਦਾ ਨਹੀਂ ਸਮਾਂ ਮਿਲਦਾ, ਉਹਨਾਂ ਨਾਲ ਗੱਲਾਂ ਦੀ ਸਾਂਝ ਕਰਾਂਗੇ। ਕਿਉਂਕਿ ਮੁੱਦੇ ਹੋਰ ਵੀ ਆ, ਸਿਮਰਜੀਤ ਸਿੰਘ ਬੈਂਸ ਦਾ ਵੀ ਹੈਗਾ ਆ, ਹਾਂਜੀ ਉਹਦੇ ਭਰਾ ਦਾ ਵੀ ਹੋਏਗਾ। ਹਾਂਜੀ, ਸੋ ਮਤਲਬ ਇਸ ਤਰ੍ਹਾਂ ਕਈ ਹੈਗੇ ਆ। SP ਜਿਹੜਾ ਹੈ ਗੁਰਦਾਸਪੁਰ ਦਾ ਗੁਰਮੀਤ ਸਿੰਘ, ਉਹਦੇ 'ਤੇ
ਵੀ ਰੇਪ ਦਾ ਕੇਸ ਬਿਲਕੁਲ। ਚੱਲਿਆ, ਜਿਹਨੂੰ ਜਾ ਕੇ ਮੋਗੇ ਤੋਂ ਘੇਰਿਆ ਜੀ ਤੇ ਉਹਨੂੰ ਅਰੈਸਟ ਕੀਤਾ, ਕਿਉਂਕਿ ਸਾਲ ਪਹਿਲਾਂ ਦਾ ਉਹਦੇ ਤੇ ਸੀਗਾ, ਪਰ ਲੇਕਿਨ ਛਾਣਬੀਣ ਦੇ ਵਿੱਚ ਮਤਲਬ ਉਹ ਤੇ ਵੀ ਕੇਸ ਬਣਿਆ। ਸੋ ਗੱਲਾਂ ਕਰਾਂਗੇ ਸਾਰੀਆਂ। ਜਿਹੜਾ ਆਪ ਜੀ ਨੇ ਪੁੱਛਿਆ ਕਿ ਵੀ 5 ਜਿਹੜੇ ਮੈਂਬਰ ਇਹਨਾਂ ਦੇ ਵਿੱਚ ਲੈ ਗਏ ਨੇ, ਹਾਂਜੀ, ਆਮ ਪਾਰਟੀ ਦੇ, ਇਹਨਾਂ ਦੇ ਵਿੱਚੋਂ ਜਿਸ ਤਰ੍ਹਾਂ ਪਹਿਲਾਂ ਅਮਨ ਅਰੋੜਾ ਇਹ ਮਤਲਬ ਆ, ਹਾਂਜੀ, ਦੂਸਰਾ ਇਹਨਾਂ ਦੇ ਵਿੱਚ ਇੰਦਰਜੀਤ ਸਿੰਘ ਆ ਮਤਲਬ ਜੀ, ਤੇ ਤੀਸਰਾ ਇਹਨਾਂ ਦੇ ਵਿੱਚ ਹੈਗਾ ਜੀ ਆਪਣਾ ਫੌਜਾ ਸਿੰਘ ਜੀ, ਹਾਂਜੀ, ਚੌਥੇ ਫਿਰ ਇਹਨਾਂ ਦੇ ਵਿੱਚ ਹੈਗਾ ਜੀ ਚੇਤਨ ਸਿੰਘ, ਹਾਂਜੀ, ਪੰਜਵੇਂ ਦੇ ਹੈਗੇ ਆ ਆਪਣੀ ਗਗਨ ਮਾਨ ਜੀ, ਅਨਮੋਲ ਗਗਨ ਮਾਨ ਜੀ। ਸੋ ਮਤਲਬ ਇਹਨਾਂ ਨੂੰ ਲੈਣ ਦੇ ਨਾਲ ਹੁਣ ਤੱਕ ਮਤਲਬ ਚਲੋ ਸੀਐਮ ਦੇ ਨਾਲ ਇਹ 14-15 ਜਣੇ ਹੋ ਗਏ ਨੇ, ਹੱਲੇ ਵੀ ਕੁਛ ਕਿਹਾ, ਕਿਉਂਕਿ ਇਸ ਦੇ ਵਿੱਚ ਮੈਂ ਤੇ ਨਾਂ ਵੀ ਲੈ ਦੇਵਾਂਗੇ ਜੇ ਮੇਰੇ ਖਿਆਲ ਕੇ ਕਹਿਣਾ ਕੋਈ ਅਤਕਥਨੀ ਨਹੀਂ ਹੋਵੇਗੀ। ਲੋਕ ਨਾਥ ਵਾਲੇ ਜਿਹੜੇ ਆ ਉਹਨਾਂ ਨੇ ਤਾਂ ਇਦਾਂ ਮੀਡੀਆ ਚੱਕਿਆ ਨਾ ਕਿ ਵੀ ਆਮ ਪਾਰਟੀ ਨੂੰ ਜਿੱਥੇ ਤੱਕ ਹੋ ਸਕੇ ਉਹ ਭੰਗ ਕਰਨੇ ਨੂੰ ਤਿਆਰ ਆ, ਹਾਂਜੀ, ਕਿਉਂਕਿ ਉਹਨਾਂ ਦੀ ਮਤਲਬ ਇਹੀ ਹੁੰਦਾ ਕਿ ਵੀ ਇਹਦੇ ਵਿੱਚ ਬਗਾਵਤ ਹੋ ਜਾਣੀ, ਜਿਨ੍ਹਾਂ ਨੂੰ ਜੌਬ ਨਹੀਂ ਮਿਲੀ, ਜਿਹੜੇ ਪੁਰਾਣੇ ਸੀਗੇ ਜਾਂ ਜਿਹੜੇ ਨਵੇਂ ਆ ਉਹਨਾਂ ਨੂੰ ਪਹਿਲਾਂ ਦੇਤੀ ਆ, ਪਰ ਲੇਕਿਨ ਭਗਵੰਤ ਮਾਨ ਉਹਨਾਂ ਨੇ ਪਹਿਲਾਂ ਵੀ ਕਿਹਾ ਸੀਗਾ, ਉਸ ਤੋਂ ਬਾਅਦ ਮਗਰੋਂ ਵੀ ਕਿਹਾ, ਤਾਂ ਹੁਣ ਵੀ ਕਿਹਾ ਉਹਨਾਂ ਨੇ ਕਿ ਯੋਗਤਾ ਦੇ ਹਿਸਾਬ ਨਾਲ ਐਂਡ ਸਾਰਿਆਂ ਨੂੰ, ਕਿਉਂਕਿ ਹੁਣ 91-92 ਜੇ ਹੋਣਗੇ ਉਹਨਾਂ ਸਾਰਿਆਂ ਨੂੰ ਤਾਂ ਮੰਤਰੀ ਬਣਾਇਆ ਨਹੀਂ ਜਾ ਸਕਦਾ, ਹਾਂਜੀ, ਉਹਨਾਂ ਦੇ ਵਿੱਚੋਂ ਜਿਹੜੇ ਜਿਸ ਤਰ੍ਹਾਂ ਦੇ ਵੀ ਹੋ ਗਏ, ਜਿਹੜੇ ਹੁਣ ਪੁਰਾਣੇ ਆ ਉਹਨਾਂ ਦੇ ਵਿੱਚੋਂ ਉਹਨਾਂ ਨੇ ਆਪ ਕਿਹਾ ਸੀ ਕਿ ਵੀ ਅਸੀਂ ਤਾਂ ਸੱਚੇ ਸਿਪਾਹੀ ਹੈਗੇ ਆ, ਜੁੜੇ ਹੋਏ ਆ, ਜਿਹੜੇ ਨਵੇਂ ਜੁੜੇ ਆ ਉਹਨਾਂ ਨੂੰ ਵਿੱਚ ਨਾਲ ਜੋੜਨ ਲਈ ਉਹਨਾਂ ਨੂੰ ਕੁਛ ਨਾ ਕੁਛ ਦਿੱਤਾ ਵੀ ਗਿਆ ਆ, ਉਹਨਾਂ ਦੀ ਯੋਗਤਾ ਦੇ ਹਿਸਾਬ ਨਾਲ, ਕੰਮ ਕਰਨ ਦੇ ਹਿਸਾਬ ਨਾਲ। ਸੋ ਮਤਲਬ ਉਹ ਵੀ ਕੋਈ ਹੈ ਨਹੀਂ ਕਿ ਵੀ ਇਹਦੇ ਵਿੱਚ ਆਪਾਂ ਰੁਕਾਵਟ ਪਾਈਏ ਜੀ, ਹਾਂਜੀ। ਸੋ ਮਤਲਬ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਹੁਣ ਇਹ ਚੀਜ਼ਾਂ ਕਿ ਹਲੇ ਤੱਕ ਨਿਊਜ਼ ਆਪਾਂ ਦੇਖਣੇ ਵੀ ਸਵੇਰ ਦੇ ਇੱਧਰ ਨੂੰ ਆਏ ਸੀ ਆਪਾਂ, ਪਰ ਲੇਕਿਨ ਮੈਨੂੰ ਹਲੇ ਪਤਾ ਨਹੀਂ ਲੱਗਾ ਆਪਾਂ ਨੂੰ ਕਿ ਵੀ ਬਰਾੜ ਤੁਹਾਨੂੰ ਪਤਾ ਲੱਗਾ ਹੋਊਗਾ ਤਾਂ ਵੀ ਕਿਹੜਾ ਡਿਪਾਰਟਮੈਂਟ ਕਿਹੜੇ ਇਹਨੂੰ ਦਿੱਤਾ, ਇਹਦੇ ਬਾਰੇ ਕੋਈ ਜਾਣਕਾਰੀ। ਹਾਂ, ਵੰਡ ਦਿੱਤੇ ਸਾਰੇ ਡਿਪਾਰਟਮੈਂਟ। ਜਿਹੜੀ ਮੈਨੂੰ ਇੱਕੋ ਦਾ ਚੇਤਾ, ਅਨਮੋਲ ਗਗਨ ਮਾਨ ਨੂੰ ਸੱਭਿਆਚਾਰ ਦਾ ਤੇ ਸੈਰ ਸਪਾਟਾ ਦਾ, ਚਲੋ ਕਿਉਂਕਿ ਉਹਦੀ ਲਾਈਨ ਹੀ ਇਹੀ ਹੈ ਵਿਰਸਾ, ਚਲੋ ਵੈਰੀ ਨਾਈਸ ਜੀ। ਸੋ ਮਤਲਬ ਇਹ ਗੱਲ ਇਹ ਠੀਕ ਹੈ। ਹੁਣ ਦੇਖਣਾ ਇਹ ਹੈ ਕਿ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿ ਵੀ ਜਿਹੜੀ ਲੱਚਰ ਗਾਇਕੀ ਆ ਉਸ ਨੂੰ ਨੱਥ ਪਾਈ ਜਾਂਦੀ ਹੈ, ਵਿਰਸੇ ਨੂੰ ਸਾਂਭਣ ਲਈ ਕੋਈ ਪੰਜਾਬੀ ਮਾਂ ਬੋਲੀ ਨੂੰ ਸਾਂਭਣ ਲਈ ਕੋਈ ਗੱਲ ਕਰਦੇ ਆ, ਇਹ ਚੀਜ਼ ਹੋਣੀ ਚਾਹੀਦੀ ਹੈ ਮਤਲਬ, ਹਾਂਜੀ। ਬਾਕੀ ਇਹ ਦੇਖੋ ਕਿ ਵੀ ਜਿਹੜੇ ਜਿੱਦਾਂ, ਕਿਉਂਕਿ ਹੁਣ ਜਿਹੜਾ ਇਹ ਆਪਣਾ ਸਿੰਗਲਾ ਜਿਹੜਾ ਹੈਲਥ ਮਿਨਿਸਟਰ ਸੀਗਾ ਜੀ, ਉਹ ਹਾਂ, ਹਾਂਜੀ, ਉਹਦੀ ਥਾਂ ਹੁਣ ਕਿਹਨੂੰ ਲੈਂਦੇ ਆ, ਮੇਰਾ ਖਿਆਲ ਕਿ ਜਿੱਥੇ ਇੰਦਰਜੀਤ ਡਾਕਟਰ ਇੰਦਰਜੀਤ ਸ਼ਾਇਦ ਇਹ ਉਹਨਾਂ ਦੀ ਜਗ੍ਹਾ ਲਏਗਾ, ਤੇ ਜਾਂ ਫਿਰ ਅਦਲਾ ਬਦਲੀ ਵਿੱਚੋਂ ਵੀ ਹੋ ਸਕਦੀ ਜੀ। ਸੋ ਇਸ ਤਰ੍ਹਾਂ ਤਾਂ ਹੈਗੇ ਆ। ਮੈਂ ਨਾਲ ਗੱਲ ਕਰਦੇ ਜਾਵਾਂ ਕਿ ਜਿਹੜੀ ਆਪਾਂ ਗੱਲ ਕਰਦੇ ਕਿ ਵੀ ਲੋਕਾਂ ਦੇ ਪ੍ਰਸ਼ਾਸਨ ਨੇ ਜਿਹੜਾ ਲੋਕਾਂ ਦੀ ਹੈਲਪ ਕਰਨ ਲਈ ਹੁੰਦੇ ਆ, ਜਾਨੀ ਲੋਕਾਂ ਤੋਂ ਆਪਾਂ ਲੋਕਾਂ ਨੇ ਉਹਨਾਂ ਤੋਂ ਡਿਮਾਂਡ ਕਰਨੀ ਹੁੰਦੀ ਕਿ ਆਪਾਂ ਕਿਸੇ ਤਰ੍ਹਾਂ ਬਚਾਓ ਕਰਨਾ ਹੋਵੇ ਕਿਸੇ ਚੀਜ਼ ਦਾ। ਗੁਰਮੀਤ ਸਿੰਘ ਜਿਹੜਾ ਜੀ ਐਸਪੀ ਸੀਗਾ, ਹਾਂਜੀ, ਜਿਹੜਾ ਗੁਰਦਾਸਪੁਰ ਏਰੀਏ ਦਾ ਸੀਗਾ, ਉਹਨੂੰ ਜਾ ਕੇ ਮੋਗੇ ਤੋਂ ਜੀ ਅਰੈਸਟ ਕੀਤਾ ਗਿਆ ਕਿ ਉਹ 'ਤੇ ਰੇਪ ਦਾ ਕੇਸ ਸੀਗਾ, ਹਾਂਜੀ। ਜਾਨੀ ਤੁਸੀਂ ਇਹ ਦੇਖੋਗੇ ਜਿਹੜਾ ਇੰਨਾ ਸਮਾਂ ਲੱਗਾ, ਉਹ ਸਮਾਂ ਉਹ ਇਹੀ ਦੇਖਦੇ ਸੀਗੇ ਕਿ ਵੀ ਇਹ ਸੱਚਾ ਹੋਵੇ ਤਾਂ ਕੀਤਾ ਜਾਵੇ, ਨਹੀਂ ਤਾਂ ਝੂਠਾ ਕਿਸੇ ਦੋਸ਼ ਲਾਣਾ ਵੀ ਚੰਗਾ ਨਹੀਂ, ਪਰ ਲੇਕਿਨ ਉਹ ਚੀਜ਼ ਸਿੱਧ ਹੋਈ ਆ। ਸੋ ਜੀ ਅਮਨ ਅਰੋੜੇ ਨੂੰ ਬਣਾਇਆ ਆ, ਤੁਸੀਂ ਪੜ੍ਹ ਲਓ, ਕੋਈ ਨਹੀਂ, ਆਪਾਂ ਅਗਲੀ ਗੱਲ 'ਚ ਕਰ ਲੈਂਦੇ ਹਾਂ, ਹਾਂਜੀ। ਸੋ ਮਤਲਬ ਨਹੀਂ ਆਪਾਂ ਮਗਰੋਂ ਕਰਦੇ ਗੱਲ, ਤੇ ਮਤਲਬ ਮੇਰੇ ਕਹਿਣ ਦਾ ਵੀ ਜਿਸ ਤਰ੍ਹਾਂ ਉਹਨਾਂ ਨੇ ਰੇਪ ਦਾ ਕੇਸ ਕੀਤਾ, ਸਿਮਰਨਜੀਤ ਤੇ ਬੈਂਸ ਤੇ ਰੇਪ ਦਾ ਕੇਸ ਕੀਤਾ, ਹਲੇ ਤੱਕ ਭਗੌੜਾ ਵੀ ਉਹ ਵੀ ਜੀ ਬਦਲੀ, ਹਲੇ ਤੱਕ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ, ਕਿਉਂਕਿ ਦੇਖਣਾ ਇਹ ਹੈ ਨਾ ਕਿ ਇੱਕ ਪਾਸੇ ਪ੍ਰਸ਼ਾਸਨ ਜਿਹੜਾ ਹੈਗਾ ਆ ਉਹਨਾਂ ਨੇ ਲੋਕਾਂ ਦਾ ਬਚਾਅ ਕਰਨਾ, ਤੇ ਦੂਸਰੇ ਪਾਸੇ ਜਿਹੜਾ ਹੈਗਾ ਮਿਨਿਸਟਰ ਜਾਂ ਐਮਐਲਏ ਵਿਧਾਇਕ ਪੁਰਾਣੇ ਸਾਬਕਾ, ਉਹਨਾਂ ਨੇ ਮਤਲਬ ਲੋਕਾਂ ਦੀ ਭਲਾਈ ਦਾ ਕੰਮ ਕਰਨਾ। ਦੋਨੋਂ ਰੇਪ ਕੇਸ ਦੇ ਵਿੱਚ ਮਤਲਬ ਹੋ ਰਿਹਾ ਹੈ ਮਤਲਬ ਜੀ। ਸੋ ਮਤਲਬ ਇਹ ਚੀਜ਼ਾਂ ਤੇ ਸਾਨੂੰ ਪੰਜਾਬ ਦੇ ਵਿੱਚ ਜਿਹੜੀ ਆ ਨੱਥ ਪਾਉਣ ਦੀ ਲੋੜ ਆ। ਇੱਕ ਵਾਰ ਮੈਂ ਨਾਲ ਗੱਲ ਕਰਦੇ ਜਾਵਾਂਗੇ, ਗੱਲ ਆਪਾਂ ਮਗਰੋਂ ਕਰਾਂਗੇ ਫਿਰ, ਕਿ ਜਿਹੜਾ ਅੱਜ ਕੱਲ੍ਹ ਮੁੰਡੇ ਬਹੁਤ ਚੱਕ ਕੇ ਹਨ ਜੀ, ਉਹਨਾਂ ਨੂੰ ਮਤਲਬ ਵੇਚਿਆ ਜਾ ਰਿਹਾ ਜੀ, ਹਾਂਜੀ, ਇਹ ਮਤਲਬ ਉਹਨਾਂ ਨੂੰ ਮਾਰਿਆ ਜਾ ਰਿਹਾ ਆ। ਇਹ ਤੋਂ ਮਤਲਬ ਬਚਾਅ ਕਰਨ ਲਈ ਮਤਲਬ ਸਾਰੇ ਹੀ ਲੋਕਾਂ ਨੂੰ ਆਪਣੇ ਪੰਜਾਬ ਇੰਡੀਆ 'ਚ, ਨੋਟ ਪੰਜਾਬ 'ਚ, ਇੰਡੀਆ 'ਚ ਰਹਿੰਦਿਆਂ ਨੂੰ ਸਾਰਿਆਂ ਨੂੰ ਉਹਨਾਂ ਨੂੰ ਆਪਣਾ ਅਵੇਅਰ ਕਰਨਾ ਚਾਹੀਦਾ ਕਿ ਵੀ ਇਹਨਾਂ ਚੀਜ਼ਾਂ ਤੋਂ ਬਚੇ ਹੋਣ। ਬਾਕੀ ਆਪਾਂ ਗੱਲਾਂ ਕਰ ਲਈਏ। ਜਿਹੜੀ ਬਾੜਾ ਸਾਹਿਬ ਤੁਸੀਂ ਐਂਡ ਤੇ ਗੱਲ ਕੀਤੀ ਕਿ ਜਿਹੜੇ ਨੌਜਵਾਨਾਂ ਨੂੰ ਜਾਂ ਛੋਟੇ ਬੱਚਿਆਂ ਨੂੰ ਹਾਂਜੀ ਚੱਕ ਕੇ ਉਹਨਾਂ ਨੂੰ ਪੰਜਾਬ 'ਚੋਂ ਚੱਕ ਕੇ ਬਾਹਰਲੇ ਸੂਬਿਆਂ 'ਚ ਵੇਚਿਆ ਜਾਂਦਾ ਜੀ, ਜਿਹੜਾ ਨੂੰ ਬਾਹਰਲੇ ਸੂਬਿਆਂ 'ਚ ਚੱਕਿਆ ਜਾਂਦਾ ਉਹਨਾਂ ਨੂੰ ਪੰਜਾਬ ਵਿੱਚ ਵੇਚਿਆ ਜਾਂਦਾ। ਕਈ ਤਾਂ ਲੋੜਵੰਦ ਲੈਂਦੇ ਜਿਨ੍ਹਾਂ ਦੇ ਕੁਦਰਤੀ ਔਲਾਦ ਨਹੀਂ ਹੁੰਦੀ, ਹਾਂਜੀ, ਜਾਂ
ਕਈਆਂ ਨੂੰ ਲੋੜ ਹੁੰਦੀ ਕਿ ਉਹਨਾਂ ਦੇ ਧੀ ਪੁੱਤ ਬਾਹਰ ਗਏ ਹੁੰਦੇ ਆ। ਕਿੰਨੇ ਬਜ਼ੁਰਗ ਪੰਜਾਬ ਦੀ ਧਰਤੀ ਤੇ ਬੈਠੇ ਜਿਨ੍ਹਾਂ ਦੇ ਕੋਲ ਵੱਡੀਆਂ ਕੋਠੀਆਂ, ਲੇਕਿਨ ਉਹ ਦੋ ਜਾਣੇ ਕੋਠੀ 'ਚ ਰਹਿੰਦੇ ਆ। ਉਹ ਵੀ ਉਹ ਲਾਲਚ ਬਸ ਹੋ ਕੇ ਕਿ ਇਹ ਸਾਡਾ ਬੱਚਾ ਹੋਊਗਾ, ਸਾਡੀ ਲੁੱਕ ਆਊਟ ਕਰੂਗਾ, ਲੇਕਿਨ ਜਿਹੜਾ ਕੀ ਪਤਾ ਉਹ ਕਿਹਦਾ ਨਿਆਣਾ। ਨਹੀਂ ਕੁਝ ਮੈਂ ਤੁਹਾਡੇ ਨਾਲ ਗੱਲ ਟੁੱਟਦਾ, ਜਿਹੜੇ ਅੰਗ ਵੇਚਣ ਲਈ ਨਾ ਜੀ, ਨਹੀਂ ਅੰਗ ਵੀ ਵੇਚਣ ਦੇ, ਇਦਾਂ ਬੱਚੇ ਵੀ ਵੇਚਣ ਦਾ ਹੁਣ ਦੁਆਰੇ ਕੰਮ ਸ਼ੁਰੂ ਹੋਇਆ। ਇਹ ਅੱਜ ਤੋਂ ਕਾਫੀ ਸਾਲ ਪਹਿਲਾਂ ਇਹ ਗੱਲ ਕਾਲੇ ਪਾਸੇ ਸੀ, ਲੇਕਿਨ ਚਲੋ ਕੋਈ ਨਹੀਂ, ਆਪਾਂ ਗੱਲਾਂ 'ਚ ਹੀ ਗੱਲਾਂ ਕਰੀ ਜਾਣੀਆਂ। ਬਰਾੜ ਸਾਹਿਬ, ਦੂਸਰੀ ਗੱਲ, ਕਿਉਂਕਿ ਇਹ ਜਿਹੜੀ ਗੱਲ ਸੀ ਤਾਂ ਮਿਨਿਸਟਰਾਂ ਦੀ ਗੱਲ ਹੋ ਗਈ, ਦੂਸਰੀ ਆਪਾਂ ਗੱਲ ਕਰਦੇ ਹਾਂ ਕਿ ਅੱਜ ਤੱਕ ਬੰਦੀ ਸਿੰਘਾਂ ਨੂੰ, ਕਿਉਂਕਿ ਤੁਸੀਂ ਅਨੇਕਾਂ ਕਿਤਾਬਾਂ ਲਿਖੀਆਂ, ਅੱਜ ਤੱਕ ਬੰਦੀ ਸਿੰਘਾਂ ਨੂੰ ਕਦੀ ਕਿਸੇ ਨੂੰ ਜ਼ਮਾਨਤ ਨਹੀਂ ਮਿਲੀ, ਕਦੀ ਨਹੀਂ ਮਿਲਿਆ ਕਿ ਤੈਨੂੰ 10 ਸਾਲ ਹੋ ਗਏ ਜੇਲ੍ਹ 'ਚ ਆਏ ਨੂੰ, ਤੈਨੂੰ 20 ਹੋ ਗਏ, ਕਈਆਂ ਨੂੰ ਵਿਚਾਰਿਆਂ ਨੂੰ 40 ਸਾਲ ਹੋ ਗਏ ਜੇਲ੍ਹਾਂ 'ਚ ਬੈਠਿਆਂ ਨੂੰ। ਉਹ ਜੰਗ ਉਮਰ 'ਚ ਫੜੇ ਸੀ, ਹੁਣ ਬਜ਼ੁਰਗ ਹੋ ਗਏ। ਹੁਣ ਮੈਂ ਇੱਦਾਂ ਤਾਂ ਕਹਿਣ ਲੱਗਾ ਤੁਹਾਡੇ ਵਾਂਗੂ, ਲੇਕਿਨ ਉਹਨਾਂ ਨੂੰ ਕਿਸੇ ਨੂੰ ਪਰੋਲ ਨਹੀਂ ਮਿਲੀ। ਆ ਝੂਠੇ ਸਾਧ ਨੂੰ ਆ 2-3 ਸਾਲ ਹੋਏ ਫੜਿਆ ਨੂੰ, ਆ ਦੂਜੀ ਵਾਰੀ ਬਾਹਰ ਆ ਗਿਆ। ਇਹ ਸਰਕਾਰਾਂ ਕਿਉਂ ਇਦਾਂ ਕਰਦੀਆਂ? ਕਿਉਂ ਆਪਣਾ ਸਿੱਖਾਂ ਨਾਲ ਹਮੇਸ਼ਾ ਵਿਤਕਰਾ ਕੀਤਾ ਜਾਂਦਾ? ਹਾਂਜੀ, ਸਭ ਤੋਂ ਪਹਿਲਾਂ ਸਮੂਹ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਜਿਹੜਾ ਸਵਾਲ ਹੈ ਨਾ, ਬਹੁਤ ਅਹਿਮੀਅਤ ਰੱਖਦਾ। ਕਾਰਨ ਇਹ ਹੈ ਕਿ ਭਾਰਤ ਦੀ ਧਰਤੀ ਦੇ ਉੱਤੇ 1947 ਤੋਂ ਬਾਅਦ ਕੋਈ ਇੱਕ ਕਾਨੂੰਨ ਨਹੀਂ ਹੈ। ਬਿਲਕੁਲ। ਜਿਹੜੀ ਜੁਡੀਸ਼ੀਅਰ ਆ ਉਹ ਫਰੀ ਨਹੀਂ ਹੈ, ਉਹਦੇ ਉੱਤੇ ਸੈਂਟਰ ਗਵਰਨਮੈਂਟ ਦਾ ਕੁੰਡਾ ਹੈ। ਤੇ ਸੈਂਟਰ ਗਵਰਨਮੈਂਟ ਜਿਹੜੀ ਹੈ ਉਹ ਅਮਰੀਕਾ ਵਾਂਗੂ ਨਹੀਂ ਕਿ ਉਹ ਅਮਰੀਕਾ ਦੀ ਜਿਹੜੀ ਜੁਡੀਸ਼ੀਅਰੀ ਹੈ ਉਹ ਫਰੀ ਹੈਗੀ ਆ, ਪਰ ਇੱਥੇ ਜਿਹੜੀ ਸਿਲੈਕਸ਼ਨ ਹੈ, ਜਿਹੜੀ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਜਿਹੜੇ ਜੱਜ ਚੁਣੇ ਜਾਂਦੇ ਹਨ ਨਾ, ਮੋਸਟਲੀ ਉਹਨਾਂ ਵਿੱਚ ਸੈਂਟਰ ਗਵਰਨਮੈਂਟ ਦਾ ਹੱਥ ਹੁੰਦਾ, ਉਹ ਹੀ ਉਹਨਾਂ ਨੂੰ ਸਿਲੈਕਟ ਕਰਦੇ। ਜਿੱਦਾਂ ਆਪਣੇ ਅਕਾਲ ਤਖਤ ਦੇ ਜਥੇਦਾਰ ਦੀ ਨਿਯੁਕਤੀ ਆਪਣੀ ਸੰਗਤ ਵੱਲੋਂ ਨਹੀਂ ਹੁੰਦੀ, ਇਸ ਤਰ੍ਹਾਂ ਉਹਨਾਂ ਦੀ ਨਿਯੁਕਤੀ ਬਹੁਤੀ ਉੱਥੋਂ ਹੀ ਹੁੰਦੀ ਆ। ਤੇ ਜਿਹੜੇ ਉੱਥੇ ਜੱਜ ਵੀ ਚੁਣੇ ਜਾਂਦੇ ਹੈਗੇ ਆ, ਉਹ ਇਸ ਤਰ੍ਹਾਂ ਚੁਣੇ ਜਾਂਦੇ ਹੈ, ਉਹ ਪ੍ਰਾਇੋਰਟੀ ਦੇ ਹਿਸਾਬ ਨਾਲ ਨਹੀਂ, ਜਿਹੜੇ ਜ਼ਿਆਦਾ ਚਾਪਲੂਸੀ ਕਰਦੇ ਆ, ਜਿਹੜੇ ਸੱਚ ਤੋਂ ਦੂਰ ਰਹਿੰਦੇ ਆ। ਇਹੀ ਕਾਰਨ ਹੈ ਕਿ ਜਿਹੜੇ ਉੱਥੇ ਕਾਨੂੰਨ 2 ਚੱਲ ਰਹੇ ਹਨ। ਜਿਹੜਾ ਬੰਦਾ ਸਰਕਾਰ ਦੀ ਸਪੋਰਟ ਕਰਦਾ ਹੈ, ਹਾਂਜੀ, ਉਸ ਦੇ ਉੱਤੇ ਹੋਰ ਧਾਰਾ ਲਾਈ ਜਾਂਦੀ ਹੈ, ਤੇ ਜਿਹੜਾ ਸਰਕਾਰ ਦੇ ਲਈ ਜਿਹੜੇ ਚੈਲੰਜ ਕਰਦੇ ਆ, ਆਪਣੇ ਹੱਕਾਂ ਦੀ ਮੰਗ ਰਹੇ ਆ, ਹੱਕ ਮੰਗਦੇ ਆ, ਹਾਂਜੀ, ਤਾਂ ਉਹਨਾਂ ਦੇ ਮੂੰਹ ਬੰਦ ਕਰਨ ਲਈ ਜਿਹੜੀ ਕਾਨੂੰਨ ਦੀ ਧਾਰਾ ਹੋਰ ਲਾਈ ਜਾਂਦੀ ਹੈ। ਇਹੀ ਕਾਰਨ ਹੈ ਕਿ ਜਿਹੜੀ ਸੌਦਾ ਸਾਧ ਨੂੰ ਤੁਸੀਂ ਗੱਲ ਕੀਤੀ ਹੈ, ਉਹਨੂੰ 2 ਵਾਰੀ ਪੈਰੋਲ ਮਿਲ ਗਈ ਆ, ਦੂਜੀ ਵਾਰੀ ਮਿਲੀ ਹੁਣ। ਤੇ ਦੂਸਰਿਆਂ ਨੂੰ ਜਿਹੜੇ ਸਾਡੇ 38 ਸਾਲ ਤੋਂ ਸਿੰਘ ਵਿਚਾਰੇ ਅੰਦਰ ਹੈ, ਜਿਹੜੇ ਫੌਜੀ ਧਰਮੀ ਫੌਜੀ ਆ ਵਿਚਾਰੇ, ਜਿਹੜੇ ਸਰਦਾਰ ਬਾਦਲ ਸਾਹਿਬ ਦੇ ਕਹਿਣ ਦੇ ਉੱਤੇ ਆਪਣੀਆਂ ਵੈਰਕਾਂ ਛੱਡ ਕੇ ਆਏ ਸੀ, ਉਹਨਾਂ ਦੀ ਵੀ ਕਿਸੇ ਨੇ ਬਾਤ ਨਹੀਂ ਸੁਣੀ। ਸਾਡੇ ਕਾਲੀ ਰਾਜ ਵੀ ਆਏ 2 ਵਾਰੀ, ਹਨ 3 ਵਾਰੀ ਆਏ ਇੰਨੇ ਦੌਰਾਨ ਦੇ ਵਿੱਚ, ਕਾਂਗਰਸੀ ਰਾਜ ਵੀ ਆਏ, ਉਹਨਾਂ ਨੇ ਵੀ ਇਸ ਗੱਲ ਦੇ ਉੱਤੇ ਕੋਈ ਆਪਣੇ ਸ਼ੁਭ ਵਿਚਾਰ ਨਹੀਂ ਪੇਸ਼ ਕੀਤੇ। ਹਾਲਾਂਕਿ ਚਾਹੀਦਾ ਉਹਨਾਂ ਨੂੰ ਇਹ ਸੀਗਾ ਕਿ ਜਿਹੜੇ ਧਰਮੀ ਬੰਦੇ ਹਨ ਉਹਨਾਂ ਸਾਰਿਆਂ ਨੂੰ ਹੁਣ ਤਾਈਂ ਜੇਲ੍ਹਾਂ ਦੇ ਵਿੱਚੋਂ ਫਰੀ ਕਰਵਾਉਣ ਦਾ ਮੁੱਦਾ ਚੁੱਕਣਾ ਚਾਹੀਦਾ ਸੀ। ਪਰ ਜਿਸ ਤਰ੍ਹਾਂ ਮੈਂ ਗੱਲ ਕੀਤੀ ਹੈਗੀ ਆ ਸੁਪਰੀਮ ਕੋਰਟ ਤੇ ਹਾਈ ਕੋਰਟ ਦੀ, ਇਸੇ ਤਰ੍ਹਾਂ ਹੀ ਜਿਹੜੀਆਂ ਸਰਕਾਰਾਂ ਵੀ ਬਣਦੀਆਂ ਹਨ, ਹਨਾ, ਜਿਹੜਾ ਉਹਨਾਂ ਦਾ ਸੀਐਮ ਬਣਦਾ ਹੈ, ਉਹਦੇ ਉੱਤੇ ਵੀ ਜਿਹੜਾ ਸੈਂਟਰ ਦਾ ਕੁੰਡਾ ਹੁੰਦਾ ਹੈ। ਜਿਹੜਾ ਇਨਸਾਨ ਹਨ ਇਹਨਾਂ ਦੀ ਗੱਲ ਨਹੀਂ ਮੰਨਦਾ, ਹਨਾ, ਉਸ ਨੂੰ ਸੀਐਮ ਦੇ ਤੋਂ ਪਾਸੇ ਕਰ ਦਿੱਤਾ ਜਾਂਦਾ ਹੈ, ਜਾਂ ਉੱਥੇ ਰਾਸ਼ਟਰਪਤੀ ਕਾਨੂੰਨ ਲਾਗੂ ਕਰ ਦਿੱਤਾ ਜਾਂਦਾ ਹੈ। ਹੁਣ ਮੈਂ ਅੱਜ ਦੇ ਇਲੈਕਸ਼ਨ ਦੀ ਗੱਲ ਕਰਦਾ, ਸੰਗਰੂਰ ਦੇ ਇਲੈਕਸ਼ਨ ਦੀ। ਸੁਬਰਾਮਨੀਅਮ ਨੇ ਜਦੋਂ ਦੂਸਰੀ ਵਾਰੀ 1999 ਵਿੱਚ ਸਿਮਰਜੀਤ ਸਿੰਘ ਮਾਨ ਬਣੇ, ਹਾਂਜੀ, MP ਬਣੇ, ਇਹਨਾਂ ਨੂੰ ਵੀ ਆਫਰ ਆਈ ਸੀ ਵੀ ਤੁਸੀਂ ਸੀਐਮ ਬਣੋ। ਉਹਨਾਂ ਦਾ ਇੱਕੋ ਹੀ ਜਵਾਬ ਸੀ ਕਿ ਮੈਂ ਸੈਂਟਰ ਦੇ ਕੁੰਡੇ ਦੇ ਥੱਲੇ ਚੱਲਣ ਵਾਲਾ ਨਹੀਂ, ਮੈਂ ਆਪਣੇ ਸਿੱਖ ਰਾਜ ਦੇ ਥੱਲੇ ਚੱਲਣ ਵਾਲਾ ਬੰਦਾ, ਇਸ ਕਰਕੇ ਮੈਨੂੰ ਸੀਐਮ ਦੀ ਬਣਨ ਦੀ ਜ਼ਰੂਰਤ ਨਹੀਂ, ਮੈਂ ਇੱਕ MP ਠੀਕ ਹੈ। ਹਾਂਜੀ, ਸੋ ਜਿੰਨਾ ਚਿਰ ਤੱਕ ਜਿਹੜੀਆਂ ਸਾਡੀਆਂ ਸਰਕਾਰਾਂ, ਚਾਹੇ ਆਪਣੀ BJP ਆ, ਨਵੇਂ ਆਏ ਆਪਣੇ ਆਪ ਵਾਲੇ ਆਏ ਆ, ਜਿੰਨਾ ਚਿਰ ਇਹ ਉਹਨਾਂ ਦੀ ਰਿਹਾਈ ਨਹੀਂ ਕਰਾਉਂਦੇ, ਇਹ ਵੀ ਨਿਊਟਰਲ ਨਹੀਂ ਰਹਿਣਗੇ, ਇਹ ਪੁਰਾਣੀਆਂ ਪਾਰਟੀਆਂ ਵਾਂਗ ਉਸੇ ਤਰ੍ਹਾਂ ਹੀ ਬਦਨਾਮ ਹੋਣਗੇ। ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਵੀ ਉਹੀ ਹਸ਼ਰ ਹੋਊਗਾ ਜਿਹੜਾ ਪੁਰਾਣੀਆਂ ਪਾਰਟੀਆਂ ਦਾ ਹੋਇਆ। ਬਿਲਕੁਲ। ਕਾਲੇਪਾ,
ਕਿਉਂਕਿ ਆਪਾਂ ਗੱਲ ਕਰਦੇ ਆ ਇਹ ਮੁੱਦੇ ਦੇ ਨਾਲ ਇੱਕ ਮੁੱਦੇ ਇਹ ਨਾਲ ਦੀ ਗੱਲ ਜੀ ਕਿ ਹਰਿਆਣੇ 'ਚ ਇੱਕ ਹੋਰ ਬਾਬਾ ਫੜਿਆ ਸੀ ਰਾਮਪਾਲ ਹਾਂ, ਉਹ ਅੱਜ ਦੀ ਡੇਟ 'ਚ ਬਾਹਰ ਆ ਕਿ ਉਦੋਂ ਇੰਨਾ ਖਰਚਾ ਕੀਤਾ ਗਵਰਨਮੈਂਟ ਨੇ, ਕੇਂਦਰ ਦੀ ਗਵਰਨਮੈਂਟ ਨੇ ਤਾਂ ਹਰਿਆਣੇ ਦੀ ਗਵਰਨਮੈਂਟ ਨੇ ਉਹਨੂੰ ਫੜਨ ਲਈ ਜਦੋਜਹਿਦ ਕਿੰਨੀ ਕਰਨੀ ਪਈ। ਉਹ ਕਿਹੜੇ ਬੇਸ ਤੇ ਬਾਹਰ ਆ ਗਿਆ, ਆਪਣੇ ਡੇਰਾ ਮੁੜ ਕੇ ਚਲਾ ਰਿਹਾ, ਕੋਈ ਕਿਸੇ ਨੇ ਗੱਲ ਨਹੀਂ ਕੀਤੀ। ਲੇਕਿਨ ਆਪਾਂ ਉਦੋਂ ਪਹਿਲਾਂ ਮੈਂ ਇਸ ਪਾਸੇ ਜਾਵਾਂ, ਆਪਾਂ ਗੱਲ ਕਰਦੇ ਆ ਸੌਦੇ ਸਾਧ ਦੀ, ਰਾਮ ਰਹੀਮ ਦੀ। ਰਾਮ ਰਹੀਮ ਦੇ ਨਾਲ ਕੁੜੀ ਫੜੀ ਸੀ ਹਨੀਪ੍ਰੀਤ। ਇੱਕ ਗੱਲ ਮੈਂ ਰਾਮੇਵਾਲ ਸਾਹਿਬ ਨੇ ਕਹਿਣ ਦੇ ਚੇਤਾ ਭੁੱਲ ਗਿਆ। ਹਾਂਜੀ, ਜਿਹੜੀ ਸਰਕਾਰ ਦੀ ਦੂਸਰੇ ਜਿਹੜਾ 2 ਕਾਨੂੰਨ ਕਿਸ ਤਰ੍ਹਾਂ ਹੈ, ਜਿਹੜਾ ਬੰਦਾ ਦਿੱਲੀ ਦੇ ਦੰਗਿਆਂ ਵੇਲੇ, ਜੇ ਦੰਗੇ ਨਹੀਂ ਕਹਿ ਸਕਦੇ, ਦਿੱਲੀ ਦੀ ਨਸ਼ਨਕੂਸ਼ੀ ਵੇਲੇ ਹਿੱਕ ਥਾਪੜ ਕੇ ਕਹਿ ਰਿਹਾ ਸੀ ਕਿ ਮੈਂ ਇੰਨੇ ਸਿੱਖ ਮਾਰੇ ਹਨ, ਹਾਂਜੀ, ਉਹਨੂੰ 4-5 ਸਾਲ ਬਾਅਦ ਹੀ ਰਿਹਾ ਕਰ ਦਿੱਤਾ ਜਾਂਦਾ ਹੈ। ਤੇ ਜਿਹੜੇ ਸਾਡੇ ਬੇਕਸੂਰ ਸਿੱਖ ਹੈਗੇ ਬੈਠੇ, ਉਹਨਾਂ ਦੀ ਹਾਲਤ ਤੇ ਕੋਈ ਬਾਤ ਨਹੀਂ ਪੁੱਛੀ ਜਾਂਦੀ। ਥੈਂਕ ਯੂ ਚਲੋ ਇਹ ਕਾਲੇ ਰਾਮ ਰਹੀਮ ਨੂੰ ਵੀ ਜਮਾਨਤ ਦੂਜੀ ਵਾਰੀ ਮਿਲ ਗਈ। ਜਿਹੜੀ ਉਹਦੀ ਹਨੀਪ੍ਰੀਤ ਆ, ਉਹ ਕਿਹੜੀ ਜੇਲ੍ਹ 'ਚ ਆ, ਕਿੱਥੇ ਆ, ਕੀ ਕਰਦੀ ਆ, ਉਹਦੇ ਬਾਰੇ ਕਦੀ ਮੀਡੀਆ 'ਤੇ ਨਹੀਂ ਆਇਆ ਕੁਛ। ਹਾਲਾਂਕਿ ਦੋਸ਼ੀ ਉਹ ਜੀ ਸਭ ਤੋਂ ਜ਼ਿਆਦਾ ਦੋਸ਼ੀ ਉਹ ਸੀ। ਈਵਨ ਚਲੋ ਇਹ ਨਹੀਂ ਮੈਂ ਕਹਿੰਦਾ ਬਾਬੇ ਨੂੰ ਆਪਾਂ ਕਲੀਨ ਚੜ ਦੇਤੀ, ਲੇਕਿਨ ਦੋਸ਼ੀ ਉਹ ਸੀ। ਉਹਦੇ ਬਾਰੇ ਇਹ ਸਰਕਾਰਾਂ ਇੱਕ ਲੋਕਾਂ ਨੂੰ ਭੰਬਲ ਭੂਸੇ ਨਹੀਂ ਪਾਉਂਦੀਆਂ। ਹਾਂਜੀ ਜੀ ਰਾਮੇਵਾਲ ਸਾਹਿਬ, ਇਹ ਆਪਾਂ ਬਹੁਤ ਵਾਰੀ ਇਦਾਂ ਦੇ ਪ੍ਰੋਗਰਾਮ ਆਪਾਂ ਕੀਤੇ ਆ ਪਹਿਲਾਂ ਵੀ, ਬਿਲਕੁਲ ਹੁਣ ਵੀ ਕਰਦੇ ਆ। ਜਿਸ ਤਰ੍ਹਾਂ ਬਰਾੜ ਸਾਹਿਬ ਨੇ ਦੱਸਿਆ ਕਿ ਉਥੇ ਸੁਪਰੀਮ ਕੋਰਟ ਦੇ ਵਿੱਚ ਵੀ ਜੱਜ ਜਿਹੜੇ ਹੈਗੇ ਆ ਉਹ ਲਾਏ ਜਾਂਦੇ ਆ। ਮੈਨੂੰ ਨਾਂ ਨਹੀਂ ਯਾਦ ਕਿ ਜਿਹਨੇ ਬਾਬਰੀ ਮਸਜਿਦ ਦਾ ਜਿਹਦੇ ਕੋਲ ਐਲਾਨ ਕਰਾਇਆ ਗਿਆ ਵੀ ਉਹ ਢਾਈ ਜਾਵੇ, ਉਹਨੂੰ ਮੁੜ ਕੇ ਉਹ ਮੈਂ ਇੱਕ ਜਿਹੜੇ ਮੈਂ ਉਹ ਪਹਿਲਾਂ ਕਹਿਣ ਲੱਗਿਆ ਸੀਗਾ, ਜਿਹੜਾ ਬਾਬਰੀ ਮਸਜਿਦ ਦਾ ਜਿਹੜਾ ਸੁਪਰੀਮ ਕੋਰਟ ਦਾ ਜੱਜ ਸੀ, ਜਦੋਂ ਉਹਨੂੰ ਪਹਿਲਾਂ ਕਿਹਾ ਕਿ ਇਹ ਬਾਬਰੀ ਮਸਜਿਦ ਢਾਉਣ ਦਾ ਤੂੰ ਆਰਡਰ ਦੇ ਦੇ, ਹਾਂ, ਉਹ ਕਹਿੰਦਾ ਜੀ ਮੈਂ ਨਹੀਂ ਦੇ ਸਕਦਾ, ਇਹ ਗਲਤ ਆ। ਹਾਂ, ਤੋਂ ਇੱਕੋ ਹੀ ਧਮਕੀ ਮਿਲੀ ਸਰਕਾਰ ਵੱਲੋਂ, ਕੇਂਦਰ ਸਰਕਾਰ ਇੱਕੋ ਹੀ ਧਮਕੀ ਮਿਲੀ, ਨਾਲ ਹੀ ਕੁਰਸੀ ਦੀ ਪੇਸ਼ਕਸ਼ ਹੋ ਗਈ, ਨਾਲ ਹੀ ਤੈਨੂੰ ਧਮਕੀ ਮਿਲ ਗਈ, ਭਾਈ ਤੇ ਅਸੀਂ ਈਡੀ ਦੀ ਰੇਟ ਪਵਾ ਦਿੰਦੇ ਆ, ਤੇਰੇ ਕੋ ਜਿਹੜੀ ਤੇਰੀ ਜਿੰਨੀ ਤਨਖਾਹ ਆ ਉਦੋਂ ਕਿਤੇ ਜ਼ਿਆਦਾ ਤੇਰੇ ਕੋ ਪ੍ਰਾਪਰਟੀ ਆ। ਉਹਨੇ ਆਰਡਰ ਦੇ ਦਿੱਤਾ। ਹਾਂਜੀ, ਉਹਨੇ ਆਰਡਰ ਦੇ ਦਿੱਤਾ ਤੇ ਉਹਨੂੰ ਉਹ ਲੈ ਗਏ ਆਪਣੀ ਰਾਜ ਸਭਾ 'ਚ। ਬਿਲਕੁਲ ਪਹਿਲੀ ਮਤਲਬ ਇਹ ਹੁਣ ਵਾਲੀਆਂ ਸਰਕਾਰਾਂ ਨਹੀਂ, ਇਹ ਨਹੀਂ ਕਿ ਮੋਦੀ ਸਰਕਾਰ ਕਰ, ਪਹਿਲਾਂ ਤੋਂ ਹੋ ਰਿਹਾ ਇਹ ਪਹਿਲਾਂ ਤੋਂ ਹੀ ਚੱਲਿਆ ਆ ਰਿਹਾ। ਇਹ ਪਤਾ ਨਹੀਂ ਸਾਡੇ ਦੇਸ਼ ਦੀ, ਸਾਡੀ ਭਾਰਤ ਦੀ ਜਿਹੜੀ ਹੈਗੀ ਆ ਕਿਸਮਤ ਕਹਿ ਲੋ, ਜਾਂ ਸਾਡਾ ਭਾਰਤ ਜਿਹੜਾ ਚੋਰਾਂ ਦੇ ਡਿੱਕੇ ਆਇਆ ਕਹਿ ਲੋ, ਹਨਾ। ਤੇ ਇਹ ਇਸ ਤਰ੍ਹਾਂ ਹੋ ਰਿਹਾ ਵੀ ਜਿਵੇਂ ਉਹ ਬਾਂਦਰ ਬਿੱਲੀਆਂ ਨੂੰ ਰੋਟੀ ਵੰਡ ਕੇ ਦਿੰਦਾ ਸੀਗਾ। ਇਹ ਉਹ ਸੇਮ ਥਿਉਰੀ ਹੈਗੀ ਆ। ਇਹਨੂੰ ਇਹ ਤਾਂ ਕੋਈ ਬਹੁਤ ਤਕੜੀਆਂ ਕੁਰਬਾਨੀਆਂ ਹੋਣਗੀਆਂ, ਜਾਂ ਰਾਸ਼ਟਰਪਤੀ ਸ਼੍ਰੀ ਅਬਦੁਲ ਕਲਾਮ ਵਰਗੇ ਬੰਦੇ ਜੰਮਣਗੇ ਜ਼ਿਆਦਾ ਮਾਤਰਾ ਦੇ ਵਿੱਚ। ਇਸ ਵੇਲੇ ਚੋਰਾਂ ਦੀ ਗਿਣਤੀ ਵੱਧ ਹੈ, ਸਾਧਾਂ ਦੀ ਗਿਣਤੀ ਘੱਟ ਹੈ। ਇਹ ਜਿਹੜਾ ਕਿਉਂਕਿ ਜਦੋਂ ਸੁਪਰੀਮ ਹੀ ਜਿਹਦੇ ਤੇ ਲੋਕਾਂ ਨੂੰ ਆਸਾਂ ਮੁਰਾਦਾਂ ਉਹੀ ਵਿਕਦਾ, ਤੇ ਫਿਰ ਉਹ ਇਨਸਾਫ ਦੀ ਤੇ ਕਿਤੇ ਰਾਹ ਰਹਿ ਹੀ ਨਹੀਂ ਗਈ। ਤੇ ਇਹ ਲੋਕ ਕੋਈ ਅੱਖਾਂ ਨਹੀਂ ਮੀਟੀਆਂ ਹੋਈਆਂ, ਪਰ ਲੋਕਾਂ ਦਾ ਬਿਲਹਾਰ ਜੀ ਵਾਸੀ ਨਹੀਂ ਚੱਲਦਾ। ਅਸੀਂ ਤਾਂ ਇੱਥੇ ਬਹਿ ਕੇ ਬੋਲ ਹੀ ਸਕਦੇ ਆ ਨਾ। ਤੇ ਜਿਹੜੇ ਹੁਣ ਸਿੰਘ ਕਦੋਂ ਦੇ ਉਹ ਅੰਦਰ ਹੈ, ਉਹਨਾਂ ਨੂੰ ਕਿਸੇ ਨੂੰ ਪਰੋਲ ਨਹੀਂ ਮਿਲਦੀ। ਤੇ ਹਾਲਾਂਕਿ ਰਾਮ ਰਹੀਮ ਜਿਹੜਾ ਬਾਬਾ, ਉਹਦੇ ਉੱਤੇ ਇੱਕ ਮਰਡਰ, 2 ਮਰਡਰਾਂ ਦੀ ਤਾਂ ਉਹਨੂੰ ਸਜ਼ਾ ਹੋ ਚੁੱਕੀ ਹੈ। ਸਾੜ ਫੂਕ ਦਾ ਕੇਸ ਉੱਤੇ ਹੋ ਚੁੱਕਿਆ ਹੈ ਨਾ। 1-2 ਮਰਡਰਾਂ ਦਾ ਕੇਸ ਉੱਤੇ ਹੋਰ ਚੱਲਦਾ ਪਿਆ। ਜਿਹੜੇ ਲੋਕਾਂ ਨੂੰ ਉਹਨੇ ਬਣਾਇਆ, ਹਾਂ, ਉਹ ਵੀ ਕੇਸ ਉੱਤੇ ਚੱਲਦਾ। ਜਿਸ ਬੰਦੇ ਤੇ ਸਾਡੇ ਸਿੰਘਾਂ ਤੇ ਕੀ ਹੈ, ਸਿੰਘਾਂ ਤੇ ਕੇਸ ਇੱਕੋ ਇੱਕ ਹੀ ਆ ਨਾ। ਇਹਨਾਂ ਨੇ ਮਤਲਬ ਦੇਸ਼ ਦੇ ਵਿਰੋਧ ਇਹਨਾਂ ਨੇ ਆਵਾਜ਼ ਕੀਤੀ ਹੈ। ਇਹ ਖਾਲਿਸਤਾਨ ਮੰਗਦੇ ਆ ਜੀ, ਇਹ ਬੰਬ ਦਾ ਪਲੈਨਿੰਗ ਕਰਦੇ ਸੀ। ਉਹ ਤਾਂ ਕਹਿਣ ਦੀਆਂ ਗੱਲਾਂ ਹੀ ਆ ਨਾ। ਤੇ ਜੇ ਉਹ ਚਲੋ ਮੰਨ ਲਓ ਵੀ ਉਹਨਾਂ ਗੁਨਾਹਾਂ ਦੇ ਉਹ ਗੁਨਾਹ ਉਹਨਾਂ ਨੇ ਮੰਨ ਲਓ ਕਬੂਲ ਵੀ ਹੋ ਗਏ, ਗੁਨਾਹ ਸਾਬਤ ਵੀ ਹੋ ਗਏ, ਪਰ ਉਹਨਾਂ ਦੀ ਸਜ਼ਾ ਮੁੱਕੀ ਨੂੰ ਤਾਂ ਕਿੰਨੀ ਦੇਰ ਹੋ ਗਈ ਆ। ਪਰ ਸਾਡੀ ਜਿਹੜੀ ਅਣਗਹਿਲੀ ਆ, ਉਹ ਸਾਡੀਆਂ ਸਰਕਾਰਾਂ ਦੀ ਆ, ਉਹ ਕਾਂਗਰਸ ਸਰਕਾਰ ਦੀ ਵੀ ਆ, ਅਕਾਲੀ ਸਰਕਾਰ ਦੀ ਵੀ ਆ। ਜਿਸ ਤਰ੍ਹਾਂ ਬਰਾੜ ਸਾਹਿਬ ਨੇ ਕਿਹਾ ਕਿ ਜੇਕਰ ਉਹ ਸਾਡੇ ਬੰਦੀ ਸਿੱਖ, ਹੁਣ ਆਮ ਪਾਰਟੀ ਵੀ ਕੋਸ਼ਿਸ਼ ਨਹੀਂ ਕਰੂਗੀ ਉਹਨਾਂ ਨੂੰ ਛਡਾਉਣ ਨੂੰ, ਤੇ ਆਮ ਪਾਰਟੀ ਨੂੰ ਵੀ ਲੋਕੀ ਉਹ ਦਿਨ ਦੂਰ ਨਹੀਂ ਇਹ ਨਕਾਰ ਦੇਣਗੇ। ਦੂਜਾ ਤੁਸੀਂ ਹਨੀਪ੍ਰੀਤ ਨੂੰ ਰੱਖਿਆ, ਦੇਖੋ ਉਹ ਅੰਦਰ
ਜਿਹੜੀ ਹਨੀਪ੍ਰੀਤ ਵੀ ਆ, ਜਿਵੇਂ ਬਾਬਾ ਵੀ ਆ, ਇਹ ਨਾਂ ਦੀਆਂ ਜੇਲਾਂ ਹੁੰਦੀਆਂ ਇਹਨਾਂ ਲੋਕਾਂ, ਬਿਲਕੁਲ ਬਿਲਕੁਲ, ਇਹਨਾਂ ਨੂੰ ਬਹੁਤ ਵਧੀਆ ਢੰਗ ਦੇ ਨਾਲ ਰੱਖਿਆ ਜਾਂਦਾ ਅੰਦਰ। ਤੇ ਹਨੀਪ੍ਰੀਤ ਤਾਂ ਗਵਰਨਮੈਂਟ ਜਿਹਨੂੰ ਚਮਕਾਉਂਦੀ ਆ ਉਹਨੂੰ ਚਮਕਾਉਣਾ ਉਹਨਾਂ ਨੇ, ਦੂਜੇ ਨੂੰ ਉਹਨਾਂ ਨੇ ਅੰਦਰ ਨੱਪ ਕੇ ਰੱਖਣਾ। ਬਸ ਬਸ। ਉਹ ਜੇ ਹਨੀਪ੍ਰੀਤ ਨੂੰ ਆਜ਼ਾਦ ਕਰਦੇ ਆ ਫਿਰ ਬਾਬਾ ਉਹਨਾਂ ਦੇ ਆਖੇ ਨਹੀਂ ਲੱਗਦਾ। ਆਹੋ। ਬਾਬੇ ਤੋਂ ਕੰਮ ਲੈਣਾ ਇਲੈਕਸ਼ਨ ਦਾ, ਵੋਟਾਂ ਦਾ, ਲੋਕਾਂ ਦੇ ਵਿੱਚ ਬਾਬੇ ਕੋ ਪੈਸਾ ਵੀ ਲੈਣਗੇ ਹਾਂ। ਤੇ ਬਾਬੇ ਨੂੰ ਵਰਤਣ ਦਾ ਕਰਕੇ ਇਹ ਸਾਰੇ ਡਰਾਮੇ ਕੀਤੇ ਜਾ ਰਹੇ ਆ। ਤੇ ਸਾਡੇ ਜਿਹੜੇ ਹੈਗੇ ਆ ਬੰਦੀ ਸਿੱਖ ਹੈ ਜਾਂ ਦਿੱਲੀ ਦੰਗਿਆਂ ਦੇ ਦੋਸ਼ੀ ਆ, ਉਹਨਾਂ ਨੂੰ ਉਹ ਗਵਰਨਮੈਂਟਾਂ ਬਚਾਉਣ ਤੇ ਲੱਗੀਆਂ ਹੋਈਆਂ। ਉਹਨਾਂ ਨੂੰ ਅੱਜ ਤੱਕ ਕਿਸੇ ਨੇ ਬੰਦੀ ਸਿੱਖਾਂ ਨੂੰ ਅੱਜ ਤੱਕ ਨਹੀਂ ਪਰੋਲ ਮਿਲੀ, ਤੇ ਜਿਹੜੇ ਸਾਡੇ ਦਿੱਲੀ ਦੰਗਿਆਂ ਦੇ ਮੁੱਖ ਦੋਸ਼ੀ ਆ ਉਹਨਾਂ ਨੂੰ ਕਿਸੇ ਨੂੰ ਫਾਹੇ ਨਹੀਂ ਟੰਗਿਆ। ਇਹ ਸਾਡੀ ਗਵਰਨਮੈਂਟਾਂ ਦੀ ਨਲਾਇਕੀ ਆ ਔਰ ਗਵਰਨਮੈਂਟਾਂ ਦੀ ਬੇਈਮਾਨੀ ਆ। ਕਾਲੇ ਭਾ ਤੁਸੀਂ ਇੱਕ ਗੱਲ ਕੀਤੀ ਕਿ ਬਾਂਦਰ ਤੇ ਬਿੱਲੀਆਂ ਵਾਲੀ, ਜਿਹੜੀ ਬਿੱਲੀ ਆ ਆਪਾਂ ਸਾਰਿਆਂ ਨੂੰ ਪਤਾ ਬਿੱਲੀ ਇੰਨੀ ਭੋਲੀ ਹੈ ਨਹੀਂ ਜੀ, ਬਿੱਲੀ ਨੂੰ ਵੀ ਆਪਾਂ ਸ਼ੈਤਾਨ ਜਾਨਵਰ ਗਿਣਦੇ ਆ ਜੀ, ਜਿੱਦਾਂ, ਕਿਉਂਕਿ ਆਪਾਂ ਇੱਕ ਤਾਂ ਉਦਾਹਰਨ ਦੇ ਰਹੇ ਨਾ ਕਿ ਜਨਤਾ ਨੂੰ ਆਪਾਂ ਬਿੱਲੀ ਦੱਸ ਰਹੇ ਹਾਂ, ਕਿ ਲੀਡਰ ਨੂੰ ਆਪਾਂ ਬਾਂਦਰ ਦੱਸ ਰਹੇ ਹਾਂ। ਨਹੀਂ ਉਹ ਤਾਂ ਬਿੱਲੀ ਨੇ ਤਾਂ ਦਿਖਾਤਾ, ਹੁਣ ਜਨਤਾ ਤੇ ਦਿਖਾਤਾ, ਪੰਜਾਬ ਕੇ ਦਿਖਾਇਆ, ਸੰਗਰੂਰ ਦਿਖਾਤਾ। ਉੱਥੇ ਆਉਣ ਲੱਗਾ ਸੀਗਾ ਕਿ ਅੱਜ ਕੱਲ ਬਿੱਲੀ ਪਹਿਲਾਂ ਵੀ ਸ਼ੈਤਾਨ ਸੀ। ਆਪਾਂ ਸਾਰੀ ਇਹ ਨਿੱਕੇ ਹੁੰਦੇ ਕਹਾਣੀਆਂ ਸੁਣਦੇ ਆਏ ਆ ਕਿ ਬਿੱਲੀ ਨੂੰ ਬਾਂਦਰ ਦੀ ਮਾਸੀ ਕਿਹਾ ਜਾਂਦਾ ਕਿਉਂਕਿ ਸ਼ਕਲ ਸ਼ੁਕਲ ਮਿਲਦੀ ਆ, ਕਿ ਬਿੱਲੀ ਨੇ ਸਾਰੇ ਆਪਣੇ ਸ਼ੇਰ ਦੀ ਸਾਰੇ ਦਾ ਸ਼ੇਰ ਨੂੰ ਸਖਾਲ ਤੇ, ਜਦੋਂ ਸ਼ੇਰ ਉਹਨੂੰ ਖਾਣ ਲੱਗਾ ਛਾਲ ਮਾਰ ਕੇ ਦਰਖਤ ਜਿਹੜੀ ਕਹਿੰਦਾ ਮਾਸੀ ਇਹ ਤਾਂ ਸਖਾਲਿਆ ਹੀ ਨਹੀਂ। ਉਹ ਕਹਿੰਦੀ ਮੈਂ ਇੰਨੀ, ਜੇ ਬਿੱਲੀ ਨੂੰ ਇੰਨੀ ਸ਼ੈਤਾਨ ਗਿਣਦੇ ਆ, ਬਿੱਲੀ ਫੇਰ ਵਿਚਾਰੀ ਰਗੜੀ ਜਾਂਦੀ ਆ, ਜਨਤਾ ਜਿਹੜੀ ਆ ਉਹ ਫੇਰ ਅਨਭੋਲ ਬਣ ਜਾਂਦੀ ਆ। ਚਲੋ ਸੰਗਰੂਰ ਚੋਂ ਦਿਖਾਲਤਾ ਤੇ 90 ਦਿਨਾਂ ਬਾਅਦ ਉਹਨੇ ਆਮ ਆਦਮੀ ਪਾਰਟੀ ਸਰਕਾਰ ਨੂੰ ਦੱਸਤਾ, ਦੂਜੀ ਵਾਰੀ ਪੰਜਾਬ 'ਚ ਕੋਈ MP ਬਣਿਆ ਉਹ ਵੀ ਸੰਗਰੂਰ ਚੋਂ ਹੀ ਸਰਕਾਰ ਦੇ ਵਿਰੋਧ 'ਚ। ਪਹਿਲਾਂ ਇੱਕ ਵਾਰੀ ਕਾਂਗਰਸ ਸਰਕਾਰ ਵੇਲੇ ਸਰਜੀਤ ਸਿੰਘ ਬਰਨਾਲਾ ਬਣਿਆ ਸੀ ਅਕਾਲੀਆਂ ਵੱਲੋਂ, ਤੇ ਐਤਕੀ ਆਮ ਆਦਮੀ ਸਰਕਾਰ ਵੇਲੇ ਸਿਮਰਜੀਤ ਸਿੰਘ ਮਾਨ ਬਣਿਆ ਅੰਮ੍ਰਿਤਸਰ ਅਕਾਲੀ ਦਲ ਵੱਲੋਂ। ਦੂਜੀ ਵਾਰੀ ਇਹ ਹੈਪਨ ਹੋਇਆ ਇੰਨੇ ਸਾਲਾਂ 'ਚ। ਲੇਕਿਨ ਜਿਹੜੀ ਆਪਾਂ ਗੱਲ ਕਰਦੇ ਹਾਂ ਕਿ ਚਲੋ ਆਪਾਂ ਆਪਣੇ ਮੁੱਦੇ ਤੇ ਰਹੀਏ ਕਿ ਇੱਕ ਬੰਦੇ ਨੂੰ ਪਰੋਲ ਵੀ ਮਿਲਦੀ ਆ, ਇੱਕ ਬੰਦੇ ਨੂੰ ਪਰੋਲ ਦੇ ਕੇ ਕੋਈ ਇੱਕ ਤਾਂ ਉਹਨੂੰ ਆਪਾਂ ਗਿਣਦੇ ਆ ਕੈਦੀ, ਕਿ ਕ੍ਰਿਮੀਨਲ, ਬਹੁਤ ਕ੍ਰਿਮੀਨਲ, ਵੱਡਾ ਕ੍ਰਿਮੀਨਲ, ਤੇ ਜਦੋਂ ਉਹਨੂੰ ਪਰੋਲ ਵੀ ਮਿਲਦੀ ਆ ਤੇ ਉਹਨੂੰ ਜੈਡ ਸ਼੍ਰੇਣੀ ਦੀ ਸਿਕਿਉਰਿਟੀ ਨਾਲ ਮਿਲਦੀ ਆ। ਬੜਾ ਸਭ ਇਹ ਕਿਉਂ ਮਿਲਦੀ ਆ? ਇਹ ਦੇਖੋ ਪਹਿਲੀ ਗੱਲ ਤਾਂ ਜਿਹੜੀ ਇਹ ਗੱਲ ਆਈ ਆ ਇਹ ਆ ਕਿ ਬਈ ਪੋਲਿਟਿਕਸ ਹੋਏ ਦੇ ਪਿੱਛੇ ਜੀ, ਕਿਉਂਕਿ ਭਾਜਪਾ ਨੇ ਸੈਂਟਰ 'ਚ ਵੀ ਭਾਜਪਾ ਆ, ਹਰਿਆਣਾ 'ਚ ਵੀ ਭਾਜਪਾ ਆ, ਸੋ ਉਹਨਾਂ ਨੇ ਪਹਿਲਾਂ ਤਾਂ ਇਹ ਦੇਖਿਆ ਕਿ ਵੀ ਸੰਗਰੂਰ ਦੀ ਇਲੈਕਸ਼ਨ ਜਾਂ ਪਹਿਲਾਂ ਜਦੋਂ ਮਿਲੀ ਆ ਉਦੋਂ ਪੰਜਾਬ ਦੀ ਇਲੈਕਸ਼ਨ ਜਿਹੜੀ ਸੀਗੀ ਉਹ ਵਿਧਾਇਕਾਂ ਦੀ, ਉਦੋਂ ਉਹਦੇ ਵਿੱਚ ਮਤਲਬ ਬਈ ਇਹਦਾ ਸ਼ਾਇਦ ਰੋਲ ਜਾਨੀ ਵੋਟਾਂ ਪੈ ਜਾਣਗੀਆਂ, ਹਾਂਜੀ, ਪਰ ਲੇਕਿਨ ਉਹਦੇ ਵਿੱਚ ਵੀ ਭਾਜਪਾ ਨੇ ਵੀ ਇਹ ਮਾਰ ਖਾਧੀ, ਜਿਹਦੇ ਵਿੱਚ ਉਹਨਾਂ ਨੂੰ ਕੋਈ ਇੰਨਾ ਬਹੁਤਾ ਹੁੰਗਾਰਾ ਨਹੀਂ ਮਿਲਿਆ, ਹਾਂਜੀ। ਹੁਣ ਜਿਹੜੀ ਚੀਜ਼ ਆ ਹੁਣ ਵੀ ਇਸੇ ਗੱਲ ਤੇ ਉਹਨਾਂ ਨੂੰ ਛੱਡਿਆ ਸੀਗਾ ਕਿ ਸੰਗਰੂਰ ਦੀ ਜਿਹੜੀ ਸੀਟ ਆ ਉਸ ਦੇ ਵਿੱਚ ਮਤਲਬ ਉਹਨਾਂ ਤੋਂ ਕੋਈ ਨਾ ਕੋਈ ਸਾਨੂੰ ਫਾਇਦਾ ਹੋਏਗਾ, ਪਰ ਲੇਕਿਨ ਉਹ 'ਚ ਵੀ ਉਹ ਚੌਥੇ ਨੰਬਰ ਤੇ ਰਹਿ ਗਏ ਜੀ, ਹਾਂਜੀ। ਪਰ ਲੇਕਿਨ ਜੇ ਅਕਾਲੀ ਦਲ ਵੀ ਦੇਖਿਓ ਉਹ ਵੀ 5ਵੇਂ ਨੰਬਰ ਤੇ ਰਹਿ ਗਏ। ਪਰ ਲੇਕਿਨ ਹੁਣ ਗੱਲ ਹੈਗੀ ਮੁੱਦਾ ਛਡਾਉਣ ਦੀ, ਜਿਹੜੀ ਆਪਾਂ ਕਹਿੰਦੇ ਕਿ ਆਮ ਪਾਰਟੀ ਦਾ ਰੋਲ ਹੋਣਾ ਚਾਹੀਦਾ, ਨਹੀਂ ਤਾਂ ਇਹ ਵੀ ਉਸ ਲਿਸਟ 'ਚ ਆਣਗੇ ਜੀ, ਹਾਂਜੀ, ਓਕੇ। ਦੂਸਰੀ ਜਿਹੜੀ ਚੀਜ਼ ਆ ਹੁਣ ਕਿ ਜਦੋਂ ਸੰਗਰੂਰ ਦੀ ਇਲੈਕਸ਼ਨ ਹੋ ਰਹੀ ਸੀਗੀ ਉਦੋਂ ਸੁਖਬੀਰ ਨੇ ਵੀ ਕਿਹਾ ਸੀਗਾ ਜੀ ਤੁਸੀਂ ਕਮਲਦੀਪ ਨੂੰ ਬਣਾ ਦਿਓ ਜੀ, ਅਸੀਂ ਕੈਦੀ ਛਡਾਵਾਂਗੇ ਜੀ, ਹਾਂਜੀ। ਸਿਮਰਜੀਤ ਸਿੰਘ ਮਾਨ ਉਹਨਾਂ ਨੇ ਵੀ ਕਿਹਾ ਸੀਗਾ ਜੀ ਤੁਸੀਂ ਮਤਲਬ ਇੱਕ ਵਾਰੀ ਮੌਕਾ ਦਿਓ ਤੇ ਅਸੀਂ ਕੈਦੀ ਛਡਾਵਾਂਗੇ ਜੀ, ਹਾਂਜੀ, ਜਿਹੜੇ ਬੰਦੀ ਅੰਦਰ ਕੀਤੇ ਉਹ ਸਿੱਖ ਹੈ ਜੀ। ਪਰ ਲੇਕਿਨ ਹੁਣ ਦੇਖਣਾ ਤਾਂ ਇਹ ਹੈ ਨਾ ਜੀ, ਪਹਿਲਾਂ ਗੱਲ ਭਗਵੰਤ ਮਾਨ ਨੇ ਵੀ ਕਹੀ ਸੀਗੀ ਕਿ ਜੇ MP ਦੀ ਇੰਨੀ ਵੱਡੀ ਇਹ ਹੋਵੇ ਉਸਦੇ ਕੋਲ ਜ਼ੋਰ, ਤਾਂ ਫਿਰ ਸੰਗਰੂਰ ਦੀ ਇਲੈਕਸ਼ਨ ਤੋਂ ਪਹਿਲਾਂ ਸੁਖਬੀਰ ਤੇ ਸਿਮਰਜੀਤ ਦੂਸਰੀ ਹਰਸਿਮਰਤ ਉਹ ਦੋਨੋਂ MP ਨੇ ਉਹ ਵੀ ਛਡਾ ਸਕਦੇ ਸੀਗੇ, ਸੋ ਇੰਨਾ ਉਹਨਾਂ ਦਾ ਨਹੀਂ ਪਾਰਟ ਪਲੇ ਹੋਏਗਾ MLA MP ਲਈ। ਪਰ ਲੇਕਿਨ ਹੁਣ ਚਲੋ ਮਾਨ ਹੁਣੀ ਮਤਲਬ ਵਿਨ ਹੋਏ ਨੇ, ਉਹਨਾਂ ਨੂੰ ਪਿਛਲੇ ਵਾਰ ਵੀ ਆਪਾਂ ਵਧਾਈਆਂ ਦਿੱਤੀਆਂ ਨਹੀਂ, ਬਹੁਤ ਸੋਹਣਾ, ਪਰ ਲੇਕਿਨ ਉਹਨਾਂ ਨੂੰ ਜਿਹੜੇ ਇਲੈਕਸ਼ਨ ਦੇ ਵਿੱਚ ਜ਼ਿਆਦਾ ਜਿਹੜੇ 2 ਨੰਬਰ ਤੇ ਰਹਿ ਗਿਆ ਆਮ ਪਾਰਟੀ, ਉਹਨਾਂ ਨੂੰ ਜ਼ਿਆਦਾ ਮਿਲਿਆ ਹੈਗਾ ਇਹ ਦੀਪ ਜਿਹੜਾ ਸਿੱਧੂ ਸੀਗਾ ਅਤੇ ਦੀਪ ਮੂਸੇਵਾਲਾ, ਸਿੱਧੂ ਮੂਸੇਵਾਲਾ ਇਹ ਤੇ ਦੀਪ ਜਿਹੜਾ ਆਪਣਾ
ਸਿੱਧੂ ਸੀਗਾ ਦੂਸਰਾ, ਇਹਨਾਂ ਦੋਨਾਂ ਸਿੱਧੂਆਂ ਦੇ ਮਤਲਬ ਜਿਹੜੇ ਨੌਜਵਾਨ ਪ੍ਰਭਾਵਿਤ ਹੋਏ ਸੀਗੇ ਨਾ ਜੀ, ਉਸ ਤੋਂ ਨਾਲ ਇਹਨਾਂ ਨੂੰ ਮਤਲਬ ਮਿਲਿਆ। ਚਲੋ ਠੀਕ ਆ, ਹੁਣ ਤਾਂ ਦੇਖਣਾ ਤਾਂ ਇਹ ਹੈ ਨਾ ਕਿ ਜੇ ਇਹਨਾਂ ਦਾ ਜ਼ੋਰ ਇਸ ਕੰਮ ਤੇ ਬੰਦੀ ਛੋੜ ਸਿੰਘਾਂ ਲਈ ਪੈਣਾ ਚਾਹੀਦਾ, ਇਹ ਵੀ ਦੇਖਣਾ ਆ। ਦੂਸਰੀ ਚੀਜ਼ ਇਹ ਦੇਖਣਾ ਹੁਣ ਇਹ ਆ ਕਿ ਅੱਗੇ ਜਦੋਂ ਇਲੈਕਸ਼ਨ ਇਹਨਾਂ ਨੇ ਵਿਨ ਕੀਤੀ ਸੀ, ਉਦੋਂ ਇਹਨਾਂ ਕੋਲ ਸਿਰਫ ਇੱਕੋ ਮੁੱਦਾ ਸੀਗਾ ਕਿ ਵੀ ਮੈਂ ਕਿਰਪਾਨ ਲੈ ਕੇ ਅੰਦਰ ਜਾਣਾ ਹੈ ਜੀ, ਤਾਂ ਨਹੀਂ ਤਾਂ ਮੈਂ ਨਹੀਂ ਜਾਣਾ, ਆਪਣਾ ਅਹੁਦਾ ਛੱਡ ਦੇਣਾ। ਹੁਣ ਦੇਖਣਾ ਇਹ ਆ ਕਿ ਵੀ ਹੁਣ ਇਹ ਕਿਰਪਾਨ ਅੰਦਰ ਜਾ ਕੇ ਇਸ ਮੁੱਦੇ ਨੂੰ ਉਠਾਉਂਦੇ ਆ ਜਾਂ ਨਹੀਂ। ਇੱਕ ਚੀਜ਼ ਜਿਹੜੀ ਗੱਲ ਹੈਗੀ ਰਾਮ ਰਹੀਮ ਦਾ ਰੌਲਾ ਇੱਕ ਇਹ ਵੀ ਪੈ ਰਿਹਾ ਹੁਣ ਕਿ ਇਹ ਜਾਲੀ ਆ ਜੀ, ਜਾਨੀ ਇਹਦੇ ਚ ਫਰਾਡ ਆ ਜੀ, ਜਿਹੜਾ ਅਸਲੀ ਆ ਉਹ ਨਹੀਂ ਆਏ, ਕਿਉਂਕਿ ਉਹਦੇ ਚੇਲੇ ਹੀ ਕਹਿ ਰਹੇ ਆ। ਅੱਛਾ, ਜਿਹੜਾ ਰਾਮ ਰਹੀਮ ਬਾਹਰ ਤੁਰਿਆ ਫਿਰਦਾ ਹੁਣ ਆਇਆ, ਇਹ ਅਸਲੀ ਨਹੀਂ ਆ। ਇਹ ਵੀ ਆ ਰਹੀ ਆ, ਉਹਦੇ ਪਟੀਸ਼ਨ ਵੀ ਪਾਈ ਗਈ। ਹਾਂ, ਉਹਦੇ ਚੇਲਿਆਂ ਨੇ ਇਹ ਕਿਹਾ ਕਿ ਜੀ ਉਹ ਸਾਡਾ ਉਹ ਪਿਤਾ ਹੈ ਹੀ ਨਹੀਂ ਜੀ, ਹਨਾ। ਸੋ ਮਤਲਬ ਜਿਹੜੀ ਗੱਲ ਤੁਸੀਂ ਵੀ ਕਹੀ ਆ ਕਿ ਵੀ ਉਹ ਜਿਹੜੀ ਇਹਦੀ ਹਨੀਪ੍ਰੀਤ ਆ, ਉਹ ਵੀ ਦੇਖਣਾ ਕਿੱਥੇ ਆ, ਤੇ ਜੇ ਇਹ ਜਾਲੀ ਬਾਹਰ ਆਏ ਆ ਤੇ ਅਸਲੀ ਕਿੱਥੇ ਆ ਜੀ, ਫਿਰ ਦੇਖਣਾ ਤੇ ਵੀ ਆ। ਮਤਲਬ ਕਿਉਂਕਿ ਇਹਦੇ ਪਿੱਛੇ ਮਤਲਬ ਕੀ ਆ ਕਿ ਸੈਂਟਰ ਗਵਰਨਮੈਂਟ ਦਾ, ਜਿੱਦਾਂ ਆਪਾਂ ਹਰੇਕ ਗਵਰਨਮੈਂਟ ਨੂੰ ਆਪਾਂ ਕਹਿੰਦੇ ਆ, ਮਤਲਬ ਅਕਾਲੀ ਨੂੰ ਆਪਣੇ ਟਾਈਮ ਤੇ ਕਹਿੰਦੇ, ਕਾਂਗਰਸ ਨੂੰ ਆਪਣੇ ਟਾਈਮ ਤੇ ਕਹਿੰਦੇ, ਹੁਣ ਆਮ ਪਾਰਟੀ ਨੂੰ ਆਪਣਾ ਕਹਿੰਦੇ ਕਿ ਆਹ ਦੋਸ਼ ਆ, ਇੱਦਾਂ ਸੈਂਟਰ ਦਾ ਦੋਸ਼ ਅਸੀਂ ਲਾਣੇ ਆ ਕਿ ਹੋ ਸਕਦਾ ਕਿ ਉਹਨਾਂ ਨੇ ਲੁਕੋਏ ਹੋਣ, ਉਹਨਾਂ ਨਾਲ ਦਾ ਇੰਨੇ ਟਾਈਮ 'ਚ ਬੰਦਾ ਬਾਹਰ ਛੱਡਿਆ ਹੋਵੇ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਬੰਦੀ ਜਿਹੜੇ ਸਿੰਘ ਆ, ਉਹਨਾਂ ਨੂੰ ਉਹਨਾਂ ਦੇ ਮਾਤਾ ਪਿਤਾ ਦੀ ਜੇ ਕਿਤੇ ਅਕਾਲ ਚਲਾਣਾ ਕਰ ਗਏ ਨੇ, ਉਹਨਾਂ ਦੇ ਵਿੱਚੋਂ ਉਹਨਾਂ ਨੂੰ 15 ਮਿੰਟ ਵੀ ਨਹੀਂ ਕਿਸੇ ਨੂੰ ਦਿੱਤਾ ਟਾਈਮ, ਜੇ ਕਿਸੇ ਨੂੰ ਦਿੱਤਾ ਤਾਂ ਅੰਡਰ ਪ੍ਰਸ਼ਾਸਨ ਦੇ ਉਹਨਾਂ ਨੂੰ ਲਿਆ ਕੇ ਉਹਨਾਂ ਨੂੰ ਸ਼ਮਸ਼ਾਨ ਘਾਟ ਦੇ ਵਿੱਚ ਹੀ ਉਹਨਾਂ ਨੂੰ ਵੀ ਵਾਪਸ ਲੈ ਗਏ ਨੇ। ਨਹੀਂ, ਰਾਜੋਆਣੇ ਨੂੰ ਲਿਆਂਦਾ ਸੀ ਉਹਦੇ ਪਿਓ ਦੀ ਡੈਥ ਤੇ, ਜੀ ਹਨਾ, ਭੋਗ ਤੇ ਘੰਟੇ ਲਈ ਲਿਆਂਦਾ, ਉਹਦੇ ਕੜੀਆਂ ਲਾਈਆਂ ਆ, ਉਹਦੇ ਪੈਰਾਂ 'ਚ ਬੇੜੀਆਂ ਪਾਈਆਂ ਆ, ਉਹਦੇ ਨਾਲ ਪੁਲਿਸ ਵਾਲੇ ਜਿੰਨੇ ਵੀ ਸੀਗੇ ਚਲੋ ਆਏ ਆ। ਇੱਕ ਬੰਦੇ ਨੂੰ ਤੁਸੀਂ ਦਿੰਦੇ ਆ ਪਰੋਲ ਉਹਦੇ ਪੇ ਦੇ ਦਾਗਾਂ ਤੇ ਆਉਣ ਲਈ, ਜਿਹੜਾ ਤੁਹਾਡੀ ਜੇਲ੍ਹ 'ਚ ਬੈਠਾ, ਜਿਹੜਾ ਕਹਿੰਦਾ ਮੈਨੂੰ ਕੋਈ ਮਾਈਂਡ ਨਹੀਂ, ਉਹਨੇ ਜਿੰਦਾ ਸ਼ਹੀਦ ਕਰਾਰ ਦਿੱਤਾ ਕੌਮ ਨੇ। ਬਿਲਕੁਲ ਉਹ ਕਹਿੰਦਾ ਮੈਨੂੰ ਫਾਂਸੀ ਦਿਓ, ਮੈਨੂੰ ਕੋਈ ਮਾਈਂਡ ਨਹੀਂ। ਜੀ ਇੱਕ ਬੰਦਾ ਤੁਸੀਂ ਪਰੋਲ ਦਿੰਦੇ ਆ, ਉਹਨੂੰ ਜੈਡ ਸ਼੍ਰੇਣੀ ਦੀ ਸਿਕਿਉਰਿਟੀ ਦਿੰਦੇ ਆ, ਉਹਦੇ ਕੋਈ ਕੜੀ ਨਹੀਂ ਲੱਗੀ, ਕੋਈ ਕੁਛ ਨਹੀਂ ਲੱਗਾ। ਚਲੋ ਜੇ ਡੁਪਲੀਕੇਟ ਦੀ ਗੱਲ ਆ ਜਾਂ ਡੁਪਲੀਕੇਟ ਦੀ ਨਹੀਂ ਗੱਲ, ਉਹ ਤਾਂ ਲੋਕਾਂ ਨੇ ਅਫਵਾਹ ਵੀ ਫੈਲਾਉਣੀ ਹੋਣੀ ਆ। ਉਹ ਚਲੋ ਉਹ 'ਚ ਨਹੀਂ ਆਪਾਂ ਗੱਲ ਕਰਦੇ, ਇਹ ਸਰਕਾਰਾਂ ਦੀ ਚਾਲਾਂ ਵੀ ਹੁੰਦੀਆਂ ਕਿ ਲੋਕੀ ਇਹ ਤੇ ਅਟੈਕ ਨਾ ਕਰ ਦੇਣ। ਇਹ ਵੀ ਹੁੰਦਾ ਵੀ ਅਟੈਕ, ਅੱਜ ਕੱਲ ਗੈਂਗਵਾਰ ਵੀ ਬਹੁਤੇ ਵੀ ਅਟੈਕ ਨਾ ਕਰ ਦੇਣ। ਜਿਹੜੇ 94 ਜਿਹੜੀ ਆਈ ਆ ਗਨ, ਉਹ ਕਿੱਡੀ ਦੂਰੋਂ ਮਾਰ ਕਰ ਸਕਦੀ ਆ। AN ਕੀ ਸਮਝਿਆ ਜੀ, 94 ਜਿਹੜੀ AN 94 ਹਾਂਜੀ AK-94 ਹਾਂ, ਉਹ ਖਰੇ ਕਿੰਨੇ 3 ਮੀਲ ਤੋਂ ਉਹ ਤੁਹਾਡਾ ਬੰਦੇ ਤੇ ਮਾਰ ਕਰ ਸਕਦੀ ਆ, ਬਿਲਕੁਲ ਹੈਨਾ। 1 ਮਿੰਟ ਦੀ ਉਹ 600 ਗੋਲੀ ਕੱਢਦੀ ਆ, ਤੇ ਉਹ ਬੁਲਟ ਪ੍ਰੂਫ ਗੱਡੀ 'ਚ ਉਹਨੇ 1 ਸਕਿੰਟ ਵਿੱਚ 2 ਗੋਲੀਆਂ ਜਦੋਂ ਕੱਢਣੀਆਂ, ਪਹਿਲੀ ਗੋਲੀ ਨਾਲ ਤੁਹਾਡੀ ਬੁਲਟ ਪ੍ਰੂਫ ਦਾ ਜਿਹੜਾ ਸ਼ੀਸ਼ਾ ਉਹਨੂੰ ਕਰੈਕ ਕਰਨਾ, ਦੂਜੀ ਗੋਲੀ ਤੁਹਾਡੇ ਤੇ ਬਾਹਰ ਕਰ ਦੇਣਾ, ਹੈਨਾ। ਸੋ ਹੋ ਸਕਦਾ ਹੈ ਸਰਕਾਰ ਦੀ ਚਾਲ ਹੋਵੇ, ਕੇਂਦਰ ਸਰਕਾਰ ਦੀ, ਇਸ ਤਰ੍ਹਾਂ ਕਰ ਦੋ। ਬਰਾੜ ਸਾਹਿਬ ਜਿਸ ਤਰ੍ਹਾਂ ਬੜਾ ਸਾਹਿਬ ਨੇ ਗੱਲ ਕੀਤੀ ਕਿ ਇੱਕ ਬੰਨੇ ਤਾਂ ਭਗਵੰਤ ਮਾਨ ਨੇ ਇਹ ਬਿਆਨ ਦਿੱਤਾ ਕਿ MP ਦੇ ਹੱਥ ਵਸ ਕੁਛ ਨਹੀਂ ਹੁੰਦਾ। ਇਹ ਗੱਲ ਇਹ 'ਚ ਕੋਈ ਦੋ ਰਾਵਾਂ ਨਹੀਂ, ਇਹ ਸਹੀ ਆ, ਕਿਉਂਕਿ ਜੇ MP ਦੇ ਹੱਥ ਵਸ ਕੁਛ ਹੁੰਦਾ ਬੰਦੀ ਸਿੱਖ ਛਡਾਉਣ ਦੇ ਲਈ, ਭਗਵੰਤ ਮਾਨ 2 ਵਾਰੀ MP ਬਣਿਆ, ਉਹ ਵੀ ਛਡਾ ਸਕਦਾ ਸੀ। ਜੇ ਬੰਦੀ ਸਿੱਖ ਛੱਡਣ ਦੇ ਲਈ CM ਦੇ ਕੋਲ ਵੀ ਕੋਈ ਪਾਵਰ ਹੋਵੇ ਬਾਹਲੀ, ਤੇ ਉਹ ਹੁਣ ਵੀ ਛਡਾ ਸਕਦਾ। ਇਦੋਂ ਪਹਿਲਾਂ ਵੀ ਕਾਂਗਰਸ ਦੇ ਗਾਲੀ ਵੀ ਰਹੇ CM ਰਹੇ, ਉਹਨਾਂ ਨੇ ਵੀ ਦਹਾਈਆਂ ਦਿੱਤੀਆਂ ਕਿ ਅਸੀਂ ਬੰਦੀ ਸਿੱਖ ਛਡਾਵਾਂਗੇ, ਲੇਕਿਨ ਉਹ ਵੀ ਨਹੀਂ ਛਡਾ ਸਕੇ। ਕਿ ਇਹ 'ਚ ਕੋਈ ਝੂਠ ਤਾਂ ਹੈ ਨਹੀਂ ਜੋ ਹੋਇਆ ਹੁਣ। ਬਿਲਕੁਲ। ਲੇਕਿਨ ਅੱਜ ਦੀ ਡੇਟ ਵਿੱਚ ਇੱਕ ਪਾਸੇ ਤੇ ਆਪਾਂ ਨੂੰ ਵੰਡਿਆ ਜਾ ਰਿਹਾ, ਜੇ ਮੋਰਚਾ ਲੱਗਿਆ, ਆਪਣਾ ਮੋਰਚਾ ਕਾਮਯਾਬ ਹੋਇਆ, ਮੋਰਚੇ ਨੂੰ ਤਾਰ ਪੀਟੋ ਕਰਨ ਦੇ ਲਈ ਕਿ ਅਸੀਂ ਤੁਹਾਡੀਆਂ ਮੰਗਾਂ ਮੰਨ ਲਈਆਂ, ਅਸੀਂ ਤੁਹਾਡੇ 3 ਕਾਲੇ ਕਾਨੂੰਨ ਸੀ ਵਾਪਸ ਲੈ ਲਏ, ਅਸੀਂ MSP ਦਾ ਕਾਨੂੰਨ ਵੀ ਬਣਾਉਣ ਲਈ ਤੁਹਾਨੂੰ ਕਹਿ ਦਿੱਤਾ ਕਿ ਤੁਸੀਂ ਆਪਣੇ ਜੋ ਚੁਣ ਕੇ ਕਮੇਟੀ ਦੇ ਦਿਓ, ਸਾਡੀ ਕਮੇਟੀ ਨਾਲ ਬੈਠੂਗੀ, ਆਪਾਂ MSP ਤੇ ਕਾਨੂੰਨ ਬਣਾ ਦਿਆਂਗੇ। ਆ 3-4 ਦਿਨ ਹੋਏ ਤੋਮਰ ਦਾ ਬਿਆਨ ਆਇਆ ਕਿ ਸਾਨੂੰ ਜਥੇਬੰਦੀਆਂ ਆਪਣੇ ਬੰਦੇ ਹੀ ਨਹੀਂ ਭੇਜ ਰਹੀਆਂ, ਅਸੀਂ ਕਿੱਦਾਂ ਬਣਾ ਦਈਏ। ਜਥੇਬੰਦੀਆਂ ਤੇ ਖੇਰੂ ਕਰਤੀਆਂ। ਅੱਜ ਕੋਈ ਰਾਜੋਵਾਲ ਦਾ ਨਾਂ ਲੈਂਦਾ, ਪਤਾ ਵੀ ਨਹੀਂ ਹੈ ਕਿ ਅੱਜ ਕੋਈ ਜਥੇਬੰਦੀਆਂ ਦਾ ਨਾਂ ਲੈਂਦਾ। ਜੇ ਕੋਈ ਅਗਰਾਹਾਂ ਦੀ ਗੱਲ ਕਰਦਾ, ਆਪਾਂ ਵੱਡੀ ਜਥੇਬੰਦੀ ਕਹਿੰਦੇ ਉਹਨੂੰ, ਤੁਹਾਡੇ ਤਾਂ ਚਲੋ ਮਾਲਵੇ ਦੀ ਆ, ਸਾਰੀਆਂ ਮਾਲਵੇ ਦੀਆਂ ਹੀ ਆ। ਜੇ ਅਗਰਾਹਾਂ ਦੀ ਗੱਲ ਕਰੀਏ, ਵੱਡੀ ਜਥੇਬੰਦੀ ਕਹਿੰਦੇ ਆ ਉਹਨੂੰ, ਆਪਣੇ ਵਰਗੇ ਕੀ ਕਹਿੰਦੇ ਆ ਜੀ, ਇਹ ਤਾਂ ਕਾਮਰੇਡ ਆ। ਇਹ ਤੇ ਗੱਲ ਕਹਿਣੀ ਆ, ਹਨਾ। ਕੀ ਕੇਂਦਰ ਦੀ ਇਹ ਚਾਲ ਨਹੀਂ ਕਿ ਇੱਕ ਬੰਨੇ ਤਾਂ ਬੰਦੀ ਸਿੱਖਾਂ ਨੂੰ ਨਾ ਛੱਡਿਆ ਜਾਵੇ, ਜਿਹੜੇ ਉਹਨਾਂ ਦੇ ਚੇਲੇ ਚਾਟੜੇ ਆ ਉਹਨਾਂ ਨੂੰ ਪੈਰੋਲ ਤੇ ਛੱਡਿਆ ਜਾਵੇ, ਉਹਨਾਂ ਨੂੰ ਕਿਸੇ ਦਾ ਹੋਰ ਬਹਾਨੇ ਬਣਾ ਕੇ ਛੱਡਿਆ ਜਾਵੇ, ਬਿਮਾਰੀ ਦਾ ਬਹਾਨਾ ਬਣਾ ਕੇ ਛੱਡਿਆ ਜਾਵੇ ਕਿ ਤੁਸੀਂ ਬਾਹਰ ਘੁੰਮੋ।
ਤੇ ਬੰਦੀ ਸਿੱਖਾਂ ਨੂੰ ਅੰਦਰ ਡੱਕਿਆ ਜਾਵੇ ਤੇ ਆਪਾਂ ਨੂੰ ਤਾਰ ਪੀੜੋ ਕੀਤਾ ਜਾਵੇ, ਤੋੜਿਆ ਮਰੋੜਿਆ ਜਾਵੇ ਮੰਨ ਲਓ ਸਿੱਖਾਂ ਨੂੰ। ਇੱਕ ਵਾਰ ਤਾਂ ਆਪਾਂ ਕਹਿੰਦੇ ਆ ਕਿ ਸਿੱਖ ਜਿਹੜੇ ਆ ਹੁਣ ਅੱਗੇ ਨੂੰ ਬਹੁਤ ਸਮਝਦਾਰ ਹੋ ਗਏ ਤੇ ਇੱਕ ਵਾਰ ਆਪਾਂ ਫਿਰ ਆਪਣੀ ਭਰਾ ਮਾਰੂ ਜੰਗ ਤੇ ਆ ਜਾਂਦੇ। ਇਹਦੇ ਕੀ ਹੱਲ ਹੋਣਾ ਚਾਹੀਦਾ? ਅੱਛਾ, ਪਹਿਲਾਂ ਤਾਂ ਮੈਂ ਜੋ ਬਾੜਾ ਸਾਹਿਬ ਨੇ ਗੱਲ ਕੀਤੀ ਆ ਨਾ ਵੀ ਕਿਹੜਾ ਇੱਕ MP ਦੇ ਕੋਲ ਕੋਈ ਇਖਤਿਆਰ ਨਹੀਂ ਹੁੰਦਾ ਉਹ ਆਪਣੀ ਗੱਲ ਰੱਖ ਸਕੇ। ਬਿਲਕੁਲ ਇਸ ਗੱਲ ਨਾਲ ਜਿਹੜਾ ਮੈਂ ਪਹਿਲੀ ਵਾਰੀ ਗੱਲ ਕੀਤੀ ਸੀ ਉਹੀ ਗੱਲ ਚੱਲ ਬਾਰੇ ਰਿਪੀਟ ਹੋ ਰਹੀ ਹੈ ਹਾਂ, ਕਿਉਂਕਿ 542 43 ਸੀਟਾਂ ਦੇ ਵਿੱਚੋਂ ਇੱਕ ਬੰਦੇ ਦੀ ਗੱਲ ਕਿੰਨੀ ਕੋਈ ਸੁਣੂਗਾ, ਨੰਬਰ 2। ਲੇਕਿਨ ਜਿਹੜੀ ਗੱਲ ਕਰਨ ਦਾ ਤਰੀਕਾ ਹੁੰਦਾ ਨਾ, ਉਹ ਗੱਲ ਕਰਨ ਦਾ ਤਰੀਕਾ ਹੈ ਜਿਹੜੇ ਬੰਦੇ ਨੂੰ ਇੰਗਲਿਸ਼ ਆਉਂਦੀ ਹੈ, ਜਿਹਦੇ ਕੋਲੇ ਇਤਿਹਾਸ ਹੈਗਾ, ਇਤਿਹਾਸ ਦੀ ਜਾਣਕਾਰੀ ਹੈ, ਉਹ ਜਾ ਕੇ ਆਪਣੀ ਗੱਲ ਨੂੰ ਸਹੀ ਤਰੀਕੇ ਨਾਲ ਉੱਥੇ ਪ੍ਰੈਜ਼ੈਂਟ ਕਰ ਸਕਦਾ। ਬਿਲਕੁਲ ਬਿਲਕੁਲ ਇਹ ਗੁਣ ਸਿਮਰਜੀਤ ਸਿੰਘ ਮਾਨ ਦੇ ਵਿੱਚ ਹੈ, ਪਹਿਲੀ ਗੱਲ। ਤੇ ਦੂਸਰੀ ਗੱਲ ਜਿਹੜੀ ਇਹਨਾਂ ਨੇ ਕਹੀ ਹੈਗੀ ਆ, ਕਿਰਪਾਨ ਦੀ ਵੀ ਗੱਲ ਕੀਤੀ ਸੀ ਹਾਂਜੀ, ਜਿਹੜਾ ਧਾਰਾ 25 ਆ ਨਾ ਸਾਡੀ, ਉਹ ਸਾਨੂੰ ਸਿੱਖਾਂ ਨੂੰ ਇਹ ਅਧਿਕਾਰ ਦਿੰਦੀ ਹੈ ਕਿ ਤੁਸੀਂ ਕਿਤੇ ਵੀ ਆਪਣੀ ਕਿਰਪਾਨ ਪਾ ਕੇ ਜਾ ਸਕਦੇ ਹੋ। ਪਰ ਕਿੱਡੀ? ਹਾਂ, ਤੇ ਸਾਈਜ਼ ਦੀ ਕੋਈ ਮੈਂਸ਼ਨ ਨਹੀਂ ਉਹਦੇ ਵਿੱਚ। ਮੈਂ ਉਹੀ ਕਹਿੰਦਾ ਕਿੱਡੀ, ਠੀਕ ਹੈ ਨਾ। ਅੱਛਾ, ਉਸ ਮੁਲਕ ਦੇ ਵਿੱਚ ਜਿਸ ਨੂੰ ਅਸੀਂ ਆਪਣਾ ਮੁਲਕ ਭਾਰਤ ਕਹਿੰਦੇ ਹਾਂ, ਹਾਲਾਂਕਿ ਭਾਰਤ ਜਿਹੜਾ ਹੈ ਨਾ ਇਹ ਵੀ ਬਾਅਦ ਵਿੱਚ 1925 ਦੇ ਵਿੱਚ ਕ੍ਰੀਏਟ ਕੀਤੀ ਗਿਆ ਡੈਫੀਨੇਸ਼ਨ ਹੈ। ਉਸ ਤੋਂ ਪਹਿਲਾਂ ਰਿਆਸਤਾਂ ਹੀ ਹੁੰਦੀਆਂ ਸੀਗੀਆਂ ਉੱਥੇ ਭਾਰਤ ਨਾਂ ਦੀ ਜਾਂ ਭਾਰਤ ਮਾਤਾ ਦੀ ਜੈ ਦੀ ਕੋਈ ਗੱਲ ਨਹੀਂ ਸੀ ਚੱਲਦੀ 1925 ਤੋਂ ਪਹਿਲਾਂ। ਇਹ ਉਦੋਂ ਦੀ ਜਦੋਂ ਦੀ BJP ਦਾ ਦੂਸਰਾ ਪਹਿਲਾ ਨਾਂ ਹੁੰਦਾ ਸੀ ਭਾਰਤੀ ਜਨਤਾ ਨਹੀਂ, 1925 ਤੋਂ ਪਹਿਲਾਂ ਤਾਂ ਭਾਰਤੀ ਜਨਤਾ ਪਾਰਟੀ ਹੈ ਨਹੀਂ ਸੀ। 1952 ਵਿੱਚ ਭਾਰਤੀ ਜਨਤਾ ਪਾਰਟੀ ਭਾਰਤੀ ਜਨਸੰਘ ਬਣਿਆ। ਹਾਂ, ਜਨਸੰਘ 1952 ਚ ਜਨਸੰਘ ਹਾਂਜੀ। ਤੇ ਉਹਨਾਂ ਦਾ ਇਹ ਮੁੱਦਾ ਸੀਗਾ ਜਿਹੜੀਆਂ ਆ ਮੈਂ ਦੋ ਗੱਲਾਂ ਕਹੀਆਂ ਹੈਗੀਆਂ ਹਨਾ, ਭਾਰਤ ਮਾਤਾ ਜੈ, ਬੰਦੇ ਮਾਤਰਮ ਹਾਂਜੀ। ਤੇ ਜਿਹੜਾ ਬੰਦੇ ਮਾਤਰਮ ਐਤਕੀ ਪਹਿਲੀ ਵਾਰੀ ਲਿਆ ਕੇ ਬਾੜਿਆ ਗਿਆ ਹੈ ਜਦੋਂ ਇਲੈਕਸ਼ਨ ਜਿੱਤੀ ਆ ਆਪ ਪਾਰਟੀ ਹਾਂਜੀ, ਤੇ ਸਾਡੇ ਪੰਜਾਬ ਦੇ ਵਿੱਚ ਉਹ ਬੰਦੇ ਮਾਤਰਮ ਦਾ ਨਾਰਾ ਲਾਇਆ ਗਿਆ ਹੈ ਕੇਜਰੀਵਾਲ ਵੱਲੋਂ। ਜਿਹੜੀ ਸਿੱਧਾ ਨਿਸ਼ਾਨਾ ਇਹ ਹੈਗਾ ਕਿ ਜਿਹੜੀ ਕੇਜਰੀਵਾਲ ਦੀ ਪਾਰਟੀ ਹੈ ਨਾ, ਉਹ BJP ਦੀ ਨੰਬਰ 2 B ਟੀਮ ਕਹਿ ਸਕਦੇ ਹਾਂ ਹਾਂਜੀ। ਬਾਕੀ ਕਿਰਪਾਨ ਦੀ ਗੱਲ ਮੈਨੂੰ ਪੂਰੀ ਕਰ ਲੈਣ ਦਿਓ। ਅੱਛਾ ਕਰੋ, ਮੈਂ ਪਹਿਲਾਂ ਵਿੱਚ ਪੁੱਛਣ ਲੱਗੇ ਗੱਲ, ਜੇ ਪੁੱਛ ਲਵਾਂ ਤਾਂ, ਕਿਉਂਕਿ ਇਹਦੇ ਨਾਲ ਹੀ ਮੈਂ ਗੱਲ। ਬਿਲਕੁਲ 1947 ਤੋਂ ਲੈ ਕੇ ਹੁਣ 3 ਸਰਕਾਰਾਂ ਬਣੀਆਂ ਹਾਂਜੀ। ਚਾਹੇ ਪੰਜਾਬ 'ਚ ਵੈਸੇ ਅੱਜ ਤੱਕ ਇੱਕ ਬੰਦੇ ਤੋਂ ਛੁੱਟ ਹਮੇਸ਼ਾ ਜੱਟ ਸਿੱਖ ਹੀ ਪੰਜਾਬ ਦਾ ਮੁੱਖ ਮੰਤਰੀ ਬਣਿਆ। ਹੁਣ ਵੀ ਜੱਟ ਸਿੱਖ ਹੀ ਆ, ਇਹ 'ਚ ਕੋਈ ਦੋ ਰਾਵਾਂ ਨਹੀਂ। ਲੇਕਿਨ ਪਹਿਲੀ ਵਾਰੀ ਹੋਇਆ ਸਹੁੰ ਚੁੱਕਣ ਤੋਂ ਲੈ ਕੇ ਜਾਂ ਸਹੁੰ ਚੁੱਕਣ ਤੋਂ ਕੀ ਇਲੈਕਸ਼ਨ ਸ਼ੁਰੂ ਹੋਣ ਤੋਂ ਲੈ ਕੇ ਅੱਜ ਤੱਕ ਫਤਿਹ ਨਹੀਂ ਬੁਲਾਈ ਗਈ। ਮੈਂ ਇੱਥੇ ਲਿਆਉਣ ਲੱਗਾ ਮੇਰੀ ਫਿਨਿਸ਼ ਵਾਰੀ ਹੋਵੇ ਨਾ, ਗੱਲ ਇਹ ਹੈਗੀ ਜਿਹਦੀ ਵਾਰੀ ਹੋਵੇ ਉਹਨੂੰ ਤੁਸੀਂ ਗੱਲ ਫਿਨਿਸ਼ ਕਰਨ ਦਿਓ। ਜੇ ਐਡ ਕਰਨਾ ਤਾਂ ਕਰ ਸਕਦੇ ਹਾਂ। ਅਸੀਂ ਉਸ ਮੁਲਕ ਦੇ ਬਸ਼ੰਦੇ ਹਾਂ, ਪਾਰਲੀਮੈਂਟ ਲੋਕਾਂ ਨੇ ਸਾਡੇ MP ਨੂੰ ਜਿਤਾਇਆ ਬਿਲਕੁਲ, ਤੇ ਉਸ ਨੂੰ ਆਪਣਾ ਹਥਿਆਰ ਲਿਜਾਣ ਦੀ ਅੰਦਰ ਮਨਜ਼ੂਰੀ ਨਹੀਂ ਗਈ। ਲੇਕਿਨ ਇੱਥੇ ਜਦੋਂ ਪਹਿਲੀ ਵਾਰੀ ਵਿਸਾਖੀ ਦਾ ਪ੍ਰੋਗਰਾਮ ਕੀਤਾ ਗਿਆ ਹੈ ਹਨ, ਤੇ ਅਸੀਂ 5 ਬੰਦੇ ਸੀਗੇ ਸਾਡੇ ਨਾਲ, ਤਾਂ 7 ਬੰਦੇ ਸੀ, 7 ਦੇ ਵਿੱਚ ਇੱਕ ਕਾਰ ਤੇ ਗਏ ਅਸੀਂ, ਤੇ 7 ਦੇ ਵਿੱਚੋਂ 5 ਬੰਦੇ ਕਿਰਪਾਨਾਂ ਵਾਲੇ ਸੀਗੇ। ਦਾਸ ਸੀ ਨਾਲ, ਕੇਰ ਸਿੰਘ ਸੀ ਨਾਲ, ਸੰਤੋਖ ਸਿੰਘ ਸਰਨ ਸੀ ਨਾਲ, ਜਗਦੇਵ ਸਿੰਘ ਸੀ ਬੋਪਾ ਰਾਏ ਜਿਹੜਾ ਵਾਈਸ ਚੇਅਰ ਰਿਹਾ ਗੁਰਦੁਆਰਾ ਸਿੱਖ ਕੌਂਸਲ ਦਾ, ਤੇ ਇੱਕ ਹੋਰ ਸੱਜਣ ਸੀ ਬਲਵਿੰਦਰ ਸਿੰਘ ਚਹੇੜੂ। ਅਸੀਂ 5 ਜਾਣੇ ਕਿਰਪਾਨਾਂ ਸਮੇਤ ਗਏ ਆ ਉੱਥੇ। ਜਿਸ ਮੁਲਕ ਨੂੰ ਅਸੀਂ ਆਪਣਾ ਮੁਲਕ ਕਹਿੰਦੇ ਆ ਤੇ ਜਿੱਥੇ ਸਾਡੀ ਧਾਰਾ ਸਾਨੂੰ ਇਜਾਜ਼ਤ ਦਿੰਦੀ ਹੈ ਕਿ ਤੁਸੀਂ ਕਿਰਪਾਨ ਲਿਜਾ ਸਕਦੇ ਹਾਂ, ਜੇ ਦੂਸਰੇ ਜਨੇਊ ਪਾ ਕੇ ਜਾ ਸਕਦੇ, ਸਾਨੂੰ ਕਿਉਂ ਬੈਨ ਕੀਤਾ ਜਾਂਦਾ ਹੈ? ਤੇ ਬਾਕੀ ਦੂਸਰੇ ਮੁਲਕ ਦੇ ਵਿੱਚ ਜਿੱਥੇ ਕੋਈ ਸਾਨੂੰ ਕੋਈ ਧਾਰਾ ਇਜਾਜ਼ਤ ਨਹੀਂ ਦਿੰਦੀ, ਉਹ ਸਾਡਾ ਇੰਨਾ ਸਤਿਕਾਰ। ਪਰ ਜਿਹੜੀ 25 ਧਾਰਾ ਆ, ਜਦੋਂ ਮਾਨ ਨੂੰ ਨਹੀਂ ਪਹਿਲਾਂ ਵਿਨ ਕੀਤੇ, ਇਹ ਤੋਂ ਮਗਰੋਂ ਐਡ ਹੋਈ ਆ ਕਿ ਪਹਿਲਾਂ ਐਡ ਹੋਈ ਆ? ਪਹਿਲਾਂ। ਫਿਰ ਮਾਨ ਨੂੰ ਨਹੀਂ ਉਦੋਂ ਕਿਉਂ ਨਹੀਂ 25 ਧਾਰਾ ਨੂੰ ਲੈ ਕੇ ਮੋਰੇ ਆ ਕੇ ਵਿੱਚ ਲੈਣ ਲਈ? ਉਹਨਾਂ ਨੇ ਕੀ ਪਤਾ ਕੀਤਾ ਹੋਊਗਾ ਗੱਲ, ਉਦੋਂ ਦੀ ਮੀਡੀਆ ਨੇ ਕੀ ਗੱਲ ਪਤਾ ਵੀ ਆਇਆ ਜਿੱਦਾਂ ਬਰਾੜ ਸਾਹਿਬ ਨੇ ਕਿਹਾ, ਜਿਹੜੀ 25 ਧਾਰਾ ਉਹ 'ਚ ਲਿਖਿਆ ਕਿ ਤੁਸੀਂ ਆਪਣਾ ਇਕੱਲੇ ਸਿੱਖਾਂ ਲਈ ਨਹੀਂ,
ਕੋਈ ਵੀ ਜਿਹੜਾ ਧਰਮ ਨੂੰ ਮੰਨਦਾ ਹਾਂ। ਹਿੰਦੂ ਜੇ ਜਨਊ ਪਾ ਕੇ ਜਾ ਸਕਦਾ, ਜਿਹੜਾ ਜਨਊ ਆ ਚਲੋ ਠੀਕ ਹੈ ਆਪਾਂ ਕਹਿੰਦੇ ਕਿ ਜਨਊ ਨਾਲ ਬੰਦਾ ਵੱਢਿਆ ਨਹੀਂ ਜਾ ਸਕਦਾ, ਲੇਕਿਨ ਜਨਊ ਨਾਲ ਫਾਂਸੀ ਤਾਂ ਲਈ ਜਾ ਸਕਦੀ ਨਾ, ਹਾਂ ਬਿਲਕੁਲ ਸਹੀ ਗੱਲ ਤੁਹਾਡੀ। ਹਨਾ ਬਿਲਕੁਲ। ਤੇ ਜੇ ਕਿਰਪਾਨ ਨਾਲ ਬੰਦਾ ਵੱਢਿਆ ਹੋ ਸਕਦਾ ਹਾਂ ਨਾ। ਜਨਊ ਨਾਲ, ਲੇਕਿਨ ਜਿਹੜੀ 25 ਧਾਰਾ ਚ ਇੱਕ ਭੰਬਲ ਭੂਸਾ ਪਾਇਆ ਉਹ ਇਹ ਆ ਕਿ ਜਿਹੜੀ ਕਿਰਪਾਨ ਆ ਤੁਸੀਂ ਲਿਜਾ ਸਕਦੇ ਆ। ਜਦੋਂ ਆਪਾਂ ਕਿਰਪਾਨ ਲਿਜਾਣ ਦੀ ਕੋਸ਼ਿਸ਼ ਕਰਦੇ ਆ ਤੇ ਆਪਾਂ ਨੂੰ ਕਿਹਾ ਜਾਂਦਾ ਕਿਰਪਾਨ ਨਹੀਂ ਲਿਜਾ ਸਕਦੇ, ਤੁਸੀਂ ਲਿਜਾਣੀ ਆ, ਤੁਸੀਂ ਛੋਟੀ ਲਿਜਾ ਸਕਦੇ ਆ। ਕਿਰਪਾਨ ਵੀ ਜਿਹੜੀ ਆ ਨਾ, ਜਿਹੜਾ ਅੰਮ੍ਰਿਤਧਾਰੀ ਬੰਦਾ ਲਿਜਾ ਸਕਦਾ ਹੈ, ਹਾਂ। ਬਿਲਕੁਲ ਬਿਲਕੁਲ ਲਿਜਾ ਸਕਦਾ ਹੈ, ਕਿਉਂਕਿ ਉਹ ਕਹਿੰਦੇ ਛੋਟੀ ਲਿਜਾ ਸਕਦੇ ਏਡੀ ਜਿੱਡੀ ਬੜਾ ਨਹੀਂ ਨਹੀਂ ਉਹ ਨਹੀਂ ਉਦੋਂ 9-12 ਇੰਚ ਜਿਹੜਾ ਤੱਕ ਲਿਜਾ ਸੰਵਿਧਾਨ ਆ ਸਕਦੇ ਨਾ, ਜੀ। ਜਿਸ ਸੰਵਿਧਾਨ ਨੂੰ ਲਿਖਿਆ ਹੈ ਉਸ ਸੰਵਿਧਾਨ ਦੇ ਜਿਹੜਾ ਲਿਖਣ ਵਾਲੇ ਦੀਆਂ ਫੋਟੋਆਂ ਜਿਹੜੀਆਂ ਹੈ ਉਹ ਕੇਜਰੀਵਾਲ ਸਰਕਾਰ ਤੇ ਭਗਵੰਤ ਮਾਨ ਸਰਕਾਰ ਨੇ ਆਪਣੇ ਦਫ਼ਤਰ ਦੇ ਵਿੱਚ ਲਾਈ ਹੋਈ ਹੈ। ਜੇ ਉਹਦੀ ਰਿਸਪੈਕਟ ਕਰਦੇ ਆ ਤੇ ਅੱਜ ਜੇ ਸਿਮਰਨਜੀਤ ਸਿੰਘ ਮਾਨ ਆਪਣੀ ਕਿਰਪਾਨ ਲੈ ਕੇ ਜਾਂਦਾ ਉਹਦੀ ਸਪੋਰਟ ਕਰਨ। ਹਾਂ ਕਰਨੀ ਚਾਹੀਦੀ ਕਿ ਨਹੀਂ, ਕਿਉਂਕਿ ਉਹ ਸੰਵਿਧਾਨ ਅਧਿਕਾਰ ਦਿੰਦਾ ਹੈ। ਅਸੀਂ ਕਰਕੇ ਇੱਕ ਤਾਂ ਵਿਧਾਨ ਕਹਿੰਦਾ, ਇੱਕ ਕਾਨੂੰਨ ਕਹਿੰਦਾ ਕਿ ਤੁਸੀਂ ਆਪਣੀ ਕਿਰਪਾਨ ਲਿਜਾ ਸਕਦੇ ਆ, ਜਾਂ ਤਾਂ ਉਹਦੇ ਵਿੱਚ ਸੋਧ ਕਰਕੇ ਲਿਖਣ ਕਿ ਤੁਸੀਂ 5 ਇੰਚ ਦੀ ਲਿਜਾ ਸਕਦੇ ਆ, ਜਾਂ 6 ਇੰਚ ਦੀ ਜਾਂ 9 ਇੰਚ ਦੀ ਲਿਜਾ ਸਕਦੇ ਆ, ਤੁਸੀਂ 3 ਜਾਂ 3.5 ਫੁੱਟ ਦੀ ਕਿਰਪਾਨ ਨਹੀਂ ਲਿਜਾ ਸਕਦੇ, ਫਿਰ ਤਾਂ ਆਪਾਂ ਮੰਨਦੇ। ਜੇ ਉਹਨੂੰ ਕਿਰਪਾਨ ਲਿਜਾਣ ਤੋਂ ਫੇਰ ਰੋਕਿਆ ਜਾ, ਦੂਸਰੀ ਗੱਲ, ਚਲੋ ਇਹ ਤਾਂ ਹੋ ਗਿਆ ਮੁੱਦਾ ਵੀ ਜੇ ਉਹਨੂੰ ਰੋਕਿਆ ਜਾਂਦਾ। ਦੂਸਰੀ ਗੱਲ, ਐਤਕੀ ਉਹਨੇ ਆਪਣੀਆਂ ਸਪੀਚਾਂ 'ਚ ਇਹ ਗੱਲ ਨਹੀਂ ਕਹੀ, ਜਿੱਦਾਂ ਪਿਛਲੀ ਵਾਰੀ ਜਦੋਂ ਜਿੱਤਿਆ ਸੀ 99 'ਚ, ਕਿ ਮੈਂ ਕਿਰਪਾਨ ਤੋਂ ਬਿਨਾਂ ਪਾਰਲੀਮੈਂਟ 'ਚ ਨਹੀਂ ਜਾਵਾਂਗਾ। ਐਤਕੀ ਉਹਨੇ ਆਪਣੇ ਸਪੀਚਾਂ 'ਚ ਨਹੀਂ ਗੱਲ ਕਹੀ। ਠੀਕ ਆ ਹੋ ਸਕਦਾ ਉਹ ਕਿਰਪਾਨ ਨਾਲ ਜਾਵੇ, ਉਹ ਛੋਟੀ ਪਾ ਕੇ ਚੱਲ ਜਾਵੇ। ਨਹੀਂ, ਮੇਰਾ ਆਪਣਾ ਤਾਂ ਕਹਿਣ ਤੋਂ ਮਤਲਬ ਹੈ ਜਿਹੜਾ ਤੁਹਾਡੇ ਆਪਾਂ ਜਿਹੜੀ ਦੂਰੀ ਪਾਲਿਸੀ ਦੀ ਗੱਲ ਕਰ ਰਹੇ ਹਾਂ, ਕਿ ਜਿਹੜੀਆਂ ਉੱਥੇ ਘੱਟ ਗਿਣਤੀਆਂ ਨਾ ਉਹ ਸੇਫ ਨਹੀਂ ਗਈਆਂ, ਉਹ ਦਬਾਈਆਂ ਜਾ ਰਹੀਆਂ। ਉੱਥੇ ਹਿੰਦੂਤਵ ਦੇ ਵਿੱਚ ਸਾਨੂੰ ਪਰਿਵਰਤ ਕਰਨਾ, ਚਾਹੇ ਉਹ ਘੱਟ ਗਿਣਤੀਆਂ ਤੇ ਚਾਹੇ ਉਹ ਦੂਸਰੀਆਂ। ਬਰਾੜ ਸਾਹਿਬ, ਮੈਂ ਜਿਹੜੀ ਸੰਵਿਧਾਨ ਦੇ ਤੁਸੀਂ ਦੱਸਿਆ ਕਿ ਬਾਬਾ ਅੰਬੇਦਕਰ ਦੀ, ਡਾਕਟਰ ਅੰਬੇਦਕਰ ਦੀ ਫੋਟੋ ਜਾਂ ਭਗਤ ਸਿੰਘ ਉਹਨਾਂ ਦੀ ਫੋਟੋ ਲਾਈ ਆ, ਉਹਦਾ ਦੋ ਰੀਜ਼ਨ ਆ। ਮੈਂ ਜਿਹੜੇ ਕਿ ਮੈਂ ਵੀ ਥੋੜਾ ਬਰੀਕੀ 'ਚ ਪੜ੍ਹਿਆ ਸੀਗਾ ਕਿ ਇੱਕ ਤਾਂ ਇਹ ਜਿਹੜਾ ਹਿੰਦੂਵਾਦ ਦੇ ਨਾਲ ਮਨੋਵਾਦੀ ਜਿਹੜਾ ਉਹ ਕਹਿ ਰਹੇ ਆ, ਸਮ੍ਰਿਤੀ ਦੇ ਹਿਸਾਬ ਨਾਲ ਕਿ ਅਸੀਂ ਜੀ ਹਿੰਦੂ ਕਹਿ ਰਹੇ ਜਾਂ ਬੀਜੇਪੀ ਵਾਲੇ ਜਾਂ RSS ਕਹਿ ਰਹੇ ਸੀ ਹਿੰਦੂਵਾਦ ਬਣਾਉਣਾ ਜੀ, ਅਸੀਂ ਇਸ ਸੰਵਿਧਾਨ ਨੂੰ ਮੰਨਦੇ ਨਹੀਂ, ਅਸੀਂ ਇਹ 'ਚ ਸੋਧ ਕਰਕੇ ਨਵਾਂ ਬਣਾਉਣਾ ਆ। ਉਹਨਾਂ ਨੇ ਇਸ ਕਰਕੇ ਉਹਨੂੰ ਮਤਲਬ ਪਹਿਲ ਦਿੱਤੀ ਆ ਕਿ ਵੀ ਅਸੀਂ ਇਸ ਸੰਵਿਧਾਨ ਨੂੰ ਮੰਨਦੇ ਆ, ਤੇ ਹੁਣ ਤੱਕ ਜਦ ਤੋਂ ਯਾਦ ਹੋਇਆ ਇਸ ਸੰਵਿਧਾਨ ਨੂੰ ਮੰਨਿਆ ਜਾ ਰਿਹਾ। ਭਗਤ ਸਿੰਘ ਉਹਨਾਂ ਦੀ ਇਹ ਆ ਕਿ ਵੀ ਉਹਨਾਂ ਦੀ ਸੋਚ ਤੇ ਜਦੋਂ ਕਿਸੇ ਜਗ੍ਹਾ ਤੇ ਇਨਕਲਾਬ ਆਉਂਦਾ ਆ, ਉਹ ਇਨਕਲਾਬ ਲਿਆਉਣ ਵਾਲੇ ਚੰਦ ਬੰਦੇ ਹੁੰਦੇ ਆ ਜਿਹੜੇ ਕਿ ਮਤਲਬ ਉਹ ਵੀ ਜੰਗ 'ਚ 22-23 ਸਾਲ ਦੀ ਉਮਰ 'ਚ ਉਹਨਾਂ ਨੇ ਵੀ ਫਾਂਸੀ ਤੇ ਰਸ ਚੁੰਮੇ। ਸੋ ਮਤਲਬ ਭਗਤ ਸਿੰਘ ਹੁਣੀ, ਸੁਖਦੇਵ ਹੁਣੀ, ਰਾਜਗੁਰੂ ਸਾਰੇ ਆਪਾਂ ਨੂੰ ਉਹਨਾਂ ਨੂੰ ਇੱਕ ਨਿਗਾਹ ਨਾਲ ਦੇਖਣਾ ਚਾਹੀਦਾ। ਜਦ ਵੀ ਆਪਾਂ ਗੱਲ ਕਰਦੇ ਆ ਕਿ ਇੱਕ ਵਾਰੀ ਭਗਤ ਸਿੰਘ ਦੀ ਗੱਲ ਕਰਦੇ ਨੇ, ਉਹਨਾਂ ਦੋ ਨਾਲ ਫਿਰ ਵਿਤਕਰਾ ਹੁੰਦਾ ਆ, ਪਰ ਲੇਕਿਨ ਇਹਦੇ ਵਿੱਚ ਤਿੰਨੇ ਹੀ ਆਉਂਦੇ ਨੇ, ਹੋਰ ਵੀ ਆਉਂਦੇ ਨੇ, ਪਰ ਲੇਕਿਨ ਉਸ ਦੇ ਵਿੱਚ ਇਹ ਦੇਖੋ ਜਵਾਹਰ ਲਾਲ ਨਹਿਰੂ ਨੇ, ਮਹਾਤਮਾ ਗਾਂਧੀ ਨੇ, ਸਰਦਾਰ ਪਟੇਲ ਨੇ, ਹੋਰ ਕਈਆਂ ਨੇ ਦੋਗਲੀ ਪਾਲਿਸੀ ਨਾਲ ਇਹਨਾਂ ਨੂੰ ਅੰਦਰ ਕਰਵਾਇਆ ਤੇ ਇਹਨਾਂ ਨੂੰ ਅੰਦਰ ਤੋਂ ਬਾਹਰ ਛੱਡਣ ਨਹੀਂ ਦਿੱਤਾ। ਇਹਨਾਂ ਨੂੰ ਇਹ ਕਿਹਾ ਕਿ ਵੀ ਇਹਨਾਂ ਨੂੰ ਫਾਂਸੀ ਦੇਣੀ ਚਾਹੀਦੀ ਆ ਤੇ ਇੱਕ ਦਿਨ ਪਹਿਲਾਂ ਦਿੱਤੀ ਗਈ। ਇੱਕ ਮਿੰਟ ਓਕੇ, ਮੈਂ ਕੋਈ ਬਾਬਾ ਅੰਬੇਦਕਰ ਦੇ ਬਾਰੇ ਗੱਲ ਨਹੀਂ ਕੀਤੀ। ਨਹੀਂ, ਮੈਂ ਮੰਨਦਾ ਹਾਂ ਜੀ, ਮੈਂ ਗੱਲ ਸਿੱਧੀ ਕੀਤੀ ਕਿ ਸੰਵਿਧਾਨ ਉਹਨਾਂ ਨੇ ਬਣਾਇਆ। ਬਿਲਕੁਲ ਉਸ ਸੰਵਿਧਾਨ ਅਸੀਂ ਤਾਂ ਬਰਾੜ ਸਾਹਿਬ ਉਹਨਾਂ ਦੀ ਸਿਫਤ ਕੀਤੀ ਆ ਕਿ ਉਹਨਾਂ ਦੀ ਫੋਟੋ ਪੰਜਾਬ ਆਪਾਂ। ਬਰਾੜ ਸਾਹਿਬ, ਤੁਹਾਨੂੰ ਮੈਂ ਦੂਸਰਾ ਕੁਐਸਚਨ ਪੁੱਛਿਆ ਸੀ, ਜਿਹੜੀ ਫਤਿਹ ਨਹੀਂ ਬੁਲਾਈ ਜਾਂਦੀ ਅੱਜ ਦੀ ਸਰਕਾਰ ਵੱਲੋਂ, ਚਾਹੇ ਉਹ ਇਲੈਕਸ਼ਨ ਦੇ ਮੁੱਦੇ ਤੇ ਹੋਵੇ, ਤੁਸੀਂ ਵਿੱਚ ਜਵਾਬ ਪਹਿਲਾਂ ਦਿੱਤਾ ਸੀ ਜਦੋਂ ਮੈਂ ਪੁੱਛਿਆ, ਉਦੋਂ ਬਾਅਦ ਚ ਉਦੋਂ ਪਹਿਲਾਂ ਦੇ ਦਿੱਤਾ ਸੀਗਾ ਕਿ ਕੇਜਰੀਵਾਲ ਨੇ ਨਾਰਾ ਲਾਇਆ ਬੰਦੇ ਮਾਤਰਮ। ਜਿਹੜੀ ਹੁਣ ਬਾੜਾ ਸਾਹਿਬ ਨੇ ਗੱਲ ਕੀਤੀ ਆ, ਭਗਤ ਸਿੰਘ ਤੋਂ ਵੀ ਛੋਟੀ ਉਮਰ ਦਾ ਸੀ ਕਰਤਾਰ ਸਿੰਘ ਸਰਾਭਾ। ਛੋਟੀ ਉਮਰ ਦਾ ਸੀ ਨਾ। ਅੱਜ ਕਰਤਾਰ ਸਿੰਘ ਸਰਾਭੇ ਨੂੰ ਆਪਾਂ ਕਿੰਨੇ ਕੁ ਚੇਤੇ ਰੱਖਦੇ ਆ? ਮੈਨੂੰ ਖੁਦ ਨੂੰ ਨਹੀਂ ਪਤਾ ਕਿ ਉਹਦਾ ਜਨਮ ਦਿਨ ਕਦੋਂ ਆ ਤੇ ਉਹਦਾ ਸ਼ਹੀਦੀ ਦਿਨ ਕਦੋਂ ਆ। ਮੈਂ ਟੈਲੀਵਿਜ਼ਨ ਤੇ ਬੈਠਾ, ਤੁਹਾਡੇ ਚੋਂ ਕਿਹਨੂੰ ਪਤਾ, ਮੈਨੂੰ ਨਹੀਂ ਪਤਾ। ਲੇਕਿਨ ਭਗਤ ਸਿੰਘ ਅੱਜ ਪੂਰੀ ਦੁਨੀਆ 'ਚ ਮਸ਼ਹੂਰ ਆ। ਤੁਸੀਂ ਪੰਜਾਬ ਦੇ ਵਿੱਚ ਜਾ ਕੇ ਦੇਖ ਲਓ, ਰਕਸ਼ੇ ਚਲਾਉਂਦੇ ਦੇਖ ਲਓ, ਪੰਜਾਬ ਹੀ ਨਹੀਂ ਪੂਰੇ ਭਾਰਤ 'ਚ ਭਗਤ ਸਿੰਘ ਦੀ ਫੋਟੋ ਤੁਹਾਨੂੰ ਰਕਸ਼ਿਆਂ ਪਿੱਛੇ ਲੱਗੀ, ਆਟੋ ਪਿੱਛੇ ਲੱਗੀ ਦੇਖ ਪਊ। ਮਹਾਤਮਾ ਜਿੱਦਾਂ ਬਾੜਾ ਸਾਹਿਬ ਨੇ ਕਿਹਾ, ਜਵਾਹਰ ਲਾਲ ਨਹਿਰੂ ਹੋਣੀ, ਮਹਾਤਮਾ ਗਾਂਧੀ ਨੇ ਜਾਂ ਉਹ ਸਾਰੀ ਲੰਡੀ ਪੁੱਚੀ ਨੇ ਉਦੋਂ ਰਲ ਕੇ ਗੋਰਿਆਂ ਨਾਲ ਇਹਨੂੰ ਫਾਂਸੀ ਦਵਾਈ ਕਿ ਇਹਨੂੰ ਫਾਂਸੀ ਲੱਗਣੀ ਚਾਹੀਦੀ ਆ, ਦੂਜੇ ਭਾਂ ਦੋ ਲੱਗਣ ਨਾ ਲੱਗਣ, ਲੇਕਿਨ ਆਟੇ ਨਾਲ ਪ੍ਰੇਥਣ ਉਹ ਵੀ ਲੱਗਣਾ ਹੀ ਕਰਕੇ ਨਾਲ ਸੀ।
ਮੈਂ ਤਾਂ ਗੁਰੂ ਦੀ ਜਿਹੜੀ ਕਿਰਪਾ ਦੀ ਗੱਲ ਦੱਸਦਾ। ਬਿਲਕੁਲ ਸਾਰਾ ਪਰਿਵਾਰ ਸ਼ਹੀਦ ਹੋਇਆ ਭਗਤ ਸਿੰਘ ਦੇ ਵਿੱਚੋਂ। ਉਹਦਾ ਚਾਚਾ ਅਜੀਤ ਸਿੰਘ, ਜੋ ਵੀ ਸਾਰਾ ਪਰਿਵਾਰ ਦੇ ਮੈਂਬਰ, ਕੋਈ ਉਹਨਾਂ ਚ ਹੈ ਤਾਂ ਨਹੀਂ ਸੀ। ਸਾਰੇ ਸ਼ਹੀਦੀਆਂ ਦਿੱਤੀਆਂ ਉਹਨੇ, ਸਾਰਿਆਂ ਨੇ ਕੁਰਬਾਨੀ ਦਿੱਤੀ ਆਜ਼ਾਦੀ ਲਿਆਉਣ ਲਈ। ਆਪਾਂ ਬਾਕੀ ਪਰਿਵਾਰ ਦਾ ਨਾਂ ਕਿੰਨਾ ਕੁ ਲੈਂਦੇ ਆ, ਬਾਕੀ ਪਰਿਵਾਰ ਲੋਕਾਂ ਦੇ ਦਿਲਾਂ 'ਚ ਕਿੰਨਾ ਕੁ ਵੱਸਦਾ। ਭਗਤ ਸਿੰਘ ਇਕੱਲਾ ਵੱਸਦਾ ਨਾ, ਉਹ ਗੁਰੂ ਮਹਾਰਾਜ ਦੀ ਕਿਰਪਾ ਨਾਲ ਵੱਸਦਾ। ਤੇਰੇ ਮੇਰੇ ਵਰਗੇ ਤਾਂ ਨਹੀਂ ਕੁਛ ਵੀ ਕਰ ਸਕਦੇ, ਲੇਕਿਨ ਉਹਨਾਂ ਨੇ ਤੇ ਕੇਂਦਰ ਸਰਕਾਰ ਨੇ ਕੁਛ ਨਹੀਂ ਛੱਡੀ। ਜਿਹੜੀ ਮੈਂ ਪਹਿਲਾਂ ਵੀ ਕਿਹਾ, ਹੁਣ ਵੀ ਕਹਿਣਾ, ਕੇਂਦਰ ਸਰਕਾਰ ਹਮੇਸ਼ਾ ਸਿੱਖਾਂ ਨੂੰ ਪਾੜਦੀ ਰਹੀ। ਤੇ ਆਪਾਂ ਵੀ ਕਹਿ ਦਿੰਦੇ ਆ ਜੀ, ਅਸੀਂ ਭਗਤ ਸਿੰਘ ਦੀ ਸੋਚ ਤੇ ਪਹਿਰਾ ਦਿੰਦੇ ਆ ਠੋਕ ਕੇ। ਭਗਤ ਸਿੰਘ ਦੀ ਸਮਾਧ ਤੇ ਲਿਜਾਣ ਵਾਲਾ ਇਹਨੂੰ ਕੌਣ ਹੈ? ਮਨਪ੍ਰੀਤ ਬਾਦਲ, ਭਗਵੰਤ ਮਾਨ ਨੂੰ। ਉਸ ਤੋਂ ਬਾਅਦ ਭਗਵੰਤ ਮਾਨ ਉੱਥੇ ਗਿਆ, ਉਹਨੇ ਆਪਣੀ ਫੋਟੋ ਵੀ ਲਾਈ। ਚਲੋ ਮੈਂ ਸਤਿਕਾਰ ਕਰਦਾ ਕਿ ਉਹਨੇ ਭਗਤ ਸਿੰਘ ਦੀ ਫੋਟੋ ਲਾਈ, ਲੇਕਿਨ ਜਿਹੜੀ ਗੁਰੂਆਂ ਨੂੰ, ਭਗਤ ਸਿੰਘ ਗੁਰੂਆਂ ਤੋਂ ਨਹੀਂ ਵੱਡਾ ਹੋ ਗਿਆ, ਜਿਹੜੀ ਗੁਰੂਆਂ ਦੀ ਬਖਸ਼ਿਸ਼ ਆ ਉਹਨੂੰ ਕਿਉਂ ਭੁਲਾ ਲਿਆ? ਬਿਲਕੁਲ ਤੁਹਾਡੀ ਗੱਲ ਨਾਲ ਬਿਲਕੁਲ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹੈ ਕਿ ਜਿਹੜੀ ਤੁਸੀਂ ਸ਼ਹੀਦਾਂ ਦੀ ਗੱਲ ਕੀਤੀ ਆ ਨਾ, ਜੇ ਤੁਸੀਂ ਪਹਿਲਾਂ ਜਿਨ੍ਹਾਂ ਨੇ ਬੰਦ ਕਟਵਾਏ, ਆਰੇ ਨਾਲ ਚਰਾਏ ਗਏ, ਦੇਗਾਂ ਹਨਾ, ਤੇ ਫਿਰ ਸਾਡਾ ਜਿਹੜਾ ਇਤਿਹਾਸ ਦੱਸ ਰਹੀ ਆ, ਗੁਰਬਾਣੀ ਦੱਸ ਰਹੀ ਆ, ਅਸੀਂ ਫਤਿਹ ਬੁਲਾਉਂਦੇ ਆ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਜਦੋਂ ਵੀ ਅਸੀਂ ਸਾਡਾ ਅਰਦਾਸ ਕਰਦੇ ਆ, ਹਾਂਜੀ, ਤੇ ਫਿਰ ਉਸ ਫਤਿਹ ਤੋਂ ਪਹਿਲਾਂ ਅਸੀਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਹਾਂ। ਜਦੋਂ ਅਸੀਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਹਾਂ, ਕਿ ਫਿਰ ਪੁਰਾਣੇ ਸ਼ਹੀਦਾਂ ਨੂੰ ਇਗਨੋਰ ਕਰਕੇ ਨਵੇਂ ਸ਼ਹੀਦਾਂ ਦੀ ਗੱਲ ਕੱਲਿਆਂ ਦੀ ਕਿਉਂ ਹੋ ਰਹੀ ਆ? ਰਾਈਟ, ਉਹਦੇ ਵਿੱਚ ਇਹ ਹੈਗੀ ਆ ਵੀ ਜਿਹੜੀ ਭਾਰਤ ਮਾਤਾ ਦੀ ਜੈ ਤੇ ਬੰਦੇ ਮਾਤਰਮ ਹੈ, ਇੱਥੋਂ ਪਤਾ ਲੱਗਦਾ ਕਿ ਉਹਨਾਂ ਦੀ ਜਿਹੜੀ ਗੱਲ ਹੈ ਇਨਵੋਲਵਮੈਂਟ ਤੇ ਉਹਨਾਂ ਨੇ ਜਿਹੜੀ ਆਪਣੀ ਜਿਹੜੀ ਸਾਡਾ ਸਤਿਕਾਰ ਆ, ਸਾਡਾ ਸਤਿਕਾਰ ਪੰਜਾਬ ਲਈ, ਸਾਡਾ ਸਤਿਕਾਰ ਜਿਹੜਾ ਪੰਜਾਬ ਲਈ ਆ, ਅਸੀਂ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਬੁਲਾਉਂਦੇ ਆ ਜਾਂ ਸਤਿ ਸ੍ਰੀ ਅਕਾਲ ਬੁਲਾਉਂਦੇ ਆ। ਇਹ ਇਹਨਾਂ ਨੂੰ ਬੁਲਾਉਣੀ ਚਾਹੀਦੀ ਸੀ, ਓਪਨਿੰਗ ਸੈਰੇਮਨੀ ਕੀਤੀ ਆ। ਜਿਹੜੀ ਦੂਸਰੀ ਗੱਲ ਹੈਗੀ ਆ, ਜਿਹੜਾ ਦੂਸਰਾ ਗੱਲ ਕਾਨੂੰਨ ਤੋੜਨ ਦੀ ਗੱਲ ਕੀਤੀ ਆ ਆਪ ਪਾਰਟੀ ਨੇ, ਹਨਾ, ਜਦੋਂ ਜਿਹੜੀ ਮਰਜ਼ਾਦਾ ਹੈ, ਜੇ ਉਹ ਪਾਰਲੀਮੈਂਟ ਦੇ ਵਿੱਚ ਓਪਨਿੰਗ ਸੈਰੇਮਨੀ ਹੁੰਦੀ ਆ, ਇਹ ਬਾਹਰ ਕਿਉਂ ਲਗਾਏ? ਰਾਈਟ, ਕੁਐਸਚਨ ਆ ਇਹਨਾਂ ਦੇ ਉੱਤੇ। ਇਹ ਦਾ ਵਿਚਾਰਾ ਆਪਣੇ ਵਾਂਗੂ ਆ, ਬਹਿਸ ਕਰਦੇ ਆ। ਚਲੋ ਇਹ ਕੋਈ ਪ੍ਰਧਾਨ ਨਹੀਂ, ਇੱਕ ਮੈਂਬਰ ਆ ਜਾਂ ਇਹਦੀ ਸਪੋਰਟ ਮੈਂਬਰ ਵੀ ਹੈ ਨਹੀਂ ਉਹਨਾਂ ਦਾ, ਕੁਝ ਵੀ ਹੋਇਆ, ਮਤਲਬ ਇਹਨੂੰ ਪਤਾ ਹੋਊ ਨਹੀਂ, ਇਹਦੇ ਵਿਚਾਰ ਉਹਦੇ ਨਾਲ ਰਲਦੇ ਆ, ਵਿਚਾਰ ਆਪੋ ਆਪਣੇ ਗੱਲਾਂ ਸਾਂਝੀਆਂ, ਆਪਾਂ ਸਾਂਝੀਆਂ ਗੱਲਾਂ ਕਰ ਰਹੇ ਹਾਂ, ਹਨਾ। ਪਰ ਇਹਨਾਂ ਗੱਲਾਂ ਉੱਤੇ ਬਾੜਾ ਸਾਹਿਬ ਤੁਹਾਨੂੰ ਉਹਨਾਂ ਨੂੰ ਬੇਸ਼ੱਕ ਤੁਸੀਂ ਲਿਖਤੀ ਰੂਪ ਦੇ ਵਿੱਚ ਚਿੱਠੀ ਲਿਖੋ, ਚਾਹੇ ਕੋਈ ਐਮਐਲਏ ਆ ਜਾਂ MP ਆ ਜਾਂ ਕੋਸਾ, ਆਪਾਂ ਟੀਵੀ ਦੇ ਉੱਤੇ ਹੀ ਵਿਚਾਰ ਦੇਣਾ ਚਾਹੀਦਾ ਕਿ ਦੇਖੋ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਵੱਡੀ ਕੁਰਬਾਨੀ ਕਿਸੇ ਦੀ ਨਹੀਂ। 42 ਸਾਲ ਦੀ ਉਮਰ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪਦਾ ਸਰਬੰਸ ਵਾਰ ਕੇ ਵੀ ਕਿਹਾ, ਤੇਰਾ ਭਾਣਾ ਮਿੱਠਾ ਲੱਗੇ। ਬਿਲਕੁਲ ਨਹੀਂ, ਉਹਨੇ ਆਪਦੇ ਛੋਟੇ 7 ਸਾਲ ਦੇ 9 ਸਾਲ ਦੇ ਬੱਚਿਆਂ ਤੋਂ ਲੈ ਕੇ ਮਾਤਾ ਪਿਤਾ ਸਭ ਸ਼ਹੀਦ ਕਰਾਤਾ। ਤੇ ਅੱਜ ਅਸੀਂ ਕੋਈ ਵੀ ਗਵਰਨਮੈਂਟ ਹੋਵੇ, ਜੇ ਅਸੀਂ ਪੂਰੀ ਇੰਡੀਆ ਦੇ ਵਿੱਚ ਨਹੀਂ ਤਾਂ ਪਰ ਸਾਡੀ ਪੰਜਾਬ ਸਟੇਟ ਹੈ, ਸਾਨੂੰ ਕੋਈ ਵੀ ਸਰਕਾਰ ਉੱਥੇ ਆਉਂਦੀ ਤੇ ਉਹਦਾ ਮੁੱਖ ਮੰਤਰੀ ਕੋਈ ਵੀ ਬਣਦਾ ਹੈ, ਸਾਡੇ ਗੁਰੂ ਸਾਹਿਬਾਂ ਦੀ ਜਿਹੜੀ ਬਖਸ਼ੀ ਹੋਈ ਫਤਿਹ ਆ, ਉਹ ਫਤਿਹ ਨੂੰ ਅਗਨੋਰ, ਉਹ ਫਤਿਹ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾਣਾ ਚਾਹੀਦਾ। ਅਸੀਂ ਮਾਨ ਸਾਹਿਬ ਨੂੰ ਇਹ ਬੇਨਤੀ ਕਰਾਂਗੇ ਕਿ ਸਾਡਾ ਪਹਿਲਾ ਜਕਾਰਾ ਜਿਹੜਾ ਹੈਗਾ ਉਹ ਬੰਦੇ ਮਾਤਰਮ ਨਹੀਂ ਹੈ, ਭਾਰਤ ਮਾਤਾ ਦੀ ਜੈ ਨਹੀਂ ਹੈ। ਪੰਜਾਬ ਦੇ ਵਿੱਚ ਸਾਡਾ ਜਿਹੜਾ ਜਕਾਰਾ ਹੋਣਾ ਚਾਹੀਦਾ ਉਹ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸ਼੍ਰੀ ਗੁਰੂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਯਾਦ ਕਰਕੇ ਉਹ ਜਕਾਰਾ ਹੋਣਾ ਚਾਹੀਦਾ, ਇਹ ਬਹੁਤ ਜ਼ਰੂਰੀ ਹੈ। ਪਰ ਮੈਂ ਸੌਰੀ ਮੈਂ ਗੱਲ ਕਰਦਾ ਜਮਾ, ਇਹ ਆਪਾਂ ਜਿਹੜੀ ਗੱਲ ਬਹੁਤ ਸੋਹਣੀ, ਆਪਾਂ ਜਿੱਦਾਂ ਕਹਿੰਦੇ ਆਪਾਂ ਸਾਰੇ ਭਮਾਂ ਸਾਈਨ ਕਰਕੇ ਵੀ ਭੇਜਣਾ ਪਵੇ, CM ਨੂੰ ਭੇਜੀਏ ਕਿ ਬਈ ਤੁਸੀਂ ਫਤਿਹ, ਬਾਕੀ ਗੱਲਾਂ ਵੀ ਕਰੋ, ਬੰਦੇ ਮਾਤਰਮ ਸੌਰੀ ਆਪਣਾ ਇਨਕਲਾਬ ਜਿੰਦਾਬਾਦ ਵੀ ਕਰੋ, ਪਰ ਲੇਕਿਨ ਹਾਂ ਕਰੀ ਜਾਣ। ਹਾਂ, ਮੈਂ ਵੀ ਕਹਿੰਦਾ ਪਹਿਲਾਂ ਫਤਿਹ ਬੁਲਾ ਕੇ ਸ਼ੁਰੂ ਕੀਤਾ ਜਾਵੇ, ਬਹੁਤ ਸੋਹਣਾ। ਪਰ ਮੈਂ ਇਹ ਲਾਸਟ ਵੀ ਕੁਐਸਚਨ ਆਇਆ ਸੀਗਾ, ਮੈਂ ਇਹ ਕਹਿਣਾ, ਆਪਾਂ ਸਿੱਖ ਚੈਨਲ ਤੇ ਬੈਠਿਆਂ ਦੇ ਵੀ ਬੰਦਿਆਂ ਨੇ ਜਦੋਂ ਇੱਥੋਂ ਸ਼ੁਰੂ ਹੋਇਆ ਸੀ ਨਾ ਜੀ, ਪਹਿਲਾਂ ਕਹਿੰਦੇ ਕਿ ਆਪਾਂ ਇੱਥੇ ਰਮਾਲ ਬੰਨ ਕੇ ਬੈਠਣਾ ਵੀ ਸਿੱਖ ਚੈਨਲ ਦੇ ਹਨਾ। ਅੱਛਾ, ਬਹੁਤੇ ਨੇ ਮਤਲਬ ਕਹਿੰਦੇ ਕਾਂ ਦੇ ਬੰਦੇ ਨਾਂ ਨਹੀਂ ਲਿਆ ਜਾ ਸਕਦਾ, ਆਫ ਦਾ 에ਅਰ ਜਦੋਂ ਮਰਜ਼ੀ ਪੁੱਛ ਲਿਓ, ਉਹਨਾਂ ਨੇ ਕਿਹਾ ਸੀਗਾ ਜੀ ਇਹ ਗੁਰਦੁਆਰਾ ਨਹੀਂ ਆ ਜਿਹੜਾ ਅਸੀਂ ਇੱਥੇ ਰਮਾਲ ਬੰਨ ਕੇ ਬੈਠਣਾ। ਓਕੇ, ਕਈਆਂ ਦੇ ਕੋਲ ਮੈਂ ਇਹ ਕਹਿਣਾ ਆ ਕਿ ਆਪਾਂ ਉਹ ਦੇਖਦੇ ਆ ਆਪਾਂ ਕਿ ਮੰਜੇ ਥੱਲੇ ਸੋਟਾ ਫੇਰੀਏ, ਆਪਣੀ ਪੀੜੀ ਥੱਲੇ ਸੋਟਾ ਫੇਰੀਏ। ਕਹਿਣ ਦਾ ਮਤਲਬ ਬਈ ਗੁਰੂ ਘਰਾਂ ਦੇ ਜਿਹੜੇ ਮੋਹਰੇ ਮਤਲਬ ਆਪਣੇ ਵਜ਼ੀਰ ਵੀ ਕਹਿ ਲਓ, ਗੁਰੂ ਘਰਾਂ ਦੇ ਜਿਹੜੇ ਪ੍ਰਧਾਨ ਸੈਕਟਰੀ ਵੀ ਆ, ਉਹ ਮਤਲਬ ਕਿਰਪਾਨਾਂ ਵਾਲੇ ਸ਼ਰਾਬਾਂ ਪੀਂਦੇ ਨੇ। ਹਾਂਜੀ, ਓਕੇ,
ਆਪਾਂ ਇੰਡੀਆ ਦੇ ਵਿੱਚ ਮੈਂ ਪਿਛਲੀ ਵਾਰੀ ਵੀ ਕਿਹਾ ਸੀਗਾ, ਚੈਨਲ ਦੇ ਉੱਪਰ ਕਦੇ ਵੀ ਬੈਠੇ ਦੇਖ ਲਓ, ਸਿੱਖ ਮੁੰਡੇ, ਸਿੱਖ ਬੰਦੇ, ਸਿੱਖ ਮੈਂਬਰ ਜਿਹੜੇ ਆ, ਉਹਨਾਂ ਦੀਆਂ ਦੋਨੇ ਬਾਹਰ ਰੁੰਡੀਆਂ ਜਿੱਦਾਂ ਟੁੰਡਿਆਂ ਦੀਆਂ ਹੁੰਦੀਆਂ ਆ, ਕੜਾ ਤੱਕ ਨਹੀਂ ਪਹਿਨਿਆ ਹੁੰਦਾ ਜੀ, ਹਨਾ। ਮੇਰਾ ਕਹਿਣ ਦਾ ਮਤਲਬ ਭਾਈ ਆਪਾਂ ਤੁਸੀਂ ਇਹ ਗੱਲ ਕਹਿੰਦੇ ਆ, ਇਹ ਗੱਲ ਸਾਨੂੰ ਸ਼੍ਰੋਮਣੀ ਨੂੰ ਵੀ ਕਰਨੀ ਚਾਹੀਦੀ ਆ ਕਿ ਵੀ ਹਰੇਕ ਦੇ ਕੋਲ ਇਹ ਹੋਣਾ ਚਾਹੀਦਾ, ਕੜਾ ਹੋਣਾ ਚਾਹੀਦਾ, ਤੇ ਹਰੇਕ ਨੂੰ ਪਹਿਲਾਂ ਫਤਿਹ ਬੁਲਾਵੇ ਫਿਰ ਅੱਗੇ ਗੱਲ ਆਪਣੀ ਕਰੇ। ਆਪਾਂ ਇਹ ਗੱਲ ਨੂੰ ਆਉਣ ਵਾਲੇ ਸਮਝ ਕਰਾਂਗੇ ਜੀ। ਹਾਂ, ਬੜਾ ਬਰਾੜ ਸਾਹਿਬ ਤੁਹਾਡੇ ਵੱਲ ਆਉਣਾ, ਲੇਕਿਨ ਮੈਂ ਇੱਕ ਗੱਲ ਕਲੀਅਰ ਕਰਦਾ ਜਾਵਾਂ, ਸ਼੍ਰੋਮਣੀ ਕਮੇਟੀ ਪੰਜਾਬ ਦੇ ਸੀਐਮ ਨੂੰ ਆਲਰੇਡੀ ਇਹ ਗੱਲ ਕਹਿ ਚੁੱਕੀ ਆ, ਲਿਖਤੀ ਤੌਰ ਤੇ ਭੇਜ ਚੁੱਕੇ ਧਾਮੀ ਹੋਣੀ, ਕਿ ਜਦੋਂ ਅੱਜ ਤੱਕ ਇਤਿਹਾਸ ਆ। ਦੂਸਰੀ ਗੱਲ, ਕੱਲੀ ਸੀਐਮ ਦੀ ਗੱਲ ਨਹੀਂ, ਪੰਜਾਬ ਦੇ ਵਿੱਚ ਕੋਈ ਫੰਕਸ਼ਨ ਹੁੰਦਾ, ਹਾਂ ਅਗਰ ਨਰੋਲ ਮੁਸਲਮਾਨਾਂ ਦਾ ਹੁੰਦਾ, ਹਿੰਦੂਆਂ ਦਾ ਹੁੰਦਾ ਜਾਂ ਈਸਾਈਆਂ ਦਾ ਹੁੰਦਾ, ਉੱਥੇ ਫਤਿਹ ਨਹੀਂ ਬੁਲਾਈ ਜਾਂਦੀ। ਆਪਾਂ ਪੰਜਾਬ 'ਚ ਜਾਂਦੇ ਆ, ਸਾਰੇ ਜਾਂਦੇ ਆ, ਆਪਾਂ ਉੱਥੇ ਦੇਖਦੇ ਕੋਈ ਵੀ ਛੋਟਾ ਜਿਹਾ ਵੀ ਸਮਾਗਮ 10 ਬੰਦੇ ਹੋਣੇ, ਪਹਿਲਾਂ ਅਗਲਾ ਸ਼ੁਰੂ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਪੰਜਾਬ ਦਾ ਸੀਐਮ ਭਗਵੰਤ ਮਾਨ, ਜਿੰਨੇ ਚਿਰ ਅਨਾਉਂਸਮੈਂਟ ਨਹੀਂ ਸੀ ਹੋਈ ਕਿ ਹਾਂ ਇੱਕ ਸਿੱਖ ਚਿਹਰਾ ਚਾਹੀਦਾ, ਕਿਉਂਕਿ ਲੋਕਾਂ ਦੇ ਦਿਲਾਂ 'ਚ ਵਹਿਮ ਸੀ ਪਿਛਲੀ ਵਾਰੀ ਪਿਛਲੀ ਇੰਨਾ ਜ਼ੋਰ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲਈ ਲੋਕਾਂ ਦੀਆਂ ਸ਼ਰਤਾਂ ਲੱਗੀਆਂ, ਇੰਗਲੈਂਡ 'ਚ ਲੱਗ ਗਈਆਂ ਸੀ ਕਿ ਅਸੀਂ ਵੱਡੇ ਵੱਡੇ ਹਾਲ ਕਰਕੇ ਪਾਰਟੀ ਕਰਾਂਗੇ, ਪੰਜਾਬ 'ਚ ਲੱਗ ਗਿਆ, ਪੂਰੀ ਦੁਨੀਆ 'ਚ ਲੱਗਿਆ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੂ। ਕਿਉਂ ਨਹੀਂ ਸੀ ਬਣੀ? ਸਿਰਫ ਇੱਕ ਗੱਲ ਕਰਕੇ, ਉਹਨਾਂ ਨੇ ਆਪਣਾ ਪੰਜਾਬੀ ਦਾ ਚਿਹਰਾ ਨਹੀਂ ਸੀ ਮੋਹਰੇ ਕੀਤਾ ਕਿ ਸਾਡਾ ਸੀਐਮ ਆ ਹੋਊਗਾ। ਤੁਸੀਂ ਹੁਣ ਤੋਂ ਸਾਲ, 1.5 ਸਾਲ, 2 ਸਾਲ ਪਹਿਲਾਂ ਦੀ ਗੱਲ ਦੇ ਲਓ, ਪਹਿਲਾਂ ਜਦੋਂ ਭਗਵੰਤ ਮਾਨ ਸੀਐਮ ਬਣਿਆ ਪੱਗ ਨਹੀਂ ਸੀ ਬੰਨ੍ਹਦਾ, ਦੂਸਰੀ ਵਾਰੀ ਸੀਐਮ ਬਣਿਆ ਪੱਗ ਨਹੀਂ ਸੀ ਬੰਨ੍ਹਦਾ, ਸੌਰੀ ਮੈਂਬਰ ਪਾਰਲੀਮੈਂਟ ਬਣਿਆ, ਲੇਕਿਨ ਆ ਸੀਐਮ ਤੋਂ ਬਣ ਤੋਂ ਸਾਲ ਪਹਿਲਾਂ ਪੱਗ ਬੰਨਣੀ ਸ਼ੁਰੂ ਕੀਤੀ, ਸਿਰਫ ਚਿਹਰਾ ਮੋਹਰੇ ਲਿਆਉਣ ਲਈ। ਕੇਜਰੀਵਾਲ ਦਾ ਖਾਸ ਬੰਦਾ ਉਹ, ਮੈਂ ਇਹ ਨਹੀਂ ਕਹਿੰਦਾ ਕਿ ਉਹ ਅੱਜ ਆਪਾਂ ਉਹਦੇ ਵਿਰੋਧ 'ਚ ਬੋਲਦੇ ਜਾਂ ਉਹਨੇ ਫਤਿਹ ਨਹੀਂ ਬੁਲਾਈ, ਚਲੋ ਠੀਕ ਆ, ਫਤਿਹ ਨਹੀਂ ਬੁਲਾਇਆ ਉਹਦੀ ਖੁਸ਼ੀ ਆ, ਉਹਦੀ ਆਪਣੀ ਗੱਲ ਆ, ਲੇਕਿਨ ਆਪਣਾ ਇਹ ਗਿਲਾ ਸਿੱਖ ਚੈਨਲ ਤੇ ਆਪਣਾ ਸਾਰਿਆਂ ਦਾ, ਚਲੋ ਸਾਰੇ ਇਸ ਗੱਲ ਨਾਲ ਅਗਰੀ ਆ ਕਿ ਆਪਣਾ ਸਾਡਾ ਗਿਲਾ ਕਿ ਜਿਹੜੀ ਗੁਰੂਆਂ ਦੀ ਬਖਸ਼ਿਸ਼ ਆ ਉਹਨੂੰ ਤਾਂ ਰੱਖਣਾ ਚਾਹੀਦਾ। ਚਲੋ ਆਪਾਂ ਭਗਤ ਸਿੰਘ ਨੂੰ ਨਹੀਂ ਮਾੜਾ ਕਹਿੰਦੇ, ਭਗਤ ਸਿੰਘ ਨੇ ਦੁਨੀਆ ਨੂੰ ਹਲੂਣਾ ਦਿੱਤਾ, ਭਗਤ ਸਿੰਘ ਦੇ ਨਾਂ ਅੱਜ ਹਿੰਦੂਆਂ 'ਚ, ਮੁਸਲਮਾਨਾਂ 'ਚ, ਗੋਰਿਆਂ 'ਚ ਵੀ ਭਗਤ ਸਿੰਘ ਨੂੰ ਪੁੱਛ ਲਓ, ਉਹ ਵੀ ਗੋਰੇ ਵੀ ਤੁਹਾਨੂੰ ਕਹਿਣਗੇ ਜੈਸ, ਹਨਾ। ਲੇਕਿਨ ਬਾਕੀ ਦੇ, ਜਿੱਦਾਂ ਤੁਸੀਂ ਕਿਹਾ, ਜਿਹੜੇ ਬਾਕੀ ਦੇ ਸ਼ਹੀਦ ਆ, ਇਹ ਆਪਾਂ ਉਹਨਾਂ ਨਾਲ ਧੋਖਾ ਕਰ ਰਹੇ। ਗੱਲ ਨਾ, ਜਿਹੜੀ ਗੱਲ ਤਾਂ ਮਰਜ਼ਾਦਾ ਦੀ ਆ, ਹਾਂ ਗੱਲ ਮਰਜ਼ਾਦਾ ਦੀ ਆ। ਜਿਹੜਾ ਪੰਜਾਬ ਆ ਨਾ, ਪਹਿਲੋਂ ਵੀ ਅੱਡ ਕਰਾਇਆ ਗਿਆ 1947 ਦੇ ਵਿੱਚ, ਤੇ ਇਹ ਬਾਅਦ ਦੇ ਵਿੱਚ ਕੁਰਬਾਨੀਆਂ ਕਰਕੇ ਹੀ, ਹਨਾ, ਵਿੱਚ ਫੇਰ ਪੰਜਾਬ ਲਿਆ ਗਿਆ। ਨਹੀਂ, ਵੀ 3 ਟੋਟੇ ਕਰਕੇ ਮਿਲਿਆ, ਚਲ 3 ਟੁੱਟ ਹੋ ਗਏ, ਜੋ ਕੁਛ ਮਰਜ਼ੀ ਹੋ ਗਿਆ, ਪਰ ਅਸਲੀਅਤ ਇਹ ਹੈ, ਜੇ ਪੰਜਾਬ ਕੁਰਬਾਨੀਆਂ ਦੇ ਨਾਲ ਲਿਆ ਗਿਆ ਹੈ, ਤੇ ਪੰਜਾਬ ਜਿਹਦੀ ਗੁਰਸਿੱਖੀ ਦੀ ਬਖਸ਼ੀ ਹੋਈ ਫਤਿਹ ਤਾਂ ਬੁਲਾਉਣੀ ਉੱਥੇ ਜ਼ਰੂਰੀ। ਬਿਲਕੁਲ ਬਿਲਕੁਲ, ਇੱਥੇ ਇਹ ਪੁਆਇੰਟ ਆ ਨੋਟ ਕਰਨ ਵਾਲਾ। ਦੇਖੋ, ਜਿੰਨੇ ਪਹਿਲੋਂ ਭਾਸ਼ਣ ਤੁਸੀਂ ਦੇਖ ਲਓ, ਇਲੈਕਸ਼ਨ ਤੋਂ ਪਹਿਲੋਂ, ਮੁੱਖ ਮੰਤਰੀ ਬਣਨ ਤੋਂ ਪਹਿਲੋਂ, ਜਿੰਨੇ ਪੰਜਾਬ ਦੀਆਂ ਰੈਲੀਆਂ ਦੇ ਵਿੱਚ ਭਗਵਾਨ ਮਾਨ ਹੋਣੀ ਕੀ, ਜਿੰਨੇ ਵੀ ਸਾਰੇ ਲੀਡਰ ਹੁੰਦੇ, ਕਾਂਗਰਸੀ ਹੋਣ, ਅਕਾਲੀ ਹੋਣ, ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿ ਕੇ ਭਾਸ਼ਣ ਸ਼ੁਰੂ ਕਰਦੇ। ਨਹੀਂ, ਪਰ ਜਿਹੜੀ ਐਤਕੀ ਇਲੈਕਸ਼ਨ ਹੋਈ ਆ, ਐਤਕੀ ਇਲੈਕਸ਼ਨ ਹੋਈ ਦੇ ਵਿੱਚ ਇਹਨਾਂ ਨੂੰ ਕਾਲੇ ਭਾਅ ਜਿਹੜੀ ਐਤਕੀ ਇਲੈਕਸ਼ਨ ਹੋਈ ਆ, ਆਮ ਆਦਮੀ ਪਾਰਟੀ ਨੇ ਇਲੈਕਸ਼ਨ ਜਦੋਂ ਸ਼ੁਰੂ, ਇਹਦੀ ਕੈਂਪੇਨ ਸ਼ੁਰੂ ਕੀਤੀ ਆ, ਇਹਨੇ ਉਦੋਂ ਹੀ ਫਤਿਹ ਗਾਇਬ ਕਰਤੀ। ਮਾੜੀ ਗੱਲ ਆ, ਬਿਲਕੁਲ ਜੀ। ਚਲੋ ਤੁਸੀਂ ਇਹ ਦੇਖੋ, ਆਪਣੀ ਗੱਲ ਹੋ ਗਈ, ਤੁਸੀਂ ਇਹ ਦੇਖੋ ਨਾ, ਇੱਥੇ ਆਪਣੇ ਵਿਸਾਖੀ ਤੇ ਜਾਂ ਕਿਤੇ ਵੀ, ਮੈਂ ਵਿੱਚ ਬਾਲਾ ਸਾਹਿਬ ਨਹੀਂ, ਇੱਕ ਮਿੰਟ ਦੇਖੋ ਨਾ, ਤੇ ਗੋਰੇ ਜਿਹੜੇ ਸਿੰਘ ਹੋਰਾਂ ਨੇ ਵੀ ਕੁਰਬਾਨੀਆਂ ਦਿੱਤੀਆਂ, ਉਹਨਾਂ ਨੇ ਕਿਹਨੂੰ ਫਾਲੋ ਕੀਤਾ? ਉਹਨਾਂ ਨੇ ਗੁਰੂ ਨੇ ਕੀਤਾ। ਨਹੀਂ, ਮੈਂ ਇੱਥੇ ਕਹਿ ਰਿਹਾ, ਗੋਰਿਆਂ ਦੇ ਆਪਾਂ ਪੱਗ ਬੰਨ ਕੇ ਵਿਸਾਖੀ ਤੇ ਹੋ ਜਾਂ ਕਿਸੇ ਵੀ ਟਾਈਮ ਤੇ, ਗੁਰਪੁਰਬ ਤੇ ਕਿਸੇ ਤੇ ਹੋਵੇ, ਪਾਰਲੀਮੈਂਟ 'ਚ ਵੀ ਵਿਸਾਖੀ ਤੇ ਕਹਿ ਕੇ ਉਹ ਵੀ ਫਤਿਹ ਬੁਲਾ ਜਾਂਦੇ ਆ, ਉਹ ਵੀ ਬੁਲਾਉਂਦੇ ਆ ਫਤਿਹ। ਜਿਸ ਤਰ੍ਹਾਂ ਕਲੀਅਰ ਨੇ ਆਣ ਕੇ ਬੁਲਾਈ ਨਹੀਂ ਸੀ, ਬਿਲਕੁਲ ਜੀ, ਬਿਲਕੁਲ ਬੁਲਾਣੀ ਚਾਹੀਦੀ ਆ। ਮੋਦੀ ਨਹੀਂ ਬੁਲਾਉਂਦਾ ਪੰਜਾਬ 'ਚ ਆਣ ਕੇ, ਬਿਲਕੁਲ। ਲੇਕਿਨ ਚਲੋ ਐਨੀਵੇ, ਚਲੋ ਆਪਣਾ ਸਮਾਂ ਵੀ ਆਪਣੇ ਹਿਸਾਬ ਨਾਲ ਤੁਰਿਆ ਜਾਂਦਾ। ਇੱਕ ਵਨੇ ਆਪਾਂ ਗੱਲ ਕੀਤੀ ਆ ਬਾਬੇ ਦੀ, ਜਿਹੜਾ ਝੂਠਾ ਸਾਹ ਦਾ ਸਿਰਚਾ ਰਾਮ ਰਹੀਮ, ਕਿ ਉਹਨੂੰ ਇਦਾਂ ਮਿਲਦੀ ਆ ਪਰੋਲ ਤੇ ਬੰਦੀ ਸਿੱਖਾਂ ਨੂੰ ਅੱਜ ਤੱਕ ਕਦੀ ਨਹੀਂ ਮਿਲੀ ਜੀ। ਲੇਕਿਨ ਜਿਹੜਾ ਦੂਸਰੇ ਮੁੱਦੇ ਦੀ ਮੈਂ ਗੱਲ ਕੀਤੀ ਸੀ, ਕਾਲੇ ਪਰ ਤੁਹਾਡੇ ਤੋਂ ਸ਼ੁਰੂ ਕਰੂੰਗਾ, ਬਰਗਾੜੀ ਕਾਂਡ ਦੀ ਗੱਲ ਜੀ। ਸਮੇਂ-ਸਮੇਂ ਤੇ ਸਰਕਾਰਾਂ ਨੇ ਰੌਲਾ ਪਾਇਆ ਜੀ। ਅਕਾਲੀ ਦਲ ਨੇ ਵੀ ਜਦੋਂ ਇਹ ਬਰਗਾੜੀ ਕਾਂਡ ਹੋਇਆ, 2 ਭਰਾਵਾਂ ਨੂੰ ਗ੍ਰਿਫਤਾਰ ਕੀਤਾ ਅਕਾਲੀ ਸਰਕਾਰ, ਕਿਉਂਕਿ ਉਦੋਂ ਅਕਾਲੀ ਸਰਕਾਰ ਸੀ, 2015 ਦੀ ਗੱਲ ਕਰਦਾ। ਲੇਕਿਨ ਉਸ ਤੋਂ ਪਿੱਛੋਂ ਜਥੇਬੰਦੀਆਂ ਨੇ ਮੋਰਚਾ ਲਾਤਾ, ਇਹ ਬੇਕਸੂਰ ਆ, ਅਸੀਂ ਪੰਜਾਬ ਸਰਕਾਰ ਤੇ ਬਲੀਵ ਨਹੀਂ ਕਰਦੇ, ਇਹਦੀ ਜਾਂਚ CBI ਤੋਂ ਹੋਣੀ ਚਾਹੀਦੀ ਆ।
ਜਿਹੜੀ ਹਜੇ ਤੱਕ ਠੰਡੇ ਬਸਤੇ 'ਚ ਪਈ ਆ, ਹਜੇ ਤੱਕ ਉਸ ਕਿਸੇ ਦੇ ਸਾਹਮਣੇ ਨਹੀਂ ਆਈ। ਕੈਪਟਨ ਸਰਕਾਰ ਨੇ ਗੁਟਕਾ ਹੱਥ 'ਚ ਫੜ ਕੇ ਸਹੁੰ ਖਾਧੀ, ਅਸੀਂ 2 ਮਹੀਨੇ ਦੇ ਵਿੱਚ ਬਰਗਾੜੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਵਾਂਗੇ, ਤੁਹਾਡੇ ਮੂਹਰੇ ਪੇਸ਼ ਕਰਾਂਗੇ। ਕੇਜਰੀਵਾਲ ਨੇ ਤਾਂ ਉਦੋਂ ਹੱਦ ਹੀ ਲਾਤੀ, ਉਹਨਾਂ ਨੇ ਕਿਹਾ ਸੀ 24 ਘੰਟੇ 'ਚ, ਅਸੀਂ 24 ਘੰਟੇ 'ਚ ਫੜ ਕੇ ਤੁਹਾਡੇ ਰੂਬਰੂ ਕਰਾਂਗੇ। ਅੱਜ 90 ਦਿਨਾਂ ਬਾਅਦ ਕੱਲਾ ਸਿਰਸਾ ਸਾਧ ਤੇ ਉਹਦੇ ਚੇਲਿਆਂ ਤੇ ਗੱਲ ਲਿਆ ਦਿੱਤੀ। ਜਿਹੜੀਆਂ ਜਥੇਬੰਦੀਆਂ, ਜਿਹੜੀਆਂ ਪਾਰਟੀਆਂ ਰੌਲਾ ਪਾਉਂਦੀਆਂ ਰਹੀਆਂ ਕਿ ਉਸ ਸਮੇਂ ਦੀ ਅਕਾਲੀ ਸਰਕਾਰ ਦਾ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ, ਕਿਉਂਕਿ ਗ੍ਰਹਿ ਮੰਤਰੀ ਥੱਲੇ ਹੁੰਦੀ ਪੁਲਿਸ, ਅੱਜ ਉਹਦਾ ਉਸ ਵਿੱਚ ਨਾਂ ਹੈ ਨਹੀਂ, ਕਲੀਨ ਚਿੱਟ ਮਿਲ ਗਈ। ਕੀ ਇਹ ਕੋਈ ਗਿਣੀ ਮਿਤੀ ਸਾਜ਼ਿਸ਼ ਹੋਊਗੀ ਕਾਲੇ ਭਾ, ਜਾਂ ਇਹ ਵਾਕਿਆ ਸੱਚ ਹੋਊਗਾ? ਦੇਖੋ ਬਲਹਾਰ ਜੀ, ਜਿਹੜੀ ਮੇਰੀ ਸੋਚ ਹੈ, ਮੈਂ ਆਪਣੀ ਸੋਚ ਦੇ ਮੁਤਾਬਕ ਕਹਿਣਾ ਕਿ ਅੱਜ ਤੱਕ ਸਾਡੇ ਭਾਰਤ ਸਰਕਾਰ ਹੋਵੇ, ਪੰਜਾਬ ਸਰਕਾਰ ਹੋਵੇ, ਤੇ ਜਨਤਾ ਨੂੰ ਕਦੇ ਇਨਸਾਫ ਨਹੀਂ ਮਿਲਿਆ। ਬਿਲਕੁਲ ਇਹ ਅੰਦਰੋਂ ਰਲੀਆਂ ਚੁਗਦੇ ਨੇ। ਜੇ ਹੁਣ ਤੱਕ ਰੌਲਾ ਪੈ ਰਿਹਾ ਸੀ, ਕਿਉਂਕਿ ਇਹ ਤਾਂ ਕੋਈ ਅੱਖਾਂ ਮੀਚਣ ਵਾਲੀ ਗੱਲ ਨਹੀਂ ਬਰਾੜ ਸਾਹਿਬ। ਜਿਹੜੀ ਪੰਜਾਬ ਪੁਲਿਸ ਸੀ ਉਹ ਕਿਹਦੇ ਥੱਲੇ ਸੀ ਉਸ ਟਾਈਮ? ਕਿਹਦੇ, ਜੇ ਉੱਥੇ ਸ਼ਾਂਤੀਪੂਰਵ ਲੋਕ ਬੈਠੇ ਸੀ ਤਾਂ ਉਹ ਕਿਹਦੇ ਆਰਡਰ ਨਾਲ ਗੋਲੀ ਚੱਲੀ? ਉਹ ਤਾਂ ਗੋਲੀ ਤਾਂ ਸੁਖਬੀਰ ਨੇ ਕਿਹਾ ਬਈ ਇਹਨਾਂ ਨੂੰ ਭਜਾਉਣ ਲਈ ਗੋਲੀ ਚਲਾਓ। ਮਤਲਬ ਅੱਜ ਭਾਵੇਂ ਉਹ ਐਸਆਈਟੀ ਜਿਹੜੀ ਬਣਾਈ ਆ ਸੋਸਾਇਟੀ, ਉਹ ਜਿਹਨੂੰ ਮਰਜ਼ੀ ਕਰਦਾ ਹੈ, ਪਰ ਮੇਰੀ ਸੋਚ ਦੇ ਮੁਤਾਬਕ ਅਜੇ ਤੱਕ ਕੋਈ ਵੀ ਕਿਸੇ ਪੰਜਾਬੀਆਂ ਨੂੰ, ਨਾ ਉਹ ਸੈਂਟਰ ਚੋਂ ਨਾ ਪੰਜਾਬ ਚੋਂ, ਅਜੇ ਤੱਕ ਇਨਸਾਫ ਨਹੀਂ ਮਿਲਿਆ ਤੇ ਨਾ ਕੋਈ ਮਿਲਣ ਦੀ ਮੈਨੂੰ ਸੰਭਾਵਨਾ ਲੱਗਦੀ। ਪਰ ਜੀ ਇੱਕ ਮਿੰਟ ਮੈਂ ਕਾਲੇ ਭਾ ਨਾਲ ਗੱਲ ਕਰਦੇ ਜਾਵਾਂ, ਕਿਉਂਕਿ ਜਦੋਂ ਅਕਾਲੀ ਦਲ ਦਾ ਨਾਂ ਦਾ ਸੀ ਨਾ ਜੀ, ਉਹ ਜਿਹੜੀ ਇਹ ਗੱਲ ਕਹਿ ਕੇ ਉਹ ਵੀ ਕਹਿ ਗਏ। ਸੈਕੰਡਲੀ ਇਹ ਸੀਗਾ ਜਦੋਂ ਉਹਨਾਂ ਨੇ ਝੂਠੇ ਸਾਧ ਨੂੰ ਵਿਦਆਊਟ ਉਹਦੀ ਐਪਲੀਕੇਸ਼ਨ ਤੇ ਉਹਨੂੰ ਮਾਫੀ ਦਿੱਤੀ ਸੀ, ਜਦੋਂ ਉਹਨੇ ਕਿਹਾ ਕਿ ਮੈਂ ਮਾਫੀ ਨਹੀਂ ਮੰਗ ਰਿਹਾ, ਨਹੀਂ ਕਰ ਰਿਹਾ, ਉਸੇ ਚੀਜ਼ ਤੇ ਉਹਨਾਂ ਨੇ ਮਾਫੀ ਫਿਰ ਰਿਫੰਡ ਕਰਤੀ, ਜਾਨੀ ਕਿ ਉਹਨੂੰ ਮਾਫ ਕਰ ਵਾਪਸ ਲੈ ਲਈ ਸੀਗੀ। ਸੋ ਇਸ ਗੱਲ ਤੇ ਬਦਨਾਮੀ ਤੇ ਆਉਣ ਲਈ ਇਹ ਜਿਹੜਾ ਅਕਾਲੀ ਦਲ ਆ ਉਹ ਉਸ ਚੀਜ਼ ਤੋਂ ਮਤਲਬ ਇਹਦੇ ਥੱਲੇ ਆ ਗਿਆ ਜੀ। ਬਾੜਾ ਸਾਹਿਬ, ਮੈਂ ਉਹੀ ਕਹਿਣ ਲੱਗਾ, ਇੱਕ ਮਿੰਟ ਮੇਰੀ ਗੱਲ ਸੁਣੀ। ਅਕਾਲੀ ਦਲ ਨੂੰ ਉਹ ਚੀਜ਼ ਦਾ ਖਮਿਆਜਾ ਭੁਗਤਣਾ ਪਿਆ। ਹਾਂ, ਉਸ ਚੀਜ਼ ਤੇ ਹਜੇ ਤੇ ਭੁਗਤ ਰਿਹਾ। ਜੀ ਬਿਲਕੁਲ। ਅਕਾਲੀ ਦਲ ਪੰਜਾਬੀਆਂ ਦੀ ਮਾਂ ਪਾਰਟੀ। ਇਹ ਇਦਾਂ ਨਹੀਂ ਮੈਂ ਕਹਿੰਦਾ ਕਿ ਮੈਂ ਅਕਾਲੀ ਤਦ ਕਹਿੰਦਾ, ਇਹ ਹਰ ਕੋਈ ਕਹਿੰਦਾ। ਇੱਕ ਕਬੱਡੀ ਖੇਡ ਕਬੱਡੀ ਕਿ ਪੰਜਾਬੀਆਂ ਦੀ ਮਾਂ ਖੇਡ ਆ, ਉਹ ਹੋਰ ਵੀ ਖੇਡਾਂ ਹੈਗੀਆਂ ਪੰਜਾਬ 'ਚ, ਲੇਕਿਨ ਉਹਨੂੰ ਮਾਂ ਖੇਡ ਕਹਿੰਦੇ, ਇਹਨੂੰ ਮਾਂ ਪਾਰਟੀ ਕਹਿੰਦੇ ਸੀ। ਲੇਕਿਨ ਉਹਨੂੰ ਇਸ ਤਰ੍ਹਾਂ ਬਦਨਾਮ ਕਰ ਦਿੱਤਾ ਗਿਆ ਕਿ ਅੱਜ ਅਕਾਲੀ ਦਲ ਦੀ ਸਰਕਾਰ ਨਹੀਂ। ਅਗਰ ਅਕਾਲੀ ਦਲ ਦੀ ਸਰਕਾਰ ਹੁੰਦੀ ਜਾਂ ਅਕਾਲੀ ਦਲ ਦੇ ਨਾਲ ਜਿਹੜੀ ਬੀਜੇਪੀ ਦੀ ਸਰਕਾਰ ਹੁੰਦੀ, ਅੱਜ ਉਹ ਆਪਣੀ ਐਸਆਈਟੀ ਬਣਾ ਕੇ ਜਾਂ ਉਹ ਸੀਬੀਆਈ ਤੋਂ ਜਾਂਚ ਕਰਾ ਕੇ ਕਹਿੰਦੀ ਇਹ 'ਚ ਅਕਾਲੀ ਦਲ ਦਾ ਕੋਈ ਰੌਲਾ ਨਹੀਂ, ਇਹ 'ਚ ਅਕਾਲੀ ਦਲ ਦਾ ਲੈਣ ਦੇਣ ਨਹੀਂ ਕੋਈ। ਇਹ ਇੱਕ ਸਿਆਸੀ ਗੱਲ ਨਹੀਂ ਸੀਗੀ। ਇੱਕ ਉਹਨਾਂ ਨੇ ਆਪਣਾ ਬਦਲਾ ਲੈਣ ਲਈ ਕਿ ਫਿਲਮ ਸਾਡੀ ਰੋਕੀ ਗਈ, ਉਹਦੇ ਪੈਰੋਕਾਰਾਂ ਨੇ ਬਦਲਾ ਲੈਣ ਲਈ ਪਿੰਡ ਜਵਾਰਕੇ ਤੋਂ ਗੁਰੂ ਗ੍ਰੰਥ ਸਾਹਿਬ ਚੋਰੀ ਕੀਤੇ 3, ਉਹਨਾਂ ਦੇ ਬੇਅਦਬੀਆਂ ਹੋਈਆਂ। ਤੇ ਬਰਾੜ ਸਾਹਿਬ, ਤੁਹਾਡੇ ਕੋਲੋਂ ਇੱਕ ਮੈਂ ਪੁੱਛਣ ਲੱਗਾ ਸੀ ਗੱਲ, ਲੇਕਿਨ ਉਹ ਹੁਣ ਬਾੜਾ ਸਾਹਿਬ ਨੇ ਮੇਰੇ ਦਿਮਾਗ ਚੋਂ ਕਢਾਤੀ। ਚਲੋ ਕੋਈ ਨਹੀਂ, ਪਰ ਚੀਜ਼ ਇੱਕ ਹੋਰ ਵੀ ਹੈ ਨਾ, ਗੱਲ ਦੇ ਨਾਲ ਹੀ ਮੈਂ ਐਡ ਕਰ ਦਿੰਦਾ ਇੱਕ ਹੋਰ ਗੱਲ ਛੋਟੀ ਜੀ। ਹਾਂ, ਮੈਨੂੰ ਟਾਈਮ ਦੀ ਦੇਖਣਾ ਪੈਂਦਾ ਕਿੰਨੇ ਮਿੰਟ ਰਹਿ ਗਏ। ਇਹ ਨਾ ਅਸਲੀਅਤ ਇਹ ਹੈ ਕਿ ਕੁੱਤੀ ਚੋਰਾਂ ਨਾਲ ਰਲੀ ਆ, ਬਸ ਹੋਰ ਗੱਲ ਕੋਈ ਨਹੀਂ ਗੀ। ਰਾਈਟ, ਤੂੰ ਬਣ ਗਿਆ ਸੀਐਮ ਤੇ ਮੈਂ ਬਚਾਉਣਾ ਤੈਨੂੰ, ਤੇ ਮੈਂ ਬਣ ਗਿਆ ਪਹਿਲਾਂ ਮਾੜਾ ਸਾਹਿਬ ਨੇ ਬਣਾਉਣਾ ਤੇ ਮਾੜਾ ਸਾਹਿਬ ਨੇ ਪਹਿਲਾਂ ਇਹਦੀਆਂ। ਹਾਂਜੀ, ਅਸੀਂ ਆਪਣੇ ਸਿਧਾਂਤ ਤੋਂ ਉਖੜੇ ਹੋਏ ਆ। ਬਿਲਕੁਲ। ਤੇ ਜਿੰਨਾ ਚਿਰ ਤਾਈਂ ਅਸੀਂ ਸਿਧਾਂਤ ਨਾਲ ਨਹੀਂ ਜੁੜਦੇ, ਗੁਰਬਾਣੀ ਨੂੰ ਨਹੀਂ ਜਪਦੇ, ਉਹਦੇ ਉੱਤੇ ਅਮਲ ਕਰਨ ਦੀ ਕੋਸ਼ਿਸ਼ ਨਹੀਂ ਕਰਦੇ, ਸਾਡੇ ਜਿਹੜੀ ਮਾਰ ਪਈ ਸੀ ਇਹ ਇਦਾਂ ਹੀ ਮਾਰ ਪੈਂਦੀ ਰਹਿਣੀ ਆ। ਗੁਰਬਾਣੀ ਨਾਲ ਜੁੜਨ ਦਾ ਮਤਲਬ ਮੇਰਾ ਕਹਿਣ ਤੋਂ ਹੈ ਕਿ ਸਾਨੂੰ ਇੱਕ ਮੁੱਠ ਹੋਣਾ ਪੈਣਾ। ਇਹ ਤਾਂ ਬਾਕੀ ਦੂਸਰੀ ਚੀਜ਼ ਹੈ ਜੀ ਕਿ ਹੁਣ ਜਿਹੜੀ ਆਮ ਪਾਰਟੀ ਦਾ ਜਿਹੜੀਆਂ ਗੁੱਡ ਗੱਲਾਂ ਹੋਈਆਂ ਆ, ਉਹਨਾਂ ਨੂੰ ਵੀ ਅੱਖੋਂ ਪਰੋਲੇ ਨਹੀਂ ਕੀਤਾ ਜਾ ਸਕਿਆ। ਜਿਹੜੀਆਂ 70 ਸਾਲਾਂ 'ਚ ਨਹੀਂ ਹੋਈਆਂ, ਉਹਨਾਂ ਨੇ 3-4 ਮਹੀਨਿਆਂ ਦੇ ਵਿੱਚ ਹੁਣ ਕਰਤੀਆਂ। ਬਾੜਾ ਸਾਹਿਬ ਆਪਾਂ ਤਾਂ ਕਰ ਸਕਦੇ ਗੁਰੂ ਸਾਹਿਬ ਦੀ ਬੇਅਦਬੀ ਦੀ। ਪਹਿਲੋਂ ਆਮ ਪਾਰਟੀ ਨੇ ਵੀ ਰੌਲਾ ਪਾਇਆ, ਕਾਂਗਰਸ ਨੇ ਵੀ, ਕਾਮੇਵਾਲ ਸਾਹਿਬ ਗੱਲ ਕਰਦੇ ਆ। ਆਪਾਂ ਗੱਲ ਉਹ ਕਰਦੇ ਆ, ਆਪਾਂ ਜਿਹੜੇ ਚੰਗੇ ਕੰਮ ਕਰਦੇ ਉਹਨਾਂ ਨੂੰ ਮਾੜਾ ਨਹੀਂ ਕਹਿੰਦੇ।
ਪਰ ਮਤਲਬ ਉਹ ਕਹਿੰਦੇ ਸੀ ਬਾਦਲ ਕਿਆ ਨੇ ਕਰਾਇਆ ਤੇ ਹੁਣ ਜਿਹੜੀ ਐਸਟੀ ਉਹਨਾਂ ਨੇ ਬਣਾਈ ਆ ਉਹਨੇ ਕਰਤਾ ਸਰਸੇ ਵਾਲੇ ਸਾਹਿਬ ਮੈਂ ਇਹ ਕਹਿੰਦਾ ਮੈਂ ਇਸ ਕਰਕੇ ਨਹੀਂ ਕਹਿੰਦਾ ਮੈਂ ਅਕਾਲੀ ਦਲ ਦੀ ਸਪੋਰਟ ਨਹੀਂ ਕਰਦਾ ਮੈਂ ਤਾਂ ਤੁਹਾਨੂੰ ਸਵਾਲ ਪੁੱਛਿਆ ਪਰ ਮਤਲਬ ਫਿਰ ਉਹ ਜਿਹੜੇ ਬਰਾੜ ਸਾਹਿਬ ਨੇ ਗੱਲ ਕਹੀ ਆ ਵੀ ਕੁੱਤੀ ਚੋਰਾਂ ਨਾਲ ਹੀ ਉਹ ਕੁੱਤੀ ਚੋਰਾਂ ਨਾਲ ਰਲੀ ਹੋਈ ਆ ਜਿਹੜੀ ਉਹਨਾਂ ਦੀ ਯਾਰ ਗੱਲ ਜਦੋਂ ਆਉਂਦੀ ਆ ਨਾ ਬਹਿਸ ਹੁੰਦੀ ਆ ਉਦੋਂ ਸਿਰਫ 75 ਸਾਲਾਂ ਦੀ ਗੱਲ ਪਿੱਛੇ ਲਾ ਦਿੱਤੀ ਜਾਂਦੀ ਆ ਬਸ ਗੱਲ ਇਹ ਨਹੀਂ ਹੋਣੀ ਚਾਹੀਦੀ ਅੱਜ ਅਸੀਂ ਬੈਠੇ ਆ ਉਹ ਅੱਜ ਮੁੱਦੇ ਦੀ ਹੋਣੀ ਚਾਹੀਦੀ ਗੱਲ ਅੱਜ ਦੇ ਮੁੱਦੇ ਦੀ ਗੱਲ ਹੋਣੀ ਚਾਹੀਦੀ ਆ ਰਾਈਟ ਜਿਹੜੀ ਉਹ ਸਾਰੇ ਲੋਕਾਂ ਨੂੰ ਪਤਾ ਕੀ ਹੋਇਆ ਪਿਛਲੇ ਬਿਲਕੁਲ ਪਤਾ ਕਰਕੇ ਸਾਰੇ ਲੋਕਾਂ ਨੂੰ ਪਤਾ ਨਹੀਂ 3 ਮਹੀਨਿਆਂ ਦੇ ਵਿੱਚ ਕੀ ਹੋਇਆ ਸਾਰੇ ਲੋਕਾਂ ਨੇ ਉਸ ਦਾ ਰੁਝਾਨਾ ਸਾਰਿਆਂ ਨੂੰ ਦੇ ਦਿੱਤਾ ਹੈ ਅਕਾਲੀ ਦਲ ਹਾਸ਼ੀਏ ਤੇ ਲਿਆ ਆਉਂਦਾ ਹੈ ਹਾਂਜੀ ਤੇ ਦੂਸਰੇ ਇਹਨਾਂ ਦੀ ਪਾਰਟੀ ਜਿਹੜੀ ਜਿੱਤੀ ਸੀਗੀ ਹਨਾ ਉਹਦਾ ਬੁਰਾ ਹਾਲ ਕਰ ਦਿੱਤਾ ਕਾਂਗਰਸ ਦੂਸਰੇ ਨੰਬਰ ਤੇ ਆਈ ਬੀਜੇਪੀ ਦੀ ਨਹੀਂ ਕਾਂਗਰਸ ਤੀਸਰੇ ਨੰਬਰ ਸਾਰੇ ਲੋਕਾਂ ਨੂੰ ਪਤਾ ਹੈ ਪਰ ਹੁਣ ਗੱਲ ਅਸਲੀਅਤ ਕੀ ਹੈ ਗੱਲ ਤਾਂ ਇੱਥੇ ਹੀ ਖੜੀ ਹੈ ਕਿ ਅਸੀਂ ਆਪਣੇ ਸਿਧਾਂਤ ਦੇ ਉੱਤੇ ਚੱਲਣ ਲਈ ਤਿਆਰ ਹੈ ਕਿ ਨਹੀਂ ਸਾਡੀ ਜ਼ਿੰਮੇਵਾਰੀ ਕੀ ਬਣਦੀ ਹੈ ਭਗਵੰਤ ਮਾਨ ਨੂੰ ਪਹਿਲੀ ਗੱਲ ਤਾਂ ਮੈਂ ਇਹ ਸਲਾਹ ਦੇਵਾਂਗਾ ਕਿ ਜੇ ਤਾਂ ਉਹ ਹੈਗਾ ਭਗਵੰਤ ਮਾਨ ਤੇ ਫੇਰ ਤਾਂ ਲਾ ਦੇਵੇ ਪੱਗ ਆਪਣੇ ਸਿਰ ਤੋਂ ਬਸ ਤੇ ਜੇ ਉਹ ਹੈਗਾ ਭਗਵੰਤ ਸਿੰਘ ਮਾਨ ਤੇ ਫੇਰ ਪੱਗ ਲਖੇ ਸਾਡੀ ਦਸਤਾਰ ਦੀ ਬਦਨਾਮੀ ਨਾ ਕਰੇ ਹਾਂ ਇਹ ਚੀਜ਼ ਦੀ ਬੜਾ ਬਰਾੜ ਸਾਹਿਬ ਤੁਸੀਂ ਅੱਜ ਮੈਂ ਪਹਿਲਾਂ ਵੀ ਕਿਹਾ ਸੀ ਸ਼ੁਰੂ ਪ੍ਰੋਗਰਾਮ ਕਰਕੇ ਤੁਸੀਂ ਅੱਜ ਬਹੁਤ ਚਿਰਾਂ ਬਾਅਦ ਆਏ ਇਸ ਚੀਜ਼ ਲਈ ਮੈਂ ਜਦੋਂ ਆਪਣੇ ਨਾਲ ਬੈਠੇ ਭਰਾਵਾਂ ਨੂੰ ਕਹਿਣਾ ਕਿ ਉਹ ਅੱਜ ਤੱਕ ਉਹਨੇ ਨਹੀਂ ਕਿਹਾ ਕਿ ਮੈਂ ਭਗਵੰਤ ਸਿੰਘ ਮਾਨ ਆ ਚਲੋ ਇਹ ਨਹੀਂ ਬਾੜਾ ਸਾਹਿਬ ਨੇ ਕਿਹਾ ਸੀਗਾ ਕਿ ਉਹ ਐਜ਼ ਏ ਕਮੇਡੀਅਨ ਉਹਨੇ ਆਪਣਾ ਕੈਰੀਅਰ ਸ਼ੁਰੂ ਕੀਤਾ ਐਜ਼ ਏ ਸਿੰਗਰ ਉਹਨੇ ਭਾਵੇਂ ਪੁੱਠੇ ਗਾਣੇ ਗਾਏ ਗੰਦੇ ਨਹੀਂ ਗਾਏ ਪੁੱਠੇ ਗਾਏ ਜਿੱਦਾਂ ਗੁਰਦਾਸ ਮਾਨ ਨੇ ਕੋਈ ਗਾਣਾ ਗਾਇਆ ਆਪਣਾ ਪੰਜਾਬ ਹੋਵੇ ਤਾਂ ਉਹਨੇ ਉਹਦੇ ਵਿਰੋਧ ਵਿੱਚ ਕੋਈ ਵਿਰੋਧ ਕਰਕੇ ਨਹੀਂ ਲਾਇਕ ਉਹਨੂੰ ਹੋਰ ਬਦਲ ਕੇ ਗਾਣਾ ਗਾ ਲਿਆ ਲੋਕਾਂ ਨੂੰ ਹਸਾਉਣ ਦੇ ਲਈ ਉਹਨੇ ਕਦੀ ਵੀ ਨਹੀਂ ਲਿਖਿਆ ਚਲੋ ਪਹਿਲਾਂ ਨਹੀਂ ਲਿਖਦਾ ਸੀ ਭਗਵੰਤ ਸਿੰਘ ਮਾਨ ਗੁਰਦਾਸ ਮਾਨ ਵੀ ਗੁਰਦਾਸ ਮਾਨ ਹੀ ਲਿਖਦਾ ਲੇਕਿਨ ਜਦੋਂ ਹੋਰ ਬਹੁਤ ਸਿੰਗਰ ਆ ਹੋਰ ਬਹੁਤ ਲੋਕੀ ਆ ਜਿਹੜੇ ਆਪਣੇ ਆਪ ਦੇ ਵਿਚਾਲੇ ਸਿੰਘ ਨਹੀਂ ਲਾਉਂਦੇ ਲੇਕਿਨ ਜਦੋਂ ਪੰਜਾਬ ਦਾ ਸੀਐਮ ਬਣ ਗਿਆ ਇੱਥੇ ਆਹੀ ਗੱਲ ਮੈਂ ਕਹਿਣੀ ਸੀ ਜਦੋਂ ਤੂੰ ਪੰਜਾਬ ਦਾ ਰਾਜਾ ਬਣ ਗਿਆ ਉਦੋਂ ਤੇਰਾ ਫਰਜ਼ ਬਣਦਾ ਕਿ ਤੂੰ ਕਹਿੰਦਾ ਮੈਂ ਜੱਟ ਪਰਿਵਾਰ 'ਚ ਪੈਦਾ ਹੋਇਆ ਸਿੱਖ ਪਰਿਵਾਰ 'ਚ ਪੈਦਾ ਹੋਇਆ ਟਾਈਮ ਜਿਹੜਾ ਸਾਡਾ ਉਹ ਸਿੱਖ ਪਰਿਵਾਰ 'ਚ ਪੈਦਾ ਹੋਇਆ ਤੇ ਉਦੋਂ ਤਾਂ ਉਹਨੂੰ ਲਿਖਣਾ ਚਾਹੀਦਾ ਮੈਂ ਭਗਵੰਤ ਸਿੰਘ ਮਾਨ ਗੁਰੂ ਗ੍ਰੰਥ ਸਾਹਿਬ ਦੀ ਸਹੁੰ ਖਾਨਾ ਕਿ ਮੈਂ ਪੰਜਾਬ ਦਾ ਚੀਫ ਮਿਨਿਸਟਰ ਆ ਪੰਜਾਬ ਦੀ ਭਲਾਈ ਲਈ ਕੰਮ ਕਰੂੰਗਾ ਹੁਣ ਇਹ ਵੀ ਨਹੀਂ ਖਾਧੀ ਸੋ ਆਪਣਾ ਸਮਾਂ ਸਮਾਪਤੀ ਵੱਲ ਚਲ ਗਿਆ ਤੇ ਮੈਂ ਚਾਹੁੰਦਾ ਕਿ ਆਪਾਂ ਇਸ ਤਰ੍ਹਾਂ ਦੀ ਗੱਲਾਂ ਆਉਣ ਵਾਲੇ ਹਫ਼ਤੇ ਵਿੱਚ ਵੀ ਕਰੀਏ ਸੋ ਮੈਂ ਤੁਹਾਡਾ ਤਿੰਨਾਂ ਦਾ ਧੰਨਵਾਦੀ ਹਾਂ ਮੇਰੇ ਵੱਲੋਂ ਅਤੇ ਮੇਰੀ ਪੂਰੀ ਟੀਮ ਵੱਲੋਂ ਭੁੱਲਾਂ ਚੁੱਕਾਂ ਦੀ ਖਿਮਾ ਮੇਰੀ ਪੂਰੀ ਟੀਮ ਅਤੇ ਆਪਣੇ ਦਾਸ ਬਲਿਹਾਰ ਸਿੰਘ ਰਾਮੇਵਾਲ ਨੂੰ ਦੋ ਇਜਾਜ਼ਤ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।